ਦੇਸ਼ਾਂ ਵਿਦੇਸ਼ਾਂ ਵਿੱਚ ਇੰਟਰਨੈਟ ਦੇ ਜ਼ਰੀਏ ਜੁੜੀ ਸਮੂਹ ਗੁਰੂ ਨਾਨਕ ਨਾਮ ਲੇਵਾ ਨੂੰ ਦਾਸ ਗੁਰਤੇਜ ਸਿੰਘ ਦੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਇੱਕ ਵਾਰੀ ਫੇਰ ਆਪ ਜੀ ਦੇ ਰੂਬਰੂ ਉਚੇਚੇ ਤੌਰ 'ਤੇ ਇੱਕ ਖਾਸ ਬੜੇ ਗੰਭੀਰ ਵਿਸ਼ੇ ਨੂੰ ਲੈ ਕੇ ਹਾਜ਼ਰ ਹੋਇਆ ਹਾਂ। ਵਿਸ਼ੇ 'ਤੇ ਜਾਣ ਤੋਂ ਪਹਿਲਾਂ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਸ ਸਮੇਂ ਅਮਰੀਕਾ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ ਉਹ ਕਾਫੀ ਗੰਭੀਰ ਪਰਿਸਥਿਤੀਆਂ ਵਿੱਚੋਂ ਸਮਾਜ ਲੰਘ ਰਿਹਾ ਹੈ। ਜਿੱਥੇ ਕਰੋਨਾ ਵਾਇਰਸ ਕਰਕੇ 2 ਲੱਖ ਤੋਂ ਵੀ ਵੱਧ ਗਿਣਤੀ ਦੇ ਵਿੱਚ ਲੋਕਾਂ ਦੀਆਂ ਮੌਤਾਂ ਹੋਈਆਂ ਨੇ। ਇੱਥੋਂ ਦੇ ਰਾਸ਼ਟਰਪਤੀ ਨੂੰ ਵੀ ਹਸਪਤਾਲ ਵਿੱਚ ਇਨਫੈਕਸ਼ਨ ਕਰਕੇ ਐਡਮਿਟ ਹੋਣਾ ਪਿਆ। ਕਰੋਨਾ ਇੱਕ ਪਾਸੇ ਆਪਣੀ ਮਾਰ ਮਾਰ ਰਿਹਾ ਸੀ ਅਤੇ ਦੂਜੇ ਪਾਸੇ ਪੁਲਿਸ ਵਾਲਿਆਂ ਨੇ ਜੋ ਜ਼ਿਆਦਤੀਆਂ ਸਾਡੇ ਜੋ ਪੀਪਲ ਆਫ ਕਲਰ ਨੇ, ਜਿਵੇਂ ਕਿ ਕਾਲੇ ਹੋਏ, ਮੈਕਸੀਕਨ ਹੋਏ ਜਾਂ ਹੋਰ ਜੋ ਵੱਖਰੇ ਐਥਨਿਕ ਬੈਕਗਰਾਊਂਡ ਦੇ ਜੋ ਲੋਕ ਨੇ, ਉਹਨਾਂ ਨਾਲ ਜ਼ਿਆਦਤੀਆਂ ਜੋ ਪੁਲਿਸ ਵਾਲੇ ਨੇ ਕੀਤੀਆਂ, ਜੋ ਜ਼ਿਆਦਾਤਰ ਗੋਰੇ ਨੇ, ਉਹਦੇ ਕਰਕੇ ਵੀ ਸਮਾਜ ਕਾਫੀ ਦੁਖੀ ਹੈ, ਪਰੇਸ਼ਾਨ ਹੈ। ਨਾਲ ਨਾਲ ਉਹਦੇ ਫਲਸਰੂਪ ਉਸ ਅਤਿਆਚਾਰ ਜੋ ਪੁਲਿਸ ਨੇ ਕੀਤਾ, ਉਹਦੇ ਫਲਸਰੂਪ ਜੋ ਪ੍ਰੋਟੈਸਟ ਹੋਏ, ਸੜਕਾਂ 'ਤੇ ਲੋਕ ਉਤਰੇ ਆਏ, ਲੋਕਾਂ ਦੀਆਂ ਦੁਕਾਨਾਂ ਸਾੜੀਆਂ, ਉਹਦੇ ਕਰਕੇ ਵੀ ਕਾਫੀ ਗੁੱਸਾ ਮਨ ਵਿੱਚ ਲੋਕਾਂ ਦੇ ਇੱਕ ਦੂਜੇ ਪ੍ਰਤੀ ਇਸ ਵੇਲੇ ਭਾਰੂ ਹੈ। ਸਾਨੂੰ ਸਿੱਖਾਂ ਨੂੰ ਖਾਸ ਤੌਰ 'ਤੇ ਇਸ ਸਮੇਂ ਵਿੱਚ ਕਾਫੀ ਚੇਤੰਨ ਰਹਿਣ ਦੀ ਲੋੜ ਹੈ, ਅਵੇਅਰ ਹੋਣ ਦੀ ਲੋੜ ਹੈ ਅਤੇ ਚੌਕਸ ਰਹਿਣ ਦੀ ਵੀ ਲੋੜ ਹੈ। ਸਾਨੂੰ ਇੱਕ ਦੂਜੇ ਦੇ ਨਾਲ ਖੜ੍ਹਨ ਵਾਸਤੇ ਹਮੇਸ਼ਾ ਤਤਪਰ ਰਹਿਣ ਦੀ ਲੋੜ ਹੈ ਕਿ ਕਿਤੇ ਉਹ ਨਾ ਹੋਵੇ ਕਿ ਸਾਡੀ ਅਣਗਹਿਲੀ ਕਰਕੇ ਸਾਡੇ ਕਿਸੇ ਭਰਾ ਨੂੰ ਇਹਨਾਂ ਪਰਿਸਥਿਤੀਆਂ ਦੇ ਵਿੱਚ ਉਹ ਉਹਨਾਂ ਦਾ ਸ਼ਿਕਾਰ ਹੋ ਜਾਣ। ਪਰ ਅੱਜ ਦਾ ਜੋ ਮੇਰਾ ਵਿਸ਼ਾ ਹੈ ਉਹ ਪਿਛਲੇ ਹਫ਼ਤੇ ਸਾਡੇ ਨਗਰ ਸੈਕਰਾਮੈਂਟੋ ਦੇ ਕੋਲੇ ਐਲਕ ਗਰੋਵ ਸ਼ਹਿਰ ਦੇ ਵਿੱਚ ਵਾਪਰੀ ਇੱਕ ਘਟਨਾ, ਉਹ ਤੋਂ ਪੈਦਾ ਹੋਏ ਕੁਝ ਸਵਾਲਾਂ ਬਾਰੇ ਹੈ। ਪਿਛਲੇ ਹਫ਼ਤੇ ਜਿਵੇਂ ਅਮਰੀਕਾ ਵਿੱਚ ਰਹਿੰਦੇ ਕਈਆਂ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਇੱਕ ਸਮਲਿੰਗੀ ਵਿਆਹ ਹੋਇਆ, ਜਿਹਨੂੰ ਅੰਗਰੇਜ਼ੀ ਵਿੱਚ ਸੇਮ ਸੈਕਸ ਮੈਰਿਜ ਕਹਿੰਦੇ ਆ। ਇਹ ਵਾਲਾ ਜੋ ਵਿਆਹ ਸੀ ਇੱਕ ਪਾਰਕ ਵਿੱਚ ਕੀਤਾ ਗਿਆ ਅਤੇ ਇਹਨੂੰ ਆਯੋਜਿਤ ਕਰਨ ਵਾਲਾ ਕੋਈ ਸਰਬਜੀਤ ਸਿੰਘ ਨੀਲ, ਉਹਨੇ ਆਪਣਾ ਨਾਮ ਡਾਕਟਰ ਫਰੀਡਮ ਸਿੰਘ ਰੱਖਿਆ ਹੈ। ਸਿੱਖ ਪ੍ਰੀਸਟ ਡੈਸਟੀਨੇਸ਼ਨ ਵੈਡਿੰਗ ਕਰਕੇ ਉਹ ਵੈਬਸਾਈਟ ਚਲਾਉਂਦਾ sikhpriest.com 'ਤੇ। ਅਤੇ ਉਹ ਥਾਂ ਥਾਂ ਜਾ ਕੇ ਲੋਕਾਂ ਦੇ ਵਿਆਹ ਕਰਦਾ ਹੈ। ਜਿਹੜੇ ਲੋਕ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਵਿਆਹ ਆਨੰਦ ਕਾਰਜ ਨਹੀਂ ਕਰਨਾ ਚਾਹੁੰਦੇ, ਇਹ ਉਹਨਾਂ ਦੇ ਆਨੰਦ ਕਾਰਜ ਉਹਨਾਂ ਦੇ ਘਰਾਂ ਵਿੱਚ ਜਾ ਕੇ ਜਾਂ ਬੀਚ 'ਤੇ ਜਾ ਕੇ ਜਾਂ ਹੋਰ ਪਾਰਕਾਂ ਵਿੱਚ ਜਾ ਕੇ ਉਹਨਾਂ ਦੇ ਵਿਆਹ ਦੇ ਸਮਾਗਮ ਜਿਹੜੇ ਹੈ ਉਹ ਰਚਾਉਂਦਾ ਹੈ। ਜੋ ਇਹ ਘਟਨਾ ਐਲਕ ਗਰੋਵ ਦੇ ਪਾਰਕ ਵਿੱਚ ਵਾਪਰੀ, ਇਹ ਸਿੱਖ ਰਹਿਤ ਮਰਿਆਦਾ ਦੀ ਘੋਰ ਉਲੰਘਣਾ ਤਾਂ ਹੋਈ ਹੀ, ਪਰ ਇਹਦੇ ਨਾਲ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਬੇਅਦਬੀ ਬਹੁਤ ਵੱਡੇ ਪੱਧਰ 'ਤੇ ਦੇਖੀ ਗਈ। ਗੁਰੂ ਮਹਾਰਾਜ ਸਾਹਿਬ ਕਿੱਥੋਂ ਆਏ, ਟੈਚੀ ਵਿੱਚ ਆਏ ਕਿ ਕਿਸੇ ਗੁਰਦੁਆਰੇ ਤੋਂ ਆਏ ਕਿ ਕਿਸੇ ਦੇ ਘਰੋਂ ਆਏ, ਇਸ ਬਾਰੇ ਸਾਨੂੰ ਕੋਈ ਬਹੁਤਾ ਪਤਾ ਨਹੀਂ। ਪਰ ਇਹ ਜ਼ਰੂਰ ਵੀਡੀਓਜ਼ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਮਹਾਰਾਜ ਦੀ ਤਾਬਿਆ 'ਤੇ ਇੱਕ ਬੰਦਾ ਜੋ ਗੈਰ ਸਿੱਖ ਹੈ, ਕੋਨਾ ਹੈ, ਮੋਨਾ ਹੈ, ਉਹ ਬੈਠਾ ਹੈ ਅਤੇ ਚੌਰ ਕਰ ਰਿਹਾ ਹੈ। ਜੋ ਪਿਛਲੇ ਪਾਸੇ ਕੁਰਸੀਆਂ 'ਤੇ ਵੀ ਕਈ ਲੋਕ ਬੈਠੇ ਨੇ ਅਤੇ ਜਿਹੜਾ ਡਾਕਟਰ ਫਰੀਡਮ ਸਿੰਘ ਹੈ, ਇਹ ਪਹਿਲਾਂ ਮਹਾਰਾਜ ਦੀ ਤਾਬਿਆ ਜਾ ਕੇ ਲਾਵਾਂ ਦਾ ਪੂਰਾ ਪਾਠ ਕਰਦਾ ਹੈ, ਮੁੜ ਕੇ ਉੱਥੋਂ ਉੱਠ ਕੇ ਆ ਕੇ ਵਾਜੇ 'ਤੇ ਬਹਿ ਕੇ ਇੱਕ ਇੱਕ ਪੌੜੀ ਦਾ ਜੋ ਇੱਕ ਕਲਾਮ ਦਾ ਇੱਕ ਕੀਰਤਨ ਕਰਦਾ ਹੈ ਅਤੇ ਨਾਲ ਉਹ ਜੋ 2 ਬੰਦੇ ਨੇ ਉਹ ਮੋਢੇ ਨਾਲ ਮੋਢਾ ਲਾ ਕੇ ਮਹਾਰਾਜ ਦੀ ਪਰਿਕਰਮਾ ਕਰਦੇ ਨੇ। ਆਪਣੇ ਆਪ ਦੇ ਵਿੱਚ ਇਸ ਵੀਡੀਓ ਦੇ ਵਿੱਚ ਜੋ ਮੈਂ ਦੇਖਿਆ, ਉਹ ਮੇਰੀ ਨਿਗਾਹ ਵਿੱਚ ਪਹਿਲੀ ਵਾਰੀ, ਤੁਹਾਡੇ ਵਿੱਚੋਂ ਵੀ ਬਹੁਤਿਆਂ ਨੇ ਇਹ ਵਾਲੀ ਜੋ ਗੱਲ ਜੋ ਇਸ ਵੀਡੀਓ ਵਿੱਚ ਦੇਖੀ ਉਹ ਪਹਿਲੀ ਵਾਰੀ ਤੁਸੀਂ ਦੇਖੀ ਹੋਣੀ ਹੈ। ਆਨੰਦ ਕਾਰਜ ਹੋ ਗਿਆ, ਜੋ ਵੀ ਤੁਸੀਂ ਇਹਨੂੰ ਕਹੋਗੇ, ਆਨੰਦ ਕਾਰਜ ਕਹੋਗੇ ਕਿ ਕਥਿਤ ਆਨੰਦ ਕਾਰਜ ਕਹੋਗੇ ਕਿ ਜੋ ਵੀ ਇਹਦਾ ਨਾਂ ਤੁਸੀਂ ਲਓਗੇ, ਕਿਉਂਕਿ ਇਹ ਮਰਿਆਦਾ ਦੇ ਉਹਦੇ ਤਹਿਤ ਤਾਂ ਨਹੀਂ ਹੋਇਆ, ਸੋ ਆਪਾਂ ਇਹਨੂੰ ਆਨੰਦ ਕਾਰਜ ਤਾਂ ਉਹ ਕਹਿ ਨਹੀਂ ਸਕਦੇ। ਪਰ ਬਹੁਤ ਦੁੱਖ ਹੋਇਆ
ਇੱਥੋਂ ਤੱਕ ਵੀ ਦੇਖਿਆ ਗਿਆ ਵੀ ਮਗਰੋਂ ਜਿਹੜੀਆਂ ਤਸਵੀਰਾਂ ਆਈਆਂ, ਕਈਆਂ ਬੰਦਿਆਂ ਨੇ ਆਪਣੇ ਹੱਥਾਂ ਦੇ ਵਿੱਚ ਪਿਆਲੀਆਂ ਫੜੀਆਂ ਸੀ, ਪਤਾ ਨਹੀਂ ਉਹਨਾਂ ਵਿੱਚ ਸ਼ੈਂਪੇਨ ਸੀ, ਵਾਈਨ ਸੀ, ਕਿ ਸ਼ਰਾਬ ਸੀ, ਕਿ ਕੋਈ ਜੂਸ ਸੀ। ਸੋ ਗੱਲ ਮੁਕਾਈਏ ਕਿ ਬਹੁਤ ਵੱਡੇ ਪੱਧਰ 'ਤੇ ਗੁਰੂ ਮਹਾਰਾਜ ਸਾਹਿਬ ਜੀ ਦੀ ਬੇਅਦਬੀ ਹੋਈ, ਨਾਲ ਸਿੱਖ ਰਹਿਤ ਮਰਿਆਦਾ ਦੀ ਘੋਰ ਉਲੰਘਣਾ ਹੋਈ। ਇਹ ਸਾਰੇ ਕੁਝ ਦੇ ਬਾਵਜੂਦ ਵੀ ਜੇ ਮੈਨੂੰ ਕੋਈ ਪੁੱਛੇ ਵੀ ਇਹਦਾ ਕਸੂਰਵਾਰ ਕੌਣ ਸੀ, ਮੈਂ ਨਹੀਂ ਇਹ ਸਮਝਦਾ ਵੀ ਜਿਹੜੇ ਦੋ ਮਿੱਤਰਾਂ ਦਾ ਬੰਦੇ ਨੇ, ਇਹਨਾਂ ਦਾ ਵਿਆਹ ਹੋਇਆ ਜਾਂ ਇਹਨਾਂ ਨੇ ਵਿਆਹ ਕਰਾਇਆ ਸਮਲਿੰਗੀ, ਇਹਨਾਂ ਦਾ ਬਹੁਤਾ ਕਸੂਰ ਹੈ। ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੇ ਜਾਣ ਕੇ ਮਹਾਰਾਜ ਦੀ ਬੇਅਦਬੀ ਕਰਨ ਵਾਸਤੇ ਇਹ ਵਾਲਾ ਮੌਕਾ ਉਹਨਾਂ ਨੇ ਲੱਭਿਆ। ਉਹਨਾਂ ਦੀ ਇੱਛਾ ਬੇਅਦਬੀ ਕਰਨ ਦੀ ਨਹੀਂ ਸੀ, ਪਰ ਜਿਹੜੇ ਬੰਦੇ ਨੇ ਇਸ ਕਾਰਜ ਨੂੰ ਅੰਜਾਮ ਦਿੱਤਾ, ਕੈਨੇਡਾ ਤੋਂ ਜਿਹੜਾ ਆਇਆ ਹੈ ਡਾਕਟਰ ਫਰੀडम ਸਿੰਘ, ਉਹਦਾ ਇਹ ਪੂਰਾ ਉਹਦਾ ਕਸੂਰ ਹੈ। ਉਹਦੀ ਜ਼ਿੰਮੇਵਾਰੀ ਇਹ ਬਣਦੀ ਸੀ ਕਿ ਇਹ ਜਿਹਾ ਕਾਰਜ ਉਹ ਨਾ ਕਰਾਉਂਦਾ। ਨਾਲ ਮੈਂ ਵੀ ਸੋਚਦਾ ਕਿ ਇਹ ਜੋ ਦੋ ਮਨੁੱਖਾਂ ਦਾ, ਦੋ ਬੰਦਿਆਂ ਦਾ ਜੋ ਵਿਆਹ ਹੋਇਆ, ਜਿਨ੍ਹਾਂ ਨੇ ਫੇਰੇ ਲਏ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ, ਉਹ ਆਪਣੇ ਆਪ ਨੂੰ ਕੋਈ ਬਹੁਤਾ ਚੰਗਾ ਕੋਈ ਸਿੱਖ ਕਲੇਮ ਕਰਦੇ ਹੋਣਗੇ, ਉਹ ਦਾਅਵਾ ਕਰਦੇ ਹੋਣਗੇ ਕਿ ਅਸੀਂ ਸਿੱਖੀ ਵਿੱਚ ਪੂਰੇ ਹਾਂ। ਹਾਂ, ਇੰਨਾ ਜ਼ਰੂਰ ਹੈ ਕਿ ਉਹਨਾਂ ਵਿੱਚੋਂ ਇੱਕ ਜ਼ਰੂਰ ਇਹ ਸੋਚਦਾ ਹੋਊਗਾ ਕਿ ਮੈਂ ਪੰਜਾਬੀ ਹਾਂ, ਅਤੇ ਪੰਜਾਬੀ ਕਿਉਂਕਿ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਫੇਰੇ ਲੈਂਦੇ ਹੈ, ਅਤੇ ਮੈਂ ਹੁਣ ਸਮਲਿੰਗੀ ਵਿਆਹ ਕਰਾਉਣਾ, ਗੁਰਦੁਆਰਿਆਂ ਵਾਲਿਆਂ ਨੇ ਕਰਨਾ ਨਹੀਂ ਗਾ, ਅਤੇ ਤਾਂ ਕਰਕੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਜੋ ਫੇਰੇ ਲੈਣੇ ਨੇ, ਅਤੇ ਮੈਂ ਇਹੋ ਜਿਹਾ ਕੋਈ ਤਰੀਕਾ ਲੱਭਾਂ ਜਿਹਦੇ ਨਾਲ ਕਿ ਮੇਰਾ ਜੋ ਇਹ ਖੁਸ਼ੀ ਦਾ ਮੌਕਾ ਹੈ ਉਹ ਮੈਂ ਉਸੇ ਤਰ੍ਹਾਂ ਹੀ ਕਰਾਂ ਜਿੱਦਾਂ ਬਾਕੀ ਦੇ ਪੰਜਾਬੀ ਲੋਕ ਕਰਦੇ ਆ। ਸੋ ਉਹਨੇ ਸਿਰਫ ਇੱਕ ਕਲਚਰਲ, ਇੱਕ ਸੱਭਿਆਚਾਰ ਦੇ ਪੱਖ ਤੋਂ ਉਹਨੇ ਇਹ ਵਾਲਾ ਕਾਰਜ ਕੀਤਾ ਹੈ। ਆਪਣੇ ਇਗਨੋਰੈਂਸ ਦੇ, ਆਪਣੀ ਅਣਜਾਣਪੁਣੇ ਦੇ ਵਿੱਚ ਉਹਦੇ ਕੋਲੋਂ ਇਹ ਜੋ ਭੁੱਲ ਹੋਈ ਹੈ, ਗਲਤੀ ਹੋਈ ਹੈ। ਨਾਲ ਹੀ ਮੈਂ ਇਹ ਵੀ ਕਹਿ ਦਿਆਂ ਕਿ ਇਸ ਵੇਲੇ ਜਿਵੇਂ ਸਮਾਜ ਦੀ ਹਾਲਤ ਹੈ, ਲੋਕ ਆਪਣੇ ਆਪ ਨੂੰ ਕੋਈ ਸਮਲਿੰਗੀ ਕਹਿੰਦਾ ਹੈ, ਕੋਈ ਟਰਾਂਸ ਕਹਿੰਦਾ ਹੈ, ਕੋਈ ਆਪਣੇ ਆਪ ਨੂੰ ਬਾਈਸੈਕਸ਼ੂਅਲ ਕਹਿੰਦਾ ਹੈ। ਸੋ ਉਹ ਉਹਨਾਂ ਦੀ ਇੱਛਾ ਹੈ, ਉਹ ਜੋ ਵੀ ਆਪਣੇ ਆਪ ਨੂੰ ਕਹਿਣਾ ਚਾਹੁਣ। ਉਹਨਾਂ ਵਾਸਤੇ ਇਹ ਵੀ ਕਿਹਾ ਜਾਂਦਾ ਹੈ, ਇੱਕ ਐਕਰੋਨਿਮ ਵੀ ਬਣਿਆ LGBTQI+। ਉਹ ਜੋ ਵੀ ਆਪਣੇ ਆਪ ਨੂੰ ਕਹਾਉਣਾ ਚਾਹੁੰਦੇ ਉਹਨਾਂ ਦਾ ਹੱਕ ਹੈ, ਅਤੇ ਮੇਰੇ ਕੋਲ ਕੋਈ ਇਖਤਿਆਰ ਨਹੀਂ ਗਾ, ਮੇਰੇ ਕੋਲ ਕੋਈ ਹੱਕ ਨਹੀਂ ਗਾ ਕਿ ਮੈਂ ਉਹਨਾਂ ਨੂੰ ਆਖਾਂ ਨਹੀਂ ਤੁਸੀਂ ਇਉਂ ਨਹੀਂ, ਤੁਸੀਂ ਐਂ ਕਹੋ। ਜੇ ਤੁਸੀਂ ਇਉਂ ਨਹੀਂ ਕਹਿੰਦੇ ਅਤੇ ਆਪਣੇ ਆਪ ਨੂੰ ਤੁਸੀਂ ਕੁਈਰ ਕਹਿੰਦੇ ਹੋ ਜਾਂ ਤੁਸੀਂ ਆਪਣੇ ਆਪ ਨੂੰ ਟਰਾਂਸਜੈਂਡਰ ਕਹਿੰਦੇ ਹੋ ਅਤੇ ਤੁਸੀਂ ਗਲਤ ਹੋ। ਮੈਂ ਇਸ ਗੱਲ ਦੇ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਰੱਖਦਾ। ਉਹ ਜੋ ਆਪਣੇ ਆਪ ਨੂੰ ਕਹਾਉਣਾ ਚਾਹੁੰਦੇ ਨੇ, ਮੈਨੂੰ ਉਹ ਪ੍ਰਵਾਨ ਹੈ ਅਤੇ ਮੈਂ ਉਹਨਾਂ ਨੂੰ ਉਸੇ ਤਰ੍ਹਾਂ ਹੀ ਕਹਿਣ ਨੂੰ ਤਿਆਰ ਹਾਂ। ਮੈਂ ਇਹ ਵੀ ਨਹੀਂ ਸੋਚਦਾ ਕਿ ਕੋਈ ਵੀ ਮਨੁੱਖ ਕਿਸੇ ਵੀ ਪਿਛੋਕੜ ਦਾ ਭਾਵੇਂ ਕਿਉਂ ਨਾ ਹੋਵੇ, ਉਹਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਪ੍ਰਾਪਤ ਨਹੀਂ ਹੋ ਸਕਦੀ। ਹਰ ਇੱਕ ਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਪਾਤਰ ਬਣਨ ਦਾ ਹੱਕ ਵੀ ਹੈ, ਅਤੇ ਇਹ ਗੁਰੂ ਸਾਹਿਬ ਜੀ ਦੀ ਇੱਛਾ ਹੈ, ਗੁਰੂ ਸਾਹਿਬ ਜੀ ਦੀ ਮਰਜ਼ੀ ਹੈ। ਹਾਂ, ਸਾਨੂੰ ਰਹਿਤ ਵਿੱਚ ਪਰਪੱਕ ਹੋਣਾ, ਉਸ ਕਿਰਪਾ ਨੂੰ ਲੈਣ ਵਾਸਤੇ ਸਾਨੂੰ ਸਿੱਖੀ ਦੇ ਵਿੱਚ ਇਹ ਦੱਸਿਆ ਗਿਆ ਕਿ ਉਹ ਲਾਜ਼ਮੀ ਹੈ। ਪਰ ਜੇ ਕੋਈ ਹੋਰ ਮਨੁੱਖ 'ਤੇ ਗੁਰੂ ਸਾਹਿਬ ਤਰਸ ਕਰਨ, ਕਿਰਪਾ ਕਰਨ, ਉਹਨਾਂ ਦੇ ਅਕਾਲ ਪੁਰਖ ਦੇ ਨਾਲ ਇੱਕ ਮਿੱਕਤਾ ਬਖਸ਼ਿਸ਼ ਕਰ ਦੇਣ, ਅਤੇ ਗੁਰੂ ਸਾਹਿਬ ਜੀ ਦੀ ਖੇਡ ਦਾ ਇੱਕ ਹਿੱਸਾ ਹੈ। ਇਹਦਾ ਮੈਂ ਕੋਈ ਦਾਅਵਾ ਕਰਕੇ ਨਹੀਂ ਕਹਿ ਸਕਦਾ ਵੀ ਜੇ ਕੋਈ LGBTQI ਦਾ ਕੋਈ ਮੈਂਬਰ ਹੈ ਅਤੇ ਉਹਨੂੰ ਗੁਰੂ ਸਾਹਿਬ ਜੀ ਦਾ ਤਰਸ ਨਹੀਂ ਹੋ ਸਕਦਾ, ਅਤੇ ਇਹ ਵੀ ਗੱਲ ਗਲਤ ਹੋਊਗੀ। ਇਸ ਵੀਡੀਓ ਨੂੰ ਜਦੋਂ ਤੁਸੀਂ ਸੁਣਨਾ ਹੈ, ਦੇਖਣਾ ਹੈ, ਇਹਨੂੰ ਸ਼ੇਅਰ ਕਰਨਾ ਹੈ, ਮੈਂ ਇੱਕ ਬੇਨਤੀ ਤਾਂਹੀਓ ਕਰੂੰਗਾ ਕਿ ਕਿਸੇ ਨੇ ਵੀ ਕੋਈ ਭੱਦੇ ਕਮੈਂਟ ਨਾ ਕਰਨੇ, ਕਿਉਂਕਿ ਕਿਸੇ ਦਾ ਵੀ ਆਪਾਂ ਜਦੋਂ ਦਿਲ ਦਿਖਾਉਂਦੇ ਹਾਂ ਨਾ, ਅਤੇ ਉਹ ਗੱਲ ਠੀਕ ਨਹੀਂ ਹੁੰਦੀ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਸੋ ਆਪਾਂ ਉਹਨਾਂ ਹੁਕਮਾਂ ਦੀ ਪਾਲਣਾ ਕਰਨੀ ਹੈ। ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ, ਵਿਸ਼ੇਸ਼ ਤੌਰ 'ਤੇ ਜਿਹਦੀ 'ਤੇ ਮੈਂ ਗੱਲ ਕਰਨੀ ਚਾਹੁੰਦਾ, ਉਹ ਹੈ ਵੀ ਗੁਰਮਤਿ ਦੇ ਵਿੱਚ ਸਮਲਿੰਗੀ ਵਿਆਹ, ਉਹਨਾਂ ਦਾ ਕੀ ਸਥਾਨ ਹੈ, ਕੋਈ ਹੈ ਸਥਾਨ ਕਿ ਨਹੀਂ ਹੈ। ਇਹਦੇ ਬਾਰੇ ਮੈਂ ਤੁਹਾਨੂੰ ਆਪਣੇ ਵਿਚਾਰ ਦੇਣ ਲੱਗਿਆ, ਅਤੇ ਮੈਂ ਚਾਹੁੰਦਾ ਕਿ ਇਹ ਵਾਲੀ ਜਿਹੜੀ ਚਰਚਾ ਹੈ, ਇਹ ਪੰਥ ਦੇ ਵਿੱਚ ਇੱਕ ਬੜੇ ਸੰਜੀਦਗੀ ਦੇ ਮਾਹੌਲ ਦੇ ਵਿੱਚ, ਬੜੇ ਚੰਗੇ ਮਾਹੌਲ ਦੇ ਵਿੱਚ, ਬੜੇ ਸੁਚਾਰੂ ਮਾਹੌਲ ਦੇ ਵਿੱਚ ਇਹ ਚਰਚਾ ਆਰੰਭ ਹੋਵੇ। ਅੱਜ ਤੱਕ ਜਿੰਨੀ ਵੀ ਇਹ ਚਰਚਾ ਸਿੱਖ
ਪਹਿਲੂ ਤੋਂ ਜਦੋਂ ਕੀਤੀ ਗਈ ਹੈ ਉਹ ਕੇਵਲ ਤੇ ਕੇਵਲ ਪੱਛਮ ਦੇ ਵਿੱਚ ਅੰਗਰੇਜ਼ੀ ਭਾਸ਼ਾ ਦੇ ਵਿੱਚ ਕੀਤੀ ਗਈ ਹੈ। ਪੰਜਾਬੀ ਦੇ ਵਿੱਚ ਇਸ ਜੋ ਡਾਇਲੋਗ ਨੂੰ, ਇਸ ਚਰਚਾ ਨੂੰ ਬਹੁਤਾ ਕਿਸੇ ਨੇ ਇਹਦੇ ਬਾਰੇ ਗੱਲਬਾਤ ਨਹੀਂ ਕੀਤੀ। ਇਸ ਤੋਂ ਪਹਿਲਾਂ ਕਿ ਮੈਂ ਸਮਲਿੰਗੀ ਵਿਆਹ ਅਤੇ ਗੁਰਮਤਿ ਦੀ ਗੱਲ ਕਰਾਂ, ਆਪਾਂ ਨੂੰ ਇਹ ਬਹੁਤ ਜ਼ਰੂਰੀ ਹੈ ਕਿ ਇਹ ਸਾਨੂੰ ਇਹ ਪਤਾ ਹੋਵੇ ਕਿ ਜਿਹੜਾ ਸਮਾਜ ਹੈ ਉਹ ਕਿਵੇਂ ਬਣਦਾ ਹੈ, ਕਿਵੇਂ ਬਣਿਆ। ਹਜ਼ਾਰਾਂ ਸਾਲ ਪਹਿਲਾਂ ਜਦੋਂ ਮਨੁੱਖ ਹੋਂਦ ਵਿੱਚ ਆਇਆ, ਸ੍ਰਿਸ਼ਟੀ ਸਜੀ, ਮਨੁੱਖ ਬਣਿਆ, ਸਮਾਜ ਬਣਨਾ ਤਿਆਰ ਹੋਇਆ, ਅਤੇ ਉਦੋਂ ਬੜੇ ਲੋਕ ਆਪੋ ਆਪਣੇ ਢੰਗ ਨਾਲ ਜਿਉਂਦੇ ਸੀ। ਹੌਲੀ ਹੌਲੀ ਨਿਯਮ ਬਣਨੇ ਸ਼ੁਰੂ ਹੋਏ, ਸਾਰਾ ਕੁਛ ਰੈਗੂਲੇਟ ਹੋਣਾ ਸ਼ੁਰੂ ਹੋਇਆ, ਔਰਗਨਾਈਜ਼ ਹੋਇਆ, ਅਤੇ ਉਸ ਪ੍ਰੋਸੈਸ ਦੇ ਵਿੱਚੋਂ ਲੰਘਦਿਆਂ ਹੋਇਆਂ ਵੱਖਰੀਆਂ ਵੱਖਰੀਆਂ ਸੋਚ ਪ੍ਰਣਾਲੀਆਂ ਨੇ ਜਨਮ ਲਿਆ, ਅਤੇ ਕਈ ਧਰਮ ਬਣੇ, ਕਈ ਰਾਜ ਬਣੇ, ਕਈ ਹੱਦਾਂ ਮਿਥੀਆਂ ਗਈਆਂ ਵੀ ਹਾਂ ਆਹ ਸੋਚ ਇਸ ਤਰ੍ਹਾਂ ਹੈ, ਆਹ ਸੋਚ ਉਸ ਤਰ੍ਹਾਂ ਹੈ, ਅਤੇ ਕਈ ਨੈਤਿਕ ਅਸੂਲ ਘੜੇ ਗਏ। ਅਤੇ ਇਹਦਾ ਨਤੀਜਾ ਇਹ ਹੋਇਆ ਬਈ ਕਈ ਲੋਕ ਆਸਤਕ ਬਣ ਗਏ ਅਤੇ ਕਈ ਲੋਕ ਨਾਸਤਕ ਬਣ ਗਏ। ਨਾਸਤਕ ਲੋਕ ਰੱਬ ਦੀ ਹੋਂਦ ਤੋਂ ਮੁਨਕਰ ਸੀ, ਅਤੇ ਆਸਤਕ ਲੋਕ ਜਿਹੜੇ ਸੀ ਉਹ ਰੱਬ ਨੂੰ ਉਹ ਮੰਨਦੇ ਸੀ। ਵੱਖਰੇ ਵੱਖਰੇ ਧਰਮ ਸੀ, ਉਹ ਆਸਤਕ ਨੇ, ਅਤੇ ਕਈ ਰੱਬ ਦੀ ਹੋਂਦ ਨੂੰ ਮੰਨਦੇ ਨੇ ਅਤੇ ਕਈ ਨਹੀਂ ਮੰਨਦੇ। ਇਹ ਅੱਜ ਸਾਨੂੰ ਸਮਝਣ ਦੀ ਲੋੜ ਹੈ ਕਿ ਸਮਾਜ ਹੋਵੇ ਜਾਂ ਕੋਈ ਧਾਰਮਿਕ ਸੋਚ ਪ੍ਰਣਾਲੀ ਹੋਵੇ, ਇਹ ਜ਼ਰੂਰੀ ਨਹੀਂ ਗਾ ਕਿ ਇਹਨਾਂ ਦੋਨਾਂ ਦੀ ਜਿਹੜੀ ਸੋਚ ਹੈ ਉਹ ਬਰਾਬਰ ਤੁਰੇ। ਹੁਣ ਆਪਾਂ ਸਿੱਖ ਕੌਮ ਦੀ ਗੱਲ ਕਰ ਲਈਏ, ਪੰਥ ਦੀ ਗੱਲ ਕਰ ਲਈਏ, ਕਿ ਇਹ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਇੱਕ ਪਾਸੇ ਸਮਾਜ ਹੈ ਅਤੇ ਦੂਜੇ ਪਾਸੇ ਪੰਥ ਹੈ। ਥੋੜ੍ਹਾ ਬਹੁਤਾ ਓਵਰਲੈਪ ਹੋਣਾ ਬੜਾ ਲਾਜ਼ਮੀ ਹੈ, ਉਹ ਪ੍ਰਭਾਵ ਪੈਂਦਾ ਹੈ ਸਮਾਜ ਦਾ ਪੰਥ 'ਤੇ ਅਤੇ ਪੰਥ ਦਾ ਸਮਾਜ 'ਤੇ। ਗੁਰੂ ਸਾਹਿਬ ਜੀ ਨੇ ਜੋ ਅਸੂਲ ਪੰਥ ਦੇ ਬਣਾਏ ਉਹ ਇਸ ਕਰਕੇ ਬਣਾਏ ਕਿ ਪੰਥ ਦੇ ਜਿੰਨੇ ਵੀ ਫੋਲੋਵਰ ਸੀ, ਪੰਥ ਦੇ ਜਿੰਨੇ ਵੀ ਅਨੁਆਈ ਸੀ, ਉਹ ਸਮਾਜ ਦੇ ਮਾੜੇ ਅਸਰਾਂ ਤੋਂ ਬਚ ਕੇ ਜੋ ਟੀਚਾ ਮਿਥਿਆ ਪੰਥ ਦਾ ਉਹਨੂੰ ਪ੍ਰਾਪਤ ਕਰ ਲੈਣ, ਅਤੇ ਨਾਲ ਨਾਲ ਜੇ ਪੰਥ ਦਾ ਜਿਹੜਾ ਚੰਗਾ ਪ੍ਰਭਾਵ ਹੈ ਉਹ ਸਮਾਜ 'ਤੇ ਵੀ ਪਾ ਦੇਣ। ਸੋ ਇਹ ਬੜਾ ਲਾਜ਼ਮੀ ਹੈ ਸਾਨੂੰ ਧਿਆਨ ਵਿੱਚ ਰੱਖਣਾ ਕਿ ਸਮਾਜ ਇੱਕ ਪਾਸੇ ਹੈ ਅਤੇ ਕੌਮ ਅਤੇ ਪੰਥ ਅਤੇ ਧਰਮ ਉਹ ਇੱਕ ਪਾਸੇ ਹੈ। ਮਿਸਾਲ ਦੇ ਤੌਰ 'ਤੇ ਹੁਣ ਤੁਸੀਂ ਕਈ ਲੋਕਾਂ ਨੂੰ ਦੇਖਿਆ ਹੋਊਗਾ, ਉਹ ਕਹਿੰਦੇ ਆ ਵੀ ਅਸੀਂ ਪੰਜਾਬੀ ਹਾਂ। ਮੈਂ ਬੀਬੀਆਂ ਦੀ ਗੱਲ ਕਰ ਲਾਂ, ਬੰਦਿਆਂ ਦੀ ਗੱਲ ਕਰ ਲਾਂ, ਭਾਵੇਂ ਗੱਲ ਇੱਕੋ ਹੀ ਹੈ। ਹੁਣ ਕੱਪੜੇ ਨੇ ਕਈ ਤਰ੍ਹਾਂ ਦੇ ਲੋਕ ਪਾਉਂਦੇ ਨੇ। ਹੁਣ ਜੇ ਤੁਸੀਂ ਕਿਸੇ ਆਮ ਸਮਾਜ ਦੇ ਵਿੱਚ ਜਾਓਗੇ, ਤੁਸੀਂ ਦੇਖੋਗੇ ਬੀਬੀਆਂ ਨੇ ਨਿੱਕਰਾਂ ਪਾਈਆਂ ਹੁੰਦੀਆਂ, ਉਹ ਪੱਟ ਨੰਗੇ ਹੁੰਦੇ ਆ, ਢਿੱਡ ਵੀ ਨੰਗਾ ਹੁੰਦਾ, ਛੋਟੀ ਜਿਹੀ ਉੱਪਰ ਫਤੋਈ ਜਿਹੀ ਪਾਈ ਹੁੰਦੀ ਹੈ। ਪਰ ਜੇ ਤੁਸੀਂ ਕਿਸੇ ਧਾਰਮਿਕ ਬੀਬੀ ਨੂੰ ਦੇਖੋਗੇ ਤਾਂ ਉਹਨੇ ਸੂਟ ਪਾਇਆ ਹੋਊਗਾ, ਸਿਰ 'ਤੇ ਦਸਤਾਰ ਹੋਊਗੀ, ਜਾਂ ਉਹਨੇ ਚੁੰਨੀ ਲਈ ਹੋਊਗੀ, ਉਹਦੇ ਕੋਲੇ 5 ਕਕਾਰ ਹੋਣਗੇ, ਕਈਆਂ ਨੇ ਉੱਪਰ ਦੀ ਗਾਥਰਾ ਕਿਰਪਾਨ ਪਾਇਆ ਹੁੰਦਾ। ਉਹਨਾਂ ਬੀਬੀਆਂ 'ਤੇ ਸਮਾਜ ਦਾ ਜਿਹੜਾ ਅਸਰ ਹੈ ਉਹ ਉਹਨਾਂ ਦੇ ਡਰੈਸ ਕੋਡ ਤੱਕ, ਪਹਿਰਾਵੇ ਤੋਂ ਜੇ ਆਪਾਂ ਦੇਖੀਏ ਤਾਂ ਉਹਨਾਂ ਨੇ ਉਸ ਦਾ ਉਹਨੂੰ ਬਚਾ ਕੇ ਆਪਣੇ ਆਪ ਨੂੰ ਰੱਖਿਆ ਹੋਇਆ ਹੈ। ਉਹਨਾਂ ਨੇ ਆਪਣੀ ਜੋ ਪਹਿਰਾਵਾ ਹੈ ਉਹ ਆਪਣੇ ਜੋ ਪੰਥ ਦਾ ਵੱਲੋਂ ਉਹਨਾਂ ਨੂੰ ਹੁਕਮ ਹੈ ਉਹਨੂੰ ਉਹਨਾਂ ਨੇ ਮੰਨਿਆ ਹੋਇਆ, ਜੀਵਨ ਵਿੱਚ ਉਹਨਾਂ ਨੇ ਅਪਣਾਇਆ ਹੋਇਆ। ਕਈ ਲੋਕ ਨੇ ਮੇਰੇ ਵੀਰ ਮੈਂ ਜਾਣਦਾ, ਉਹਨਾਂ ਨੇ ਆਪਣੇ ਲਿਕਰ ਸਟੋਰ ਵੇਚ ਕੇ ਅਤੇ ਹੋਰ ਬਿਜ਼ਨਸ ਕਰਨੇ ਸ਼ੁਰੂ ਕੀਤੇ, ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਬੜੀ ਅੰਦਰੋਂ ਤਕਲੀਫ ਸੀ, ਦੁੱਖ ਸੀ ਕਿ ਅਸੀਂ ਸਿੱਖ ਹੁੰਦਿਆਂ ਹੋਇਆਂ ਲਿਕਰ ਸਟੋਰਾਂ ਦੇ ਵਿੱਚ ਸ਼ਰਾਬ ਵੇਚਦੇ ਹਾਂ, ਤੰਬਾਕੂ ਵੇਚਦੇ ਹਾਂ, ਇਹ ਸਾਨੂੰ ਸ਼ੋਭਾ ਨਹੀਂ ਦਿੰਦਾ। ਸੋ ਸਮਾਜ ਕਹਿੰਦਾ ਵੀ ਵੇਚ ਲਓ ਤਾਂ ਕੀ ਹੈ, 4 ਪੈਸੇ ਬਣ ਜਾਣਗੇ, ਤੰਬਾਕੂ ਵੇਚ ਵੀ ਲਓ, ਤੁਸੀਂ ਕਿਹੜਾ ਤੰਬਾਕੂ ਪੀਣਾ ਹੈ। ਪਰ ਜਿਹੜੇ ਗੁਰਸਿੱਖ ਹੈ ਉਹ ਇਹ ਕਹਿੰਦੇ ਵੀ ਨਹੀਂ, ਅਸੀਂ ਇਹ ਕੰਮ ਨਹੀਂ ਕਰ ਸਕਦੇ, ਸਾਨੂੰ ਗੁਰੂ ਨੇ ਇਹਨਾਂ ਤੋਂ ਵਰਜਿਆ, ਅਤੇ ਅਸੀਂ ਇਸ ਜੋ ਸਮਾਜ, ਹਾਂ ਪੈਸੇ 4 ਸਾਨੂੰ ਘੱਟ ਆ ਜਾਣਗੇ ਉਹ ਠੀਕ ਹੈ, ਪਰ ਅਸੀਂ ਗੁਰੂ ਤੋਂ ਸੱਚੇ ਹੋਣਾ ਚਾਹੁੰਦੇ ਹਾਂ। ਸੋ ਇਹ ਰਿਲੇਸ਼ਨਸ਼ਿਪ ਜਿਹੜਾ ਹੈ, ਇਹ ਜੋ ਸੰਬੰਧ ਹੈ ਸਮਾਜ ਦਾ ਅਤੇ ਕੌਮ ਦਾ, ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਗਲਾ ਪਹਿਲੂ ਆਇਆ ਜੋ ਆਮ ਤੌਰ 'ਤੇ ਕੌਮ ਦੇ ਵਿੱਚ ਬਹੁਤ ਘੱਟ ਜਿਹਦੇ 'ਤੇ ਵਿਚਾਰ ਕੀਤੀ ਜਾਂਦੀ ਹੈ, ਉਹ ਹੈ ਕਾਮ ਵਾਸ਼ਨਾ ਦਾ ਪੱਖ। ਕਾਮ, ਕ੍ਰੋਧ, ਲੋਭ, ਅਹੰਕਾਰ, ਅਸੀਂ ਜਾਣਦੇ ਹਾਂ ਵੀ ਇਹ 5 ਵਿਕਾਰ ਨੇ, ਅਤੇ ਕਿੱਦਾਂ ਸਾਡੀ ਸੋਚ ਨੂੰ ਇਹ ਪਰਿਵਰਤਨ ਕਰਦੇ ਨੇ, ਅਤੇ ਸਾਨੂੰ ਰੱਬ ਦੀ ਪ੍ਰਾਪਤੀ, ਅਕਾਲ ਪੁਰਖ ਦੀ ਪ੍ਰਾਪਤੀ, ਗੁਰੂ ਸਾਹਿਬ ਜੀ ਦੀ ਖੁਸ਼ੀ ਵਿੱਚ ਕਿੱਦਾਂ ਇਹ ਇੱਕ ਅੜਿੱਕਾ ਬਣ ਕੇ ਸਾਹਮਣੇ ਖੜ੍ਹੇ ਹੋ ਜਾਂਦੇ ਆ। ਜੇ ਆਪਾਂ ਸਮਾਜ ਵੱਲੋਂ ਦੇਖੀਏ, ਕਈ ਲੋਕ ਵਿਹੰਗਮ ਨੇ, ਉਹ ਵਿਆਹ ਨਹੀਂ ਕਰਾਉਂਦੇ,
ਉਹ ਕਹਿੰਦੇ ਨੇ ਸਾਨੂੰ ਇਹ ਢੰਗ ਹੈ ਕਾਮ ਵਾਸ਼ਨਾ ਨੂੰ ਵਸ ਵਿੱਚ ਰੱਖਣ ਦਾ, ਅਸੀਂ ਵਿਆਹ ਨਹੀਂ ਕਰਾਉਣਾ। ਕਈ ਲੋਕ ਕਹਿੰਦੇ ਨੇ ਵੀ ਅਸੀਂ ਕੇਵਲ ਇੱਕ ਵਿਆਹ ਕਰਾਉਣਾ ਹੈ, ਇੱਕ ਸਾਡੀ ਵਹੁਟੀ ਹੈ, ਇੱਕ ਸਾਡੀ ਪਤਨੀ ਹੈ, ਅਤੇ ਇੱਕ ਸਾਡਾ ਹਸਬੈਂਡ ਹੈ, ਸਾਡਾ ਘਰ ਵਾਲਾ ਹੈ, ਅਤੇ ਉਹਨੂੰ ਮੋਨੋਗੈਮਸ ਰਿਲੇਸ਼ਨਸ਼ਿਪ ਅੰਗਰੇਜ਼ੀ ਵਿੱਚ ਕਹਿੰਦੇ ਆ। ਕਈ ਕਹਿੰਦੇ ਆ ਵੀ ਇੱਕ ਰਾਜਾ ਹੈ, ਉਹਦੀਆਂ ਕਈ ਰਾਣੀਆਂ ਨੇ, ਅਤੇ ਕਈਆਂ ਸਮਾਜ ਦੇ ਵਿੱਚ ਕਈਆਂ ਥਾਵਾਂ ਦੇ ਉੱਤੇ ਇਹ ਵੀ ਹੈ ਵੀ ਇੱਕ ਜਨਾਨੀ ਦੇ ਕਈ ਪਤੀ ਵੀ ਹੁੰਦੇ ਨੇ, ਉਹਨੂੰ ਪੋਲੀਗੈਮੀ ਵੀ ਕਿਹਾ ਜਾਂਦਾ। ਕਈ ਲੋਕ ਕਹਿੰਦੇ ਨੇ ਬਈ ਅਸੀਂ ਹੈਟਰੋਸੈਕਸ਼ੂਅਲ ਹਾਂ, ਮਤਲਬ ਕਿ ਉਹ ਜਿਹੜਾ ਕਾਮ ਦਾ ਸੰਬੰਧ ਹੈ ਉਹ ਦੂਜੇ ਆਪਣੇ ਲਿੰਗ ਦੇ ਨਾਲ ਕਰਦੇ ਨੇ, ਜਿਹੜੇ ਮਰਦ ਨੇ ਉਹ ਜਨਾਨੀਆਂ ਨਾਲ ਕਰਦੇ ਨੇ, ਜਨਾਨੀਆਂ ਜਿਹੜੀਆਂ ਨੇ ਉਹ ਮਰਦ ਨਾਲ ਕਰਦੀਆਂ ਨੇ, ਹੈਟਰੋਸੈਕਸ਼ੂਅਲ ਰਿਲੇਸ਼ਨਸ਼ਿਪ ਕਹਿੰਦੇ ਨੇ। ਕਈ ਜਿਹੜੇ ਸਮਲਿੰਗੀ ਨੇ ਉਹਨਾਂ ਨੂੰ ਹੋਮੋਸੈਕਸ਼ੂਅਲ ਵੀ ਕਿਹਾ ਜਾਂਦਾ ਹੈ। ਅਤੇ ਤੁਹਾਨੂੰ ਇਸ ਗੱਲ ਦਾ ਵੀ ਪਤਾ ਹੋਊਗਾ ਕਈ ਉਹ ਨੇ ਜਿਹੜੇ ਕਹਿੰਦੇ ਨੇ ਵੀ ਜਿਹੜਾ ਆਇਆ ਸਾਨੂੰ ਉਹੀ ਪ੍ਰਵਾਨ ਹੈ, ਜਨਾਨੀ ਆ ਜਾਵੇ ਤਾਂ ਅਸੀਂ ਜਨਾਨੀ ਨਾਲ ਵੀ ਕਾਮ ਭੋਗ ਲਾਂਗੇ, ਅਤੇ ਜੇ ਮਰਦ ਆ ਜਾਵੇ ਤਾਂ ਅਸੀਂ ਮਰਦ ਨਾਲ ਵੀ ਕਾਮ ਭੋਗ ਲਾਂਗੇ, ਅਤੇ ਜਨਾਨੀਆਂ ਜਨਾਨੀਆਂ ਨਾਲ ਵੀ ਕਰ ਲੈਣਗੀਆਂ, ਜਨਾਨੀਆਂ ਮਰਦ ਨਾਲ ਵੀ ਕਰ ਲੈਣਗੀਆਂ। ਸੋ ਇਹ ਭੰਬਲ ਭੂਸਾ ਸਮਾਜ ਦੇ ਵਿੱਚ ਅੱਜ ਕਾਫੀ ਹੱਦ ਤੱਕ ਫੈਲਿਆ ਹੋਇਆ। ਕਈ ਇਹ ਸਮਝਦੇ ਨੇ ਬਈ ਜਦੋਂ ਦੋ ਜਣਿਆਂ ਦਾ ਵਿਆਹ ਹੁੰਦਾ ਹੈ ਉਹਨਾਂ ਨੂੰ ਜਾਤੀ ਸਤੀ ਹੋਣਾ ਬਹੁਤ ਜ਼ਰੂਰੀ ਹੈ, ਉਹਨਾਂ ਦਾ ਇੱਕ ਦੂਜੇ ਪ੍ਰਤੀ ਭਰੋਸਾ, ਉਹਨਾਂ ਦਾ ਇੱਕ ਦੂਜੇ 'ਤੇ ਇਤਬਾਰ ਹੋਣਾ ਬਹੁਤ ਜ਼ਰੂਰੀ ਹੈ। ਅਤੇ ਕਈ ਇਸ ਗੱਲ ਨੂੰ ਜਾਣਦਿਆਂ ਹੋਇਆਂ ਵੀ ਕਿ ਕੋਈ ਵੀ ਧਰਮ ਐਸਾ ਨਹੀਂ ਜਿਹੜਾ ਇਸ ਗੱਲ ਦੀ ਆਗਿਆ ਦਿੰਦਾ ਹੈ ਕਿ ਹਾਂ ਸਾਨੂੰ ਜੱਤ ਸੱਤ ਵਿੱਚ ਪੱਕੇ ਰਹਿਣਾ ਲਾਜ਼ਮੀ ਹੈ। ਉਹ ਜਿਹੜਾ ਹੁਕਮ ਹੈ ਹਰ ਧਰਮ ਦਾ ਵੀ ਆਪਾਂ ਇੱਕ ਦੂਜੇ ਦੇ ਪ੍ਰਤੀ ਇਮਾਨਦਾਰ ਹੋਣਾ ਹੈ, ਉਹ ਫਿਰ ਵੀ ਉਹ ਬੇਈਮਾਨੀ ਕਰਦੇ ਨੇ, ਉਹ ਪਰ ਨਾਰੀ ਦੇ ਨਾਲ ਜਾਂ ਪਰ ਪੁਰਖ ਦੇ ਨਾਲ ਉਹ ਸੰਬੰਧ ਬਣਾਉਂਦੇ ਨੇ, ਉਹ ਇਨਫਿਡੈਲਿਟੀ ਉਹਦੇ ਵਿੱਚ ਉਹ ਗਰਸ ਜਾਂਦੇ ਨੇ। ਅਤੇ ਕਈ ਇਹੋ ਜਿਹੇ ਵੀ ਨੇ ਜਿਹੜੇ ਕਹਿੰਦੇ ਨੇ ਸਾਡੀ ਤਾਂ ਜੀ ਓਪਨ ਮੈਰਿਜ ਹੈ, ਅਸੀਂ ਦੋਨੇ ਹਸਬੈਂਡ ਵਾਈਫ ਹਾਂ, ਅਸੀਂ ਇਕੱਠੇ ਰਹਿੰਦੇ ਹਾਂ, ਪਰ ਮੈਨੂੰ ਨਹੀਂ ਫਿਕਰ ਮੇਰਾ ਹਸਬੈਂਡ ਜਾ ਕੇ ਕਿਸੇ ਹੋਰ ਜਨਾਨੀ ਨਾਲ ਸੌਂਦਾ, ਜਾਂ ਕਿ ਮੇਰੇ ਹਸਬੈਂਡ ਨੂੰ ਨਹੀਂ ਫਿਕਰ ਵੀ ਮੈਂ ਕਿਸੇ ਹੋਰ ਬੰਦੇ ਨਾਲ ਜਾ ਕੇ ਸੌਂਦੀ ਹਾਂ ਜਾਂ ਜਨਾਨੀ ਨਾਲ ਜਾ ਕੇ ਸੌਂਦੀ ਹਾਂ। ਸਾਡਾ ਰਿਲੇਸ਼ਨਸ਼ਿਪ ਬਿਲਕੁਲ ਖੁੱਲ੍ਹਾ ਹੈ। ਇਹਨੂੰ ਇੱਥੇ ਪੱਛਮ ਦੇ ਵਿੱਚ ਓਪਨ ਮੈਰਿਜ ਕਿਹਾ ਜਾਂਦਾ ਹੈ। ਇਕੱਲਾ ਇੰਨਾ ਹੀ ਨਹੀਂ, ਹੁਣ ਕਈ ਮਨੋ ਰੋਗੀ ਵੀ ਨੇ ਜਿਨ੍ਹਾਂ ਦੀ ਬਿਰਤੀ ਇਹ ਹੈ ਕਿ ਉਹਨਾਂ ਨੂੰ ਕਾਮ ਭਾਵਨਾ ਬੱਚਿਆਂ ਨੂੰ ਵੇਖ ਕੇ ਅੰਦਰ ਜ਼ਿਆਦਾ ਉਤੇਜਿਤ ਹੁੰਦੀਆਂ ਨੇ। ਉਹ ਬੱਚੇ ਨਾਲ ਕੁਕਰਮ ਕਰਕੇ ਆਪਣੀ ਤਸੱਲੀ ਮਹਿਸੂਸ ਕਰਦੇ ਨੇ। ਇਹ ਇੱਕ ਤਰ੍ਹਾਂ ਦੀ ਬਿਮਾਰੀ ਹੈ, ਪਰ ਇਹ ਸਮਾਜ ਵਿੱਚ ਪ੍ਰਚਲਿਤ ਹੈ। ਇਹਨੂੰ ਪੀਡੋਫੀਲੀਆ ਵੀ ਕਹਿੰਦੇ ਨੇ। ਅਤੇ ਕਈ ਲੋਕ ਐਸੇ ਨੇ ਜਿਹੜੇ ਜਾਨਵਰਾਂ ਦੇ ਨਾਲ ਕਾਮ ਭੋਗਦੇ ਨੇ, ਉਹਨੂੰ ਬੇਸਟਿਲਿਟੀ ਕਹਿੰਦੇ ਨੇ। ਸੋ ਇਹ ਸਮਾਜ ਦੇ ਵਿੱਚ ਕਾਮ ਵਾਸ਼ਨਾ ਦੇ ਬੜੇ ਵੱਖਰੇ ਵੱਖਰੇ ਜੋ ਪ੍ਰਚਲਿਤ ਜੋ ਲੋਕਾਂ ਦੇ ਸੁਭਾਅ ਨੇ, ਮੈਂ ਉਹਨਾਂ ਬਾਰੇ ਤੁਹਾਨੂੰ ਦੱਸਿਆ। ਅਤੇ ਹੁਣ ਇਹ ਚੀਜ਼ਾਂ ਸਾਰੀਆਂ ਪ੍ਰਚਲਿਤ ਨੇ, ਇਹ ਸਾਰੀਆਂ ਬਿਰਤੀਆਂ ਨੇ ਇੱਥੇ ਸਮਾਜ ਦੇ ਵਿੱਚ, ਇਹ ਪ੍ਰਚਲਿਤ ਨੇ, ਪਰ ਸਮਾਜ ਇਹਨਾਂ ਨੂੰ ਕਿਵੇਂ ਦੇਖਦਾ ਹੈ? ਸਮਾਜ ਨੇ ਇਹਨਾਂ ਬਾਰੇ ਕੀ ਕੀਤਾ? ਸਮਾਜ ਨੇ ਕਿਹਾ ਕਿ ਆਹ ਜਿਹੜੀਆਂ ਬਿਰਤੀਆਂ ਨੇ, ਜਿਹੜੀਆਂ ਪ੍ਰਵਿਰਤੀਆਂ ਨੇ, ਇਹ ਅਸੀਂ ਪ੍ਰਵਾਨ ਕਰਦੇ ਹਾਂ, ਇਹ ਠੀਕ ਨੇ। ਹੁਣ ਜਿਵੇਂ ਇੱਕ ਮਨੁੱਖ ਅਤੇ ਇੱਕ ਔਰਤ ਹੈ, ਇਹਨਾਂ ਦਾ ਵਿਆਹ ਹੋਇਆ, ਇਹ ਬਹੁਤ ਦੇਰ ਤੱਕ ਇਹ ਗੱਲ ਸਮਾਜ ਨੇ ਪ੍ਰਵਾਨ ਕੀਤੀ ਰੱਖੀ ਹੈ। ਅਤੇ ਕੁਛ ਇੱਕ ਇਹੋ ਜਿਹੀਆਂ ਜੋ ਗੱਲਾਂ ਨੇ ਉਹ ਅਪਰਵਾਨ ਕਰ ਦਿੱਤੀਆਂ ਗਈਆਂ। ਉਹ ਕਿਹਾ ਵੀ ਇਹ ਨਹੀਂ, ਇਹ ਸਾਨੂੰ ਪ੍ਰਵਾਨ ਨਹੀਂ ਹੈ, ਇਹ ਗੱਲਾਂ ਗਲਤ ਨੇ। ਬੱਚੇ ਦੇ ਨਾਲ ਕੁਕਰਮ ਕਰਨਾ ਇਹ ਬਹੁਤ ਮਾੜੀ ਗੱਲ ਹੈ। ਆਪਣੀ ਓਪਨ ਮੈਰਿਜ ਕਰਨੀ ਇਹ ਤਾਂ ਭਾਈ ਸਾਨੂੰ ਸ਼ਰਮ ਆਉਂਦੀ, ਇਹ ਜੇ ਤਾਂ ਆਪਾਂ ਬਿਲਕੁਲ ਨਹੀਂ ਕੋਈ ਕੁਕਰਮ ਕਰਨਾ ਵੀ ਸਾਡੀ ਓਪਨ ਮੈਰਿਜ ਹੋਵੇ, ਜਿੱਥੇ ਮਰਜ਼ੀ ਅਸੀਂ ਜਾ ਕੇ ਖੇ ਖਾਂਦੇ ਰਹੀਏ ਅਤੇ ਉਹ ਕਹੀਏ ਅਸੀਂ ਇਹ ਵੀ ਸਾਡਾ ਦੋਵਾਂ ਦਾ ਆਪੋ 'ਚ ਵਿਆਹ ਹੋਇਆ। ਪਰ ਕਲਯੁਗ ਦਾ ਸਮਾਂ, ਹੁਣ ਕੀਤਾ ਵੀ ਕੀ ਜਾਵੇ। ਸਮਾਜ ਦੇ ਉੱਤੇ ਕਲਯੁਗ ਦਾ ਪ੍ਰਭਾਵ ਪੈਣਾ, ਅਤੇ ਸਮਾਜ ਦੀ ਜਿਹੜੀ ਸੋਚ ਹੈ ਉਹ ਕਲਯੁਗ ਦੇ ਪ੍ਰਭਾਵ ਥੱਲੇ ਤਬਦੀਲ ਹੁੰਦੀ ਰਹਿੰਦੀ ਹੈ। ਹੁਣ ਜਿਵੇਂ ਤੁਹਾਨੂੰ ਪਤਾ ਹੋਊਗਾ, ਜਦੋਂ ਅਸੀਂ ਛੋਟੇ ਹੁੰਦੇ ਸੀ ਅਤੇ ਉਦੋਂ ਜਦੋਂ ਕਿਸੇ ਦਾ ਨਾ ਤਲਾਕ ਹੋਣਾ ਹੋਵੇ ਅਤੇ ਬੜਾ ਮਤਲਬ ਨਾ ਕੰਨਾਂ 'ਚ ਗੱਲਾਂ ਕਰਦੇ ਸੀ, ਅਖੇ ਅਗਲੇ ਦਾ ਤਲਾਕ ਹੋ ਗਿਆ। ਕਿਉਂਕਿ ਤਲਾਕ ਹੁੰਦੇ ਨਹੀਂ ਸੀ, ਕਿਉਂਕਿ ਉਹ ਇੱਕ ਨਾਰੀ ਜਤੀ ਹੋਏ, ਉਹ ਇੱਕ ਨਾਰੀ ਦੇ ਨਾਲ ਵਿਆਹ ਹੁੰਦਾ ਸੀਗਾ, ਅਤੇ ਉਹ ਮਰਦੇ ਦਮ ਤੱਕ ਇਕੱਠੇ ਰਹਿੰਦੇ ਸੀ ਦੰਪਤੀ, ਭਾਵੇਂ ਉਹ ਹਿੰਦੁਸਤਾਨ ਹੋਵੇ ਭਾਵੇਂ ਉਹ ਪੱਛਮ ਹੋਵੇ, ਸਾਰੇ ਪਾਸੇ ਲੋਕਾਂ ਨੂੰ 50-50 60-60 ਸਾਲ ਇਕੱਠੇ ਵਿਆਹ 'ਚ ਰਹਿੰਦੇ ਸੀਗੇ, ਅਤੇ ਮਗਰੋਂ ਮੌਤ ਤੱਕ ਵੀ ਉਹਨਾਂ ਦਾ ਮਤਲਬ ਉਹ ਇਕੱਠੇ ਰਹਿੰਦੇ ਸੀ। ਸੋ ਉਦੋਂ ਤਲਾਕ ਜਿਹੜਾ ਸੀ ਉਹਨੂੰ ਬੜਾ ਮਾੜਾ ਸਮਝਿਆ ਜਾਂਦਾ ਸੀ, ਗਲਤ ਸਮਝਿਆ ਜਾਂਦਾ ਸੀ। ਅਤੇ ਹੁਣ ਜੇ ਕਿਸੇ ਦਾ ਤਲਾਕ ਹੋ ਜਾਏ ਤਾਂ ਉਹ ਕਹਿੰਦਾ ਨਹੀਂ ਕੋਈ ਗੱਲ ਨਹੀਂ। ਕਈਆਂ ਦੇ 2 ਵਿਆਹ, ਕਿਸੇ ਦੇ 3 ਵਿਆਹ, ਕਿਸੇ ਦੇ ਹੋਰ ਨੇ, ਇੱਕ ਛੱਡੀ ਦੂਜੇ ਨਾਲ ਕਰਾ ਲਿਆ, ਉਹ ਦੂਜਾ ਛੱਡਿਆ ਤੀਜੇ ਨਾਲ ਕਰਾ ਲਿਆ। ਸੋ ਇਹ ਜੋ ਪ੍ਰਵਿਰਤੀ ਹੈ, ਇਹ ਕਲਯੁਗ ਦਾ ਜੋ ਪ੍ਰਭਾਵ ਸਮਾਜ 'ਤੇ ਪਿਆ, ਇਹ ਇਸ ਸੋਚ ਨੂੰ ਉਹਨੇ ਤਬਦੀਲ ਕਰ ਦਿੱਤਾ।
ਹੁਣ ਇਸੇ ਤਰ੍ਹਾਂ ਹੀ ਹੋਮੋਸੈਕਸ਼ੁਅਲਿਟੀ ਹੈ। ਹੋਮੋਸੈਕਸ਼ੁਅਲਿਟੀ ਨੂੰ ਪਹਿਲਾਂ ਲੋਕ ਮਾੜਾ ਸਮਝਦੇ ਸੀ, ਹੁਣ ਉਹ ਇੱਕ ਤਰ੍ਹਾਂ ਦੀ ਸਮਾਜ ਦੇ ਵਿੱਚ ਜੋ ਪ੍ਰਵਿਰਤੀ ਬਦਲੀ, ਲੋਕਾਂ ਵਿੱਚ ਰੌਲਾ ਪਿਆ, ਬੜੇ ਨਾਅਰੇ ਲੱਗੇ, ਇੱਥੇ ਬੜੇ ਰਾਜਨੀਤਿਕ ਤੌਰ 'ਤੇ ਪ੍ਰੈਸ਼ਰ ਪਾਏ ਗਏ ਅਤੇ ਸੁਪਰੀਮ ਕੋਰਟ ਨੇ ਹੋਰ ਯੂਰਪ ਦੇ ਵਿੱਚ, ਅਮਰੀਕਾ ਦੇ ਵਿੱਚ ਇਹ ਕਿਹਾ ਵੀ ਨਹੀਂ, ਜੋ ਹੋਮੋਸੈਕਸ਼ੁਅਲਿਟੀ ਹੈ ਵੀ ਇਹ ਠੀਕ ਹੈ, ਅਤੇ ਜੇ ਇਹ ਚਾਹੁਣ ਤਾਂ ਆਪਦਾ ਵਿਆਹ ਕਰਾ ਸਕਦੇ ਇੱਕ ਦੂਜੇ ਦੇ ਨਾਲ, ਸਾਨੂੰ ਇਹਨਾਂ ਦੇ ਵਿਆਹ ਕਰਾਉਣ 'ਚ ਕੋਈ ਇਤਰਾਜ਼ ਨਹੀਂ। ਬੜੇ ਧਾਰਮਿਕ ਲੋਕਾਂ ਨੇ ਇਹਦਾ ਵਿਰੋਧ ਕੀਤਾ, ਉਹ ਕਿਹਾ ਨਹੀਂ, ਜਿਹੜੀ ਮੈਰਿਜ ਹੈ ਉਹ ਤਾਂ ਬੰਦੇ ਅਤੇ ਜਨਾਨੀ ਦੇ ਵਿੱਚ ਹੁੰਦੀ ਹੈ। ਹੁਣ ਜੇ ਆਪਾਂ ਦੇਖਿਆ ਜਾਵੇ ਕਿ ਵੀ ਜੇ ਇਹੋ ਜਿਹਾ ਕੋਈ ਹੋਰ ਗਰੁੱਪ ਤਾਕਤ ਫੜ ਲਵੇ, ਫਰਜ਼ ਕਰੋ ਸਿਰਫ ਉਦਾਹਰਨ ਦੇ ਤੌਰ 'ਤੇ ਕਹਿਣ ਵਾਸਤੇ, ਜਿਹੜੇ ਲੋਕ ਬੱਚਿਆਂ ਨਾਲ ਕੁਕਰਮ ਕਰਦੇ ਨੇ, ਜੇ ਉਹ ਇਹ ਕਹਿਣ ਕਿ ਨਹੀਂ ਸਾਡੀ ਬਿਮਾਰੀ ਨਹੀਂ ਗੀ, ਇਹ ਤਾਂ ਸਾਡੀ ਸੋਚ ਹੈ, ਜਿੱਦਾਂ ਤੁਸੀਂ ਹੋਮੋਸੈਕਸ਼ੁਅਲਾਂ ਨੂੰ ਇਜਾਜ਼ਤ ਦਿੱਤੀ ਹੈ ਅਤੇ ਸਾਨੂੰ ਵੀ ਬੱਚਿਆਂ ਦੇ ਨਾਲ ਕੁਕਰਮ ਕਰਨ ਦੀ ਇਜਾਜ਼ਤ ਦਿਓ, ਸਾਨੂੰ ਸਜ਼ਾ ਕਿਉਂ ਦਿੱਤੀ ਜਾਂਦੀ ਹੈ? ਅਤੇ ਸਮਾਜ ਕਦੇ ਇਹਨਾਂ ਨੂੰ ਪ੍ਰਵਾਨ ਕਰ ਲੂਗਾ? ਕਦੇ ਨਹੀਂ ਕਰੂਗਾ। ਸਮਾਜ ਵਿੱਚ ਇਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਜਾਣਾ। ਸੋ ਇਹ ਗੱਲ ਆਪਾਂ ਨੂੰ ਸਮਝਣੀ ਬਹੁਤ ਜ਼ਰੂਰੀ ਹੈ ਕਿ ਕੋਈ ਵੀ ਬਿਰਤੀ ਹੋਵੇ, ਜ਼ਰੂਰੀ ਨਹੀਂ ਗਾ ਵੀ ਜਿਹੜੀ ਸਮਾਜ ਨੇ ਪ੍ਰਵਾਨ ਕੀਤੀ ਹੋਈ ਹੋਵੇ, ਉਹ ਸਮਾਜ ਦੇ ਵਿੱਚ ਰਹਿੰਦੇ ਹਰ ਮਨੁੱਖ, ਖਾਸ ਕਰਕੇ ਜਿਹੜੇ ਧਰਮ ਨੂੰ ਮੰਨਦੇ ਹੈ, ਉਹ ਹਰ ਗੱਲ ਨੂੰ ਸਮਾਜ ਦੀ ਨੂੰ ਆਪਣੇ ਧਰਮ 'ਤੇ ਲਾਗੂ ਕਰਨ ਲਈ ਮੰਨ ਜਾਣ। ਇਹ ਕੋਈ ਜ਼ਰੂਰੀ ਨਹੀਂ ਗਾ। ਸੋ ਇਹ ਸਾਰੇ ਸੰਸਾਰ ਦੇ ਵਿੱਚ ਇਹ ਅਸੀਂ ਇਸ ਜੋ ਘਟਨਾਕ੍ਰਮ ਨੂੰ ਅਸੀਂ ਬੜੀ ਚੰਗੀ ਤਰ੍ਹਾਂ ਦੇਖਿਆ ਹੈ ਪਿਛਲੇ 10-15 ਸਾਲਾਂ ਦੇ ਵਿੱਚ, ਜਿਵੇਂ ਇਹ ਗੱਲ ਸਾਰੀ ਇਵੋਲਵ ਹੋਈ ਹੈ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਸਿੱਖੀ ਦੀ, ਪੰਥ ਦੀ, ਵੀ ਸਿੱਖੀ ਸਾਨੂੰ ਇਹਨਾਂ ਸਮਾਜ ਦੇ ਮਾੜੇ ਪ੍ਰਭਾਵਾਂ ਤੋਂ ਕਿੱਦਾਂ ਬਚਾ ਕੇ ਰੱਖਦੀ ਹੈ। ਸਿੱਖ ਇਤਿਹਾਸ ਦੇ ਵਿੱਚ ਮੈਂ ਨਾ ਜਾਵਾਂ, ਪਰ ਕੁਛ ਪਹਿਲੂਆਂ ਤੋਂ ਆਪਾਂ ਜ਼ਰੂਰ ਗੱਲ ਕਰਨੀ ਹੈ। ਪਹਿਲੀ ਗੱਲ, ਸਿੱਖ ਪੰਥ ਸਮੁੱਚੇ ਸੰਸਾਰ ਦੇ ਮੁੱਖ ਧਰਮਾਂ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਇਹ ਧਰਮ ਹੈ। ਇਹਦਾ ਜੇ ਆਪਾਂ ਦੇਖੀਏ, ਇੱਕ ਜਿਉਂਦਾ ਜਾਗਦਾ, ਜਿਹਨੂੰ ਆਪਾਂ ਜਗਦੀ ਜੋਤ ਕਹਿੰਦੇ ਹਾਂ, ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੈ, ਅਤੇ ਇਹਦੀ ਪੂਰੀ ਆਪਣੀ ਇੱਕ ਵਿਸ਼ੇਸ਼ ਤੌਰ 'ਤੇ ਮਰਿਆਦਾ ਹੈ। ਅਤੇ ਆਪਾਂ ਉਹ ਜਿਹੜੀ ਬਾਣੀ ਨੂੰ, ਜਿਹਨੂੰ ਆਪਾਂ ਮੱਥਾ ਟੇਕਦੇ ਹਾਂ, ਜਿਹਨੂੰ ਆਪਾਂ ਆਪਣਾ ਗੁਰੂ ਕਹਿੰਦੇ ਹਾਂ, ਉਹ ਸਾਡੇ ਸਤਿਗੁਰਾਂ ਨੇ ਆਪ ਰਚੀ ਅਤੇ ਆਪਣੇ ਜੀਵਨ ਕਾਲ ਵਿੱਚ ਹੀ ਉਹਨੂੰ ਗ੍ਰੰਥ ਦਾ ਰੂਪ ਦੇ ਕੇ ਸਾਨੂੰ ਉਹਦੇ ਲੜ ਸਾਨੂੰ ਗੁਰੂ ਸਾਹਿਬ ਜੀ ਨੇ ਲਾਇਆ, ਉਹਨਾਂ ਦੇ ਆਪਣੇ ਜੀਵਨ ਕਾਲ ਦੇ ਵਿੱਚ। ਬਾਕੀ ਧਰਮਾਂ ਨਾਲੋਂ ਇੱਕ ਵਿਸ਼ੇਸ਼ਤਾ ਹੈ ਆਪਣੇ ਧਰਮ ਦੀ ਕਿ ਸਾਨੂੰ ਜੋ ਗੁਰੂ ਸਾਹਿਬ ਨੇ ਦਿੱਤਾ ਉਹ ਸਾਡੇ ਕੋਲ ਹੈ। ਇਹ ਕਿਸੇ ਹੋਰ ਦੀ ਸੋਚ ਦੇ ਮੁਤਹਿਤ ਜੋ ਸਾਡੇ ਕੋਲ ਹੈ ਉਹ ਨਹੀਂ, ਇਹ ਗੁਰੂ ਸਾਹਿਬ ਜੀ ਦੀ ਸੋਚ ਸਿੱਧੀ ਸਾਡੇ ਕੋਲ ਹੈ। ਅਤੇ ਜੋ ਗੁਰਮਤਿ ਰਹਿਤ ਮਰਿਆਦਾ ਹੈ, ਇਹ ਵੀ ਉਸ ਬਾਣੀ ਦੇ ਜੋ ਗਹਿਰੇ ਪਹਿਲੂ ਨੇ ਉਹਨਾਂ ਤੋਂ ਹੀ ਤਿਆਰ ਕੀਤੀ ਗਈ ਹੈ, ਤਾਂ ਕਿ ਅਸੀਂ ਉਹਨਾਂ ਪਹਿਲੂਆਂ ਨੂੰ ਆਪਣੇ ਜੀਵਨ ਵਿੱਚ ਅਪਣਾ ਸਕੀਏ। ਸੋ ਇੱਥੇ ਇਸ ਗੱਲ ਦਾ ਸਾਨੂੰ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਸਿੱਖੀ ਨੂੰ ਜੇ ਆਪਾਂ ਇਹ ਉਮੀਦ ਰੱਖੀਏ ਨਾ ਵੀ ਸਮਾਜ ਦੇ ਵਿੱਚ ਆਹ ਚੀਜ਼ ਪ੍ਰਚਲਿਤ ਹੈ, ਤਾਂ ਕਰਕੇ ਸਿੱਖੀ ਨੂੰ ਵੀ ਇਹਨੂੰ ਕੋਈ ਨਹੀਂ ਗੱਲ, ਤਾਂ ਕੀ ਹੈ ਵੀ ਜੇ ਮਾੜੇ ਮੋਟੇ ਕਦਰਾਂ ਕੀਮਤਾਂ ਛੱਡਣੀਆਂ ਵੀ ਪੈਣ ਤਾਂ ਇਹ ਸਮਾਜ ਦਾ ਪ੍ਰਭਾਵ ਕਬੂਲ ਕਰ ਲੈਣਾ ਚਾਹੀਦਾ ਹੈ। ਸੋ ਇਹ ਗੱਲ ਸਹੀ ਨਹੀਂ ਹੈ। ਹੁਣ ਜੇ ਆਪਾਂ ਇਤਿਹਾਸ ਵਿੱਚ ਜਾਈਏ, ਉਦੋਂ ਸਮਾਜ ਦਾ ਜ਼ੋਰ ਲੱਗਿਆ ਹੋਇਆ ਸੀ ਬਈ ਔਰਤ ਨੂੰ ਪੈਰ ਦੀ ਜੁੱਤੀ ਦਾ ਰੁਤਬਾ ਸੀ, ਅਤੇ ਜਦੋਂ ਉਹਦਾ ਘਰ ਵਾਲਾ ਉਹਦੀ ਡੈਥ ਹੁੰਦੀ ਸੀ, ਉਹ ਚੜ੍ਹਾਈ ਕਰਦਾ ਸੀ, ਅਤੇ ਔਰਤਾਂ ਨੂੰ ਸਤੀ ਹੋਣ ਦਾ ਹੁਕਮ ਸੀ। ਉਹਨੂੰ ਉਹਦੇ ਹੀ ਅੱਗ ਦੇ ਉੱਤੇ, ਉਹਦੀ ਚਿਖਾ ਦੇ ਉੱਤੇ ਔਰਤ ਨੂੰ, ਉਹਦੀ ਪਤਨੀ ਨੂੰ ਸੜਨਾ ਪੈਂਦਾ ਸੀ। ਗੁਰੂ ਸਾਹਿਬ ਜੀ ਨੇ ਸਤੀ ਪ੍ਰਥਾ ਦਾ ਅੰਤ ਕੀਤਾ। ਗੁਰੂ ਸਾਹਿਬ ਜੀ ਨੇ ਜੋ ਲੋਕ ਆਪਣੀਆਂ ਧੀਆਂ ਨੂੰ ਮਾਰਦੇ ਸੀ, ਉਹਨਾਂ ਨੂੰ ਪੰਥ ਵਿੱਚੋਂ ਖਾਰਜ ਕਰ ਦਿੱਤਾ। ਉਹਨਾਂ ਨੇ ਕਿਹਾ ਇਹ ਮੇਰੇ ਸਿੱਖ ਨਹੀਂ ਕਹਾ ਸਕਦੇ ਜਿਹੜੇ ਆਪਣੀ ਬੇਟੀਆਂ ਨੂੰ ਕਤਲ ਕਰਦੇ ਨੇ। ਅੱਜ ਵੀ ਇਹ ਹੁਕਮ ਜਦੋਂ ਵੀ ਸਿੱਖ ਅੰਮ੍ਰਿਤ ਛਕਦੇ ਆ, 5 ਫੇਰਿਆਂ ਤੋਂ ਇਹ ਸੁਣਾਇਆ ਜਾਂਦਾ ਹੈ। ਇਸੇ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਹੁਕਮ ਮਿਲਦਾ ਹੈ ਕਿ ਸਮਾਜ ਤੋਂ ਆਪਾਂ ਕਿੱਦਾਂ ਉੱਪਰ ਉੱਠ ਕੇ ਰਹਿਣਾ ਹੈ। ਸਮਾਜ ਦੇ ਪ੍ਰਭਾਵਾਂ ਨੂੰ ਕਿਤੇ ਇਹ ਨਾ ਹੋਵੇ ਵੀ ਉਹ ਸਾਡੀ ਸੋਚ ਨੂੰ ਪ੍ਰਭਾਵਿਤ ਕਰ ਦੇਣ ਅਤੇ ਸਾਡਾ ਨੁਕਸਾਨ ਹੋ ਜਾਵੇ। ਭਗਤ ਕਬੀਰ ਜੀ ਤਾਂ ਹੀ ਕਹਿੰਦੇ ਆ, ਕਬੀਰ ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਾ ਚਾਲੀ ਸਾਥ,
ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਸੋ ਇਸ ਗੱਲ ਤੋਂ ਆਪਾਂ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਇਸ ਗੱਲ ਤੋਂ ਸਾਨੂੰ ਬਿਲਕੁਲ ਮਨ ਵਿੱਚ ਇਹ ਧਿਆਨ ਨਾਲ ਇਹ ਗੱਲ ਵਾਚਣ ਦੀ ਲੋੜ ਹੈ ਕਿ ਜੋ ਕੌਮ ਦੀ ਰੀਤੀ ਹੈ, ਜੋ ਕੌਮ ਦੀਆਂ ਕਦਰਾਂ ਅਤੇ ਕੀਮਤਾਂ ਨੇ, ਉਹ ਜ਼ਰੂਰੀ ਨਹੀਂ ਜੋ ਸਮਾਜ ਦੇ ਵਿੱਚ ਹੋ ਰਿਹਾ ਉਹਦੇ ਅਨੁਕੂਲ ਹੀ ਹੋਣਗੀਆਂ। ਸਾਨੂੰ ਇਹ ਹੁਕਮ ਇਹ ਹੈ ਕਿ ਅਸੀਂ ਸਮਾਜ ਵਿੱਚ ਹੋ ਰਹੀਆਂ ਕੁਰੀਤੀਆਂ 'ਤੇ ਪ੍ਰਭਾਵ ਪਾ ਕੇ, ਚੰਗਾ ਪ੍ਰਭਾਵ ਪਾ ਕੇ ਸਮਾਜ ਨੂੰ ਚੰਗਾ ਬਣਾਉਣਾ ਹੈ। ਸੋ ਇਹ ਹੁਣ ਕਿਵੇਂ ਤੈਅ ਕੀਤਾ ਜਾਂਦਾ ਕਿ ਸਮਾਜ ਦਾ ਪ੍ਰਭਾਵ ਸਿੱਖ ਉੱਤੇ ਨਾ ਪਵੇ? 2 ਇੰਸਟੀਟਿਊਸ਼ਨਸ ਜਿਹੜੀਆਂ ਗੁਰੂ ਸਾਹਿਬਾਨ ਨੇ ਤਿਆਰ ਕੀਤੀਆਂ, ਪਹਿਲੀ ਸੀ ਗ੍ਰਸਥ ਜੀਵਨ, ਗ੍ਰਸਤੀ ਹੋਣਾ ਅਤੇ ਕਬੀਲਦਾਰ ਹੋਣਾ, ਅਤੇ ਦੂਸਰਾ ਸੀ ਸੰਗਤ। ਸਿੱਧਾਂ ਨੂੰ ਵੀ ਜਦੋਂ ਗੁਰੂ ਮਹਾਰਾਜ ਪਹਿਲੇ ਪਾਤਸ਼ਾਹ ਨੇ ਕਿਹਾ ਵੀ ਤੁਸੀਂ ਆ ਕੇ ਭਲੇ ਲੋਕ, ਤੁਸੀਂ ਆ ਕੇ ਪਹਾੜਾਂ ਵਿੱਚ ਵੜ ਗਏ ਹੋ, ਅਤੇ ਥੱਲੇ ਪਿੰਡਾਂ ਦੇ ਵਿੱਚ ਆਮ ਲੋਕ, ਉਹਨਾਂ ਨੂੰ ਕੌਣ ਸੇਧ ਦੇਵੇ? ਜੇ ਤੁਸੀਂ ਚੰਗੇ ਹੋ ਤਾਂ ਤੁਸੀਂ ਪਿੰਡਾਂ ਵਿੱਚ ਰਹੋ, ਸਮਾਜ ਨੂੰ ਚੰਗਾ ਬਣਾਓ। ਉਸ ਕਾਰਨ ਕਰਕੇ ਗੁਰੂ ਸਾਹਿਬ ਜੀ ਨੇ ਕਿ ਸਮਾਜ ਚੰਗਾ ਬਣ ਸਕੇ, ਉਹਨਾਂ ਨੇ ਇਹ ਹੁਕਮ ਕੀਤਾ ਕਿ ਹਰ ਸਿੱਖ ਨੂੰ ਗ੍ਰਸਤੀ ਹੋਣਾ ਬਹੁਤ ਜ਼ਰੂਰੀ ਹੈ। ਨਾਲ ਇਸ ਕਰਕੇ ਕਿ ਕੋਈ ਮਨੁੱਖ ਗ੍ਰਸਤੀ ਹੁੰਦਾ ਆਪਣੀ ਗ੍ਰਸਤੀ ਵਿੱਚ ਇੰਨਾ ਗਲਤਾਨ ਨਾ ਹੋ ਜਾਵੇ, ਆਪਣੀ ਘਰਵਾਲੀ ਨਾਲ, ਆਪਣੇ ਬੱਚਿਆਂ ਨਾਲ, ਆਪਣੇ ਪੋਤਿਆਂ ਦੋਤਿਆਂ, ਪੋਤੀਆਂ ਦੋਤੀਆਂ ਦੇ ਨਾਲ, ਗਾਂ ਉਹਨਾਂ ਦੇ ਵਿੱਚ ਹੀ ਆਪਣੇ ਕੰਮ ਕਾਜ ਦੇ ਵਿੱਚ, ਆਪਣੇ ਘਰ-ਬਾਰ ਦੇ ਵਿੱਚ ਇੰਨਾ ਹੀ ਗਲਤਾਨ ਨਾ ਹੋ ਜਾਵੇ ਅਤੇ ਕਿ ਉਹ ਜੀਵਨ ਦਾ ਜੋ ਮਨੋਰਥ ਸੀ, ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ, ਉਸ ਨੂੰ ਜੋ ਉਹਦੀ ਸੋਚ ਵਿੱਚ ਜੜਨਾ ਸੀ, ਪਾਉਣਾ ਸੀ, ਵਸਾਉਣਾ ਸੀ, ਉਹਦੇ ਵਾਸਤੇ ਗੁਰੂ ਸਾਹਿਬ ਜੀ ਨੇ ਦੂਜੀ ਇੰਸਟੀਟਿਊਸ਼ਨ ਕਾਇਮ ਕੀਤੀ, ਜਿਹਨੂੰ ਆਪਾਂ ਸਾਰੇ ਸੰਗਤ ਕਰਕੇ ਜਾਣਦੇ ਹਾਂ। ਗ੍ਰਸਥ ਜੀਵਨ ਦੇ ਵਿੱਚ ਪ੍ਰਵੇਸ਼ ਕਰਨਾ ਇੰਨਾ ਅਹਿਮੀਅਤ ਰੱਖਦਾ ਸੀ, ਉਹਦੀ ਇੰਨੀ ਅਹਿਮੀਅਤ ਹੈ ਅੱਜ ਵੀ ਕਿ ਉਹਨੂੰ ਗੁਰੂ ਸਾਹਿਬ ਜੀ ਨੇ ਨਾਮ ਦਿੱਤਾ ਆਨੰਦ ਸੰਸਕਾਰ ਦਾ, ਜਿਹਨੂੰ ਆਪਾਂ ਆਨੰਦ ਕਾਰਜ ਕਹਿੰਦੇ ਹਾਂ। ਇਹ ਆਨੰਦ ਸੰਸਕਾਰ ਕੋਈ ਅੱਜ ਨਹੀਂ ਬਣਿਆ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਬਣੇ ਅਤੇ ਅਸੀਂ ਗੁਰੂ ਸਾਹਿਬ ਜੀ ਦੀ ਪਰਿਕਰਮਾ ਕਰਦੇ ਹਾਂ, ਅਤੇ ਇਹ ਗੁਰੂ ਸਾਹਿਬਾਨਾਂ ਵੇਲੇ ਹੀ ਇਹ ਹੋਂਦ ਵਿੱਚ ਆ ਗਿਆ ਸੀਗਾ। ਸੋ ਨਾਲ ਹੀ ਇਹ ਜਿਹੜਾ ਆਨੰਦ ਸੰਸਕਾਰ ਹੈ, ਇਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ ਪੂਰੀ ਚੰਗੀ ਤਰ੍ਹਾਂ ਡੀਟੇਲ ਦੇ ਵਿੱਚ ਅੰਕਿਤ ਹੈ। ਅਤੇ ਇਸ ਗੱਲ ਦਾ ਵੀ ਸਾਨੂੰ ਪਤਾ ਇਤਿਹਾਸ ਵਿੱਚ ਕਿ ਗੁਰੂ ਸਾਹਿਬ ਜੀ ਨੇ ਅਨੇਕਾਂ ਹੀ ਸਿੱਖਣੀਆਂ ਦੇ ਜੋ ਵਿਆਹ ਸੀ, ਉਹ ਉਹਨਾਂ ਨੇ ਸੰਗਤ ਵਿੱਚ ਰਚਾਏ ਅਤੇ ਆਮ ਰਚਾਉਂਦੇ ਹੁੰਦੇ ਸੀ। ਅਤੇ ਮੈਂ ਇੱਥੇ ਇਹ ਵੀ ਕਹਿ ਦਿਆਂ ਕਿ ਇਤਿਹਾਸ ਵਿੱਚ ਕਿਤੇ ਵੀ ਇਹ ਗੱਲ ਨਹੀਂ ਆਉਂਦੀ ਕਿ ਗੁਰੂ ਸਾਹਿਬ ਜੀ ਨੇ ਕਿਤੇ ਵੀ ਕਿਸੇ ਮੌਕੇ 'ਤੇ ਵੀ ਉਹ ਕੋਈ ਸਮਲਿੰਗੀ ਜੋ ਵਿਆਹ ਹੈ ਉਹ ਉਹਨਾਂ ਨੇ ਰਚਾਇਆ ਹੋਵੇ। ਇਹ ਵੀ ਇੱਥੇ ਕਹਿਣਾ ਵਾਜਬ ਹੋਊਗਾ ਕਿ ਗੁਰੂ ਸਾਹਿਬ ਜੀ ਨੇ ਜਾਤ ਪਾਤ ਦੇ ਬੰਧਨ ਸਾਰੇ ਤੋੜ ਦਿੱਤੇ, ਨਸ਼ਟ ਕਰ ਦਿੱਤੇ। ਉਹਨਾਂ ਨੇ ਕਿਹਾ ਵੀ ਜਿਹੜਾ ਜਾਤ ਪਾਤ ਦੇ ਵਿੱਚ ਵਿਸ਼ਵਾਸ ਰੱਖੂਗਾ ਉਹ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨਬੋ ਵਾਲੇ ਜੋ ਮੇਰਾ ਜੋ ਹੁਕਮ ਹੈ ਉਹਦੀ ਅਦੂਲੀ ਨਹੀਂ ਕਰਦਾ ਹੋਊਗਾ। ਸੋ ਸਿੱਖਾਂ ਨੂੰ ਉਹਨਾਂ ਨੇ ਕਿਹਾ ਵੀ ਇਹਨਾਂ 'ਚੋਂ ਤੁਸੀਂ ਉੱਪਰ ਉੱਠੋ। ਜੇ ਗੁਰੂ ਸਾਹਿਬ ਚਾਹੁੰਦੇ, ਜੇ ਗੁਰੂ ਸਾਹਿਬ ਦੀ ਇੱਛਾ ਹੁੰਦੀ ਅਤੇ ਉਦੋਂ ਉਹ ਜਿਹੜਾ ਇਹ ਜੈਂਡਰ ਦਾ ਬੈਰੀਅਰ ਹੈ, ਬਈ ਇਹ ਹੈਟਰੋਸੈਕਸ਼ੂਅਲ ਅਤੇ ਹੋਮੋਸੈਕਸ਼ੂਅਲ ਸੇਮ ਨੇ ਅਤੇ ਇਹ ਬੈਰੀਅਰ ਹੈ ਹੁਣ ਇਹਨੂੰ ਤੋੜ ਦਿੱਤਾ ਜਾਵੇ, ਉਹ ਵੀ ਤੋੜ ਸਕਦੇ ਸੀਗੇ। ਜਾਂ ਅੱਜ ਅਸੀਂ ਇਹ ਸੋਚਦੇ ਹਾਂ ਕਿਉਂਕਿ ਗੁਰੂ ਸਾਹਿਬ ਜੀ ਨੇ ਇਸ ਜੈਂਡਰ ਦੇ ਬੈਰੀਅਰ ਨੂੰ ਨਹੀਂ ਤੋੜਿਆ ਅਤੇ ਉਹਨਾਂ ਦੀ ਗਲਤੀ ਸੀ? ਕਦਾਚਿਤ ਨਹੀਂ ਸੀ ਗਲਤੀ। ਉਹਨਾਂ ਨੇ ਜੋ ਕੁਛ ਵੀ ਕੀਤਾ ਬੜਾ ਸੋਚ ਸਮਝ ਕੇ ਕੀਤਾ। ਜਿਹੜੇ ਮੇਰੇ ਨੌਜਵਾਨ ਵੀਰ ਭੈਣਾਂ ਬੱਚੇ ਜੋ ਪੱਛਮ ਦੇ ਵਿੱਚ ਜੰਮੇ ਪਲੇ ਨੇ, ਉਹਨਾਂ ਵਾਸਤੇ ਮੈਂ ਥੋੜ੍ਹਾ ਜਿਹਾ ਇਹ ਦੱਸਣਾ ਚਾਹੂੰਗਾ ਕਿ ਸਿੱਖਾਂ ਦੇ 5 ਸੰਸਕਾਰ ਹੁੰਦੇ ਨੇ। 5 ਸੰਸਕਾਰ। ਇੱਕ ਦੀ ਮੈਂ ਗੱਲ ਕਰ ਹਟਿਆ, ਆਨੰਦ ਸੰਸਕਾਰ ਹੈ, ਜਿਹਨੂੰ ਆਨੰਦ ਕਾਰਜ ਵੀ ਕਹਿੰਦੇ ਆ। ਅਤੇ ਬਾਕੀ ਦੇ ਜਿਹੜੇ ਸੰਸਕਾਰ ਨੇ, ਸਭ ਤੋਂ ਪਹਿਲਾ ਹੋਇਆ ਜਿਹੜਾ ਉਹ ਜਨਮ ਸੰਸਕਾਰ ਹੈ, ਕਿਸੇ ਦੀ ਬਰਥ ਹੋਣੀ। ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਹੈ ਉਦੋਂ ਜਨਮ ਸੰਸਕਾਰ ਹੁੰਦਾ। ਜਪਜੀ ਸਾਹਿਬ ਦਾ ਪਾਠ, ਕਿਰਪਾਨ, 5 ਪਤਾਸੇ ਪਾਠ ਕਰਕੇ ਅੰਮ੍ਰਿਤ ਉਹਦੇ 'ਚ ਘੋਲ ਕੇ ਬਾਟੇ ਦੇ ਵਿੱਚ ਅਤੇ ਬੱਚੇ ਨੂੰ ਉਹ ਛਕਾਇਆ ਜਾਂਦਾ ਹੈ ਕਿਰਪਾਨ ਦੀ ਨੋਕ ਤੋਂ। ਅਤੇ ਬਾਕੀ ਦਾ ਜੋ ਹੁੰਦਾ ਹੈ ਕੁਛ ਤੁਪਕੇ ਛਕਾਏ ਜਾਂਦੇ ਬੱਚੇ ਨੂੰ, ਬਾਕੀ ਜਦੋਂ ਹੁੰਦਾ ਮਾਤਾ ਨੂੰ ਪਿਆਇਆ ਜਾਂਦਾ। ਇਹ ਜਨਮ ਸੰਸਕਾਰ ਹੈ। ਵਿੱਦਿਆ ਸੰਸਕਾਰ, ਬੱਚਾ ਵੱਡਾ ਹੋਇਆ ਉਹਨੂੰ ਵਿਦਿਆਲਿਆ ਭੇਜਣਾ, ਉਹਨੂੰ ਧਰਮ ਦੀ ਵਿੱਦਿਆ ਦੇਣੀ, ਉਹਨੂੰ ਹੋਰ ਸੰਸਾਰੀ ਵਿੱਦਿਆ ਦੇਣੀ, ਇਹ ਬਹੁਤ ਜ਼ਰੂਰੀ ਹੈ ਸਿੱਖ ਵਾਸਤੇ।
ਅੰਮ੍ਰਿਤ ਸੰਸਕਾਰ, ਅੰਮ੍ਰਿਤ ਸੰਚਾਰ ਕਰਨਾ। ਬੱਚਾ ਵੱਡਾ ਹੋਇਆ, ਬਾਣੀ ਪੜ੍ਹਨ ਲੱਗਿਆ, ਸੰਥਿਆ ਕਰ ਲਈ ਹੈ, ਹੁਣ ਅੰਮ੍ਰਿਤ ਛਕਣਾ ਉਹਨੇ, ਅਤੇ ਉਹ ਨਿਤਨੇਮੀ ਹੋਊਗਾ, ਰਹਿਤ ਵਿੱਚ ਪ੍ਰਪੱਖ ਹੋਊਗਾ। ਅਤੇ ਜਦੋਂ ਜਵਾਨ ਹੋਇਆ ਉਦੋਂ ਬੱਚੇ ਦਾ ਆਨੰਦ ਕਾਰਜ ਕਰਨਾ। ਆਨੰਦ ਕਾਰਜ ਇੱਕ ਬੱਚੇ ਦਾ ਬੱਚੀ ਦੇ ਨਾਲ ਹੋਣਾ, ਉਹ ਰਹਿਤ ਮਰਿਆਦਾ ਦਾ ਹਿੱਸਾ ਹੈ। ਅਤੇ ਅਖੀਰ ਵਾਲਾ ਅੰਤਮ ਸੰਸਕਾਰ ਵੀ ਜਦੋਂ ਕੋਈ ਮਨੁੱਖ ਆਪਣਾ ਜੀਵਨ ਭੋਗ ਕੇ ਉਹਦੀ ਮੌਤ ਹੁੰਦੀ ਹੈ ਅਤੇ ਕਿਵੇਂ ਉਹਦਾ ਸੰਸਕਾਰ ਹੁੰਦਾ ਹੈ, ਕਿਵੇਂ ਉਸ ਦੇ ਦੇਹ ਨੂੰ ਪਾਣੀ ਵਿੱਚ ਰੁੜਿਆ ਜਾਂਦਾ ਹੈ, ਇਹ ਸਾਰੇ ਪੱਖ ਨੇ ਜਿਹੜੇ ਇਹ ਅੰਤਮ ਸੰਸਕਾਰ ਦੇ ਵਿੱਚ ਆਉਂਦੇ ਨੇ। ਅਤੇ ਜਿਵੇਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਜਿਹੜਾ ਆਨੰਦ ਸੰਸਕਾਰ ਹੈ, ਬੱਚੇ ਅਤੇ ਬੱਚੀ ਦਾ ਆਨੰਦ ਕਾਰਜ ਹੋਇਆ, ਅਤੇ ਜਨਮ ਸੰਸਕਾਰ ਹੈ, ਇਹ ਦੋਨੇ ਹੀ ਸੰਸਕਾਰ ਜਿਹੜੇ ਨੇ ਇਹ ਗ੍ਰਸਥ ਧਾਰਨ ਕੀਤੇ ਤੋਂ ਬਿਨਾਂ ਮੁਮਕਿਨ ਨਹੀਂ ਗੇ। ਗ੍ਰਸਥ ਦੇ ਨਾਲ ਇਹਨਾਂ ਦਾ ਬਹੁਤ ਗੂੜਾ ਅਤੇ ਸਿੱਧਾ ਸੰਬੰਧ ਹੈ। ਸੋ ਇਸ ਗੱਲ ਨੂੰ ਆਪਾਂ ਨੂੰ ਧਿਆਨ 'ਚ ਰੱਖਣਾ ਕਿ ਗ੍ਰਸਥੀ ਹੋਣਾ ਸਿੱਖ ਵਾਸਤੇ ਗੁਰੂ ਸਾਹਿਬ ਜੀ ਨੇ ਇਹਨੂੰ ਕਿੰਨੀ ਅਹਿਮੀਅਤ ਦਿੱਤੀ ਹੈ। ਇਹ ਇੱਕ ਬੇਸਿਕ ਯੂਨਿਟ ਸੀਗਾ, ਇੱਕ ਬੇਸਿਕ ਯੂਨਿਟ ਸੀ ਕਿ ਸਮਾਜ ਨੂੰ ਚੰਗਾ ਕਿੱਦਾਂ ਬਣਾਇਆ ਜਾ ਸਕੇ। ਜੇ ਇੱਕ ਪਰਿਵਾਰ ਚੰਗਾ ਹੈ, ਪਰਿਵਾਰ ਨਾਮ ਜਪਣ ਵਾਲਾ ਹੈ, ਪਰਿਵਾਰ ਜਿਹੜਾ ਹੈ ਉਹ ਸਿੱਖੀ ਦੇ ਅਸੂਲਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦਾ ਹੈ, ਅਤੇ ਉਹ ਸਮਾਜ ਨੂੰ ਵੀ ਚੰਗਾ ਬਣਾਉਣ ਦੇ ਕਾਬਲ ਹੈ। ਅਤੇ ਇਕੱਲਾ ਉਹ ਸਮਾਜ ਨੂੰ ਚੰਗਾ ਨਹੀਂ ਬਣਾਊਗਾ, ਉਹ ਪਰ ਨਾਲ ਨਾਲ ਆਪ ਵੀ ਅਕਾਲ ਪੁਰਖ ਦੇ ਵਿੱਚ ਜੋ ਅਭੇਦ ਹੋਣ ਵਾਲਾ ਜੋ ਮਨੁੱਖ ਦਾ ਜੋ ਟੀਚਾ ਹੈ, ਅਵਰ ਕਾਜ ਤੇਰਾ ਕਿਤਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ, ਉਹ ਵਾਲਾ ਜੋ ਭਜ ਕੇਵਲ ਨਾਮ ਕਰਕੇ ਅਕਾਲ ਪੁਰਖ ਦੇ ਨਾਲ ਜੋ ਇੱਕ ਮਿਕਤਾ ਹੈ ਉਹ ਹਾਸਲ ਕਰ ਸਕਦਾ ਹੈ। ਹੁਣ ਪੱਛਮ ਦੇ ਵਿੱਚ ਆਪਾਂ ਰਹਿੰਦੇ ਹਾਂ, ਹੁਣ ਤਾਂ ਪੰਜਾਬ ਵਿੱਚ ਵੀ ਬਹੁਤੇ ਆਪਣੇ ਬੱਚਿਆਂ ਨੂੰ ਜੇ ਆਪਾਂ ਪੁੱਛੀਏ ਵੀ ਗ੍ਰਸਥ ਦਾ ਕੀ ਮਤਲਬ ਹੈ, ਅਤੇ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਇਹਨੂੰ ਟਰਾਂਸਲੇਟ ਕਰਕੇ ਸਾਨੂੰ ਦੱਸਣਾ ਹੈ। ਇਹ ਇੱਕ ਬੜੀ ਵੱਡੀ ਸਮੱਸਿਆ ਹੈ। ਹੁਣ ਗ੍ਰਸਥ ਦਾ ਜੇ ਆਪਾਂ ਕਿਸੇ ਨੂੰ ਪੁੱਛੀਏ ਇਹਦਾ ਕੀ ਮਤਲਬ ਹੈ, ਤਾਂ ਉਹ ਕਹੂਗਾ ਜੀ ਹਾਊਸ ਹੋਲਡਰ। ਹਾਊਸ ਹੋਲਡਰ ਉਹ ਘਰ ਵਿੱਚ ਰਹਿਣ ਵਾਲਾ ਬੰਦਾ ਜਾਂ ਮਨੁੱਖ ਜਾਂ ਬੀਬੀ ਜਾਂ ਜੋ ਵੀ, ਉਹ ਗ੍ਰਸਤੀ ਹੈ। ਪਰ ਜੇ ਆਪਾਂ ਮਹਾਨ ਕੋਸ਼ ਦੇ ਰਚੈਤਾ ਭਾਈ ਕਾਹਨ ਸਿੰਘ ਜੀ ਨਾਭਾ ਨੂੰ ਪੜ੍ਹੀਏ ਤਾਂ ਉਹ ਕਹਿਣਗੇ ਘਰ ਵਿੱਚ ਰਹਿਣ ਵਾਲਾ ਪੁਰਸ਼, ਅੱਗੇ ਕਰਦੇ ਨੇ ਭਰਿਆ ਜੋਰੂ ਸਾਥ ਸੰਬੰਧ ਜੋੜ ਕੇ ਘਰ ਵਿੱਚ ਰਹਿਣ ਵਾਲਾ ਆਦਮੀ। ਉਹ ਆਦਮੀ ਗ੍ਰਸਤੀ ਹੈ ਜਿਹੜਾ ਆਪਣੇ ਘਰ ਵਿੱਚ ਆਪਣੀ ਘਰਵਾਲੀ ਦੇ ਨਾਲ ਜੋ ਪਤਨੀ ਹੈ ਉਹਦੇ ਨਾਲ ਸੰਬੰਧ ਜੋੜ ਕੇ ਰਹਿੰਦਾ ਹੈ। ਉਹ ਹੋਰ ਕਿਸੇ ਵੱਲ ਸਰੀਰਕ ਰੂਪ ਦੇ ਵਿੱਚ ਕਿਸੇ ਵੱਲ ਉਹਦੀ ਝਾਕ ਨਹੀਂ ਗੀ, ਉਹ ਸਿਰਫ ਆਪਣੀ ਪਤਨੀ ਦੇ ਨਾਲ ਰਹਿੰਦਾ ਹੈ। ਇਹ ਗ੍ਰਸਤੀ ਦੀ ਡੈਫੀਨੇਸ਼ਨ ਹੈ ਜੋ ਭਾਈ ਕਾਹਨ ਸਿੰਘ ਜੀ ਨਾਭਾ ਨੇ ਸਾਨੂੰ ਦਿੱਤੀ ਹੈ। ਇਸ ਗੱਲ ਨੂੰ ਆਪਾਂ ਸਾਰੇ ਮੰਨਦੇ ਹਾਂ ਕਿ ਜਿਹੜੀ ਗੁਰਬਾਣੀ ਦਾ ਮੁੱਖ ਆਸ਼ਾ ਹੈ, ਗੁਰਬਾਣੀ ਦਾ ਮੁੱਖ ਆਸ਼ਾ ਕੀ ਹੈ ਕਿ ਇਹ ਆਤਮਾ ਪਰਮਾਤਮਾ ਤੋਂ ਵਿਛੜੀ ਹੈ ਅਤੇ ਆਪਣੇ ਕਰਮਾਂ ਕਰਕੇ ਇਸ ਸਰੀਰ ਵਿੱਚ ਆਈ ਅਤੇ ਇੱਥੇ ਇਹ ਦੁੱਖ ਸੁੱਖ ਭੋਗਦੀ ਹੈ, ਅਤੇ ਇਹਨੇ 84 ਦੇ ਗੇੜ 'ਚੋਂ ਜੇ ਬਚਣਾ ਹੈ ਅਤੇ ਇਹ ਬਾਣੀ ਦਾ ਸਹਾਰਾ ਲੈ ਕੇ, ਗੁਰੂ ਦਾ ਓਟ 'ਤੇ ਆਸਰਾ ਲੈ ਕੇ, ਗੁਰੂ ਦੀ ਕਿਰਪਾ ਦਾ ਸਦਕਾ ਇਹ ਦੁਬਾਰਾ ਉਹਦੇ ਵਿੱਚ ਅਭੇਦ ਹੋ ਸਕਦੀ ਹੈ ਅਕਾਲ ਪੁਰਖ ਦੇ ਵਿੱਚ। ਆਪਾਂ ਨੂੰ ਸਾਰਿਆਂ ਨੂੰ ਇਸ 'ਤੇ ਕੋਈ ਦੁਬਿਧਾ ਨਹੀਂ ਹੈ ਇਸ ਮਸਲੇ, ਇਸ ਸਟੇਟਮੈਂਟ 'ਤੇ। ਅਤੇ ਨਾਲ ਹੀ ਜੋ ਇਸ ਅਭੇਦਤਾ ਦੀ ਗੱਲ ਬਾਣੀ ਵਿੱਚ ਕੀਤੀ ਗਈ ਹੈ, ਜੋ ਇਸ ਪ੍ਰੀਤ ਦੀ ਗੱਲ ਕੀਤੀ ਗਈ ਹੈ, ਉਹ ਦੁਨਿਆਵੀ ਜੋ ਉਦਾਹਰਣ ਨੇ ਉਹਨਾਂ ਤੋਂ ਇਹ ਪ੍ਰੀਤ ਦੀ ਗੱਲ ਕੀਤੀ ਗਈ ਹੈ। ਭਾਵੇਂ ਉਹ ਪ੍ਰੀਤ ਦਾ ਉਦਾਹਰਣ ਕਿਸੇ ਜਾਨਵਰ ਦਾ ਹੋਵੇ, ਕਿਸੇ ਪੰਛੀ ਦਾ ਹੋਵੇ, ਕਿਸੇ ਦੰਪਤੀ ਦਾ ਹੋਵੇ। ਜਿਵੇਂ ਤੀਜੇ ਪਾਤਸ਼ਾਹ ਮਹੱਲਾ ਤੀਜਾ ਉਚਾਰਦੇ ਨੇ, ਹੁਕਮ ਦਿੰਦੇ ਨੇ, ਧਨ ਫਿਰ ਇਹ ਨਾ ਆਖੀਨ ਬਹਿਨ ਇਕੱਠੇ ਹੋਏ, ਏਕ ਜੋਤ ਦੋਈ ਮੂਰਤੀ ਧਨ ਫਿਰ ਕਹੀਐ ਸੋਏ। ਗੁਰੂ ਸਾਹਿਬ ਜੀ ਦਾ ਇਹ ਸਾਨੂੰ ਫਰਮਾਨ ਹੈ ਕਿ ਜਦੋਂ ਕਿਸੇ ਵਿਆਹੁਤਾ ਜੋੜੀ ਨੂੰ ਘਰਵਾਲੀ ਅਤੇ ਘਰਵਾਲਾ, ਵਾਈਫ ਅਤੇ ਹਸਬੈਂਡ, ਵਾਈਫ ਧਨ ਫਿਰ ਹਸਬੈਂਡ, ਹੁਣ ਇਹ ਦੋ ਵਿਆਹ ਹੋ ਗਿਆ, ਇਕੱਠੇ ਰਹਿੰਦੇ ਪਰ ਸੋਚ ਰਲਦੀ ਨਹੀਂ ਤੁਹਾਡੀ, ਤੂੰ ਇੱਕ ਪਾਸੇ ਨੂੰ ਤੁਰਿਆ, ਦੂਜਾ ਦੂਜੇ ਪਾਸੇ ਨੂੰ ਤੁਰਿਆ। ਕਹਿੰਦੇ ਇਹ ਨਹੀਂ ਹੈ, ਇਹ ਧਨ ਫਿਰ ਨਹੀਂ ਹੈ। ਧਨ ਫਿਰ ਤਾਂ ਉਹ ਨੇ ਬਈ ਏਕ ਜੋਤ ਦੋਈ ਮੂਰਤੀ ਧਨ ਫਿਰ ਕਹੀਐ ਸੋਏ। ਮਤਲਬ ਉਹਨਾਂ ਦੀ ਆਪਸ 'ਚ ਇੰਨੀ ਹਾਰਮਨੀ ਹੋਵੇ, ਇੰਨਾ ਉਹਨਾਂ ਦਾ ਆਪਸ 'ਚ ਸਹਿਨਸ਼ੀਲਤਾ ਦੇ ਨਾਲ ਇੱਕ ਦੂਜੇ ਦੇ ਨਾਲ ਉਹਨਾਂ ਦੀ ਇਕਸਾਰਤਾ ਹੋਵੇ, ਅਤੇ ਤਾਂ ਹੀ ਉਹ ਧਨ ਅਤੇ ਫਿਰ ਜਿਹੜੇ ਹੈ ਹਸਬੈਂਡ ਅਤੇ ਵਾਈਫ ਜਿਹੜੇ ਹੈ ਉਹ ਚੰਗੇ ਮੰਨੇ ਜਾ ਸਕਦੇ ਹੈ। ਗ੍ਰਸਤੀ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਇਹ ਤੀਜੇ ਪਾਤਸ਼ਾਹ ਸਾਨੂੰ ਇਸ ਹੁਕਮ ਦੇ ਵਿੱਚ, ਇਸ ਸ਼ਬਦ ਦੇ ਵਿੱਚ ਸਾਨੂੰ ਦੱਸਦੇ ਨੇ।
ਪਰ ਇਹਦਾ ਦੂਜਾ ਪਹਿਲੂ ਵੀ ਹੈ। ਇਹਦਾ ਦੂਜਾ ਪਹਿਲੂ ਇਹ ਹੈ ਕਿ ਧਨ ਜਿਹੜੀ ਜੀਵ ਆਤਮਾ ਹੈ ਅਤੇ ਉਹ ਅਕਾਲ ਪੁਰਖ ਜਿਹੜਾ ਪਰਮਾਤਮਾ ਹੈ, ਜਿਹੜਾ ਇੱਕ ਭਗਤ ਹੈ, ਉਹ ਪਰਮਾਤਮਾ ਦੇ ਨਾਲ ਉਹ ਕਹਿੰਦਾ ਤਾਂ ਹੈ ਕਿ ਮੈਂ ਤੇਰਾ ਉਪਾਸ਼ਕ ਹਾਂ, ਪਰ ਵਿਚਾਰ ਅਜੇ ਉਹਦੇ ਵਿੱਚ ਭੇਦ ਨਹੀਂ ਹੋਇਆ। ਉਹਨੇ ਆਪਣੀ ਹਉਮੈ ਦੀ ਹੰਗਤਾ ਦਾ ਜੇ ਤਿਆਗ ਨਹੀਂ ਕੀਤਾ, ਉਹਦੇ 'ਤੇ ਮਾਇਆ ਦਾ ਜੇ ਪ੍ਰਭਾਵ ਪਿਆ ਹੋਇਆ ਅਤੇ ਉਹਦਾ ਅਕਾਲ ਪੁਰਖ ਦੇ ਨਾਲ ਮਿਲਾਪ ਨਹੀਂ ਹੋਇਆ, ਸੋ ਉਹ ਏਕ ਜੋਤ ਦੋਈ ਮੂਰਤੀ ਫਿਰ ਅਜੇ ਨਹੀਂ ਬਣੇ। ਸੋ ਇਹ ਦੋ ਪਹਿਲੂਆਂ ਦਾ ਜੋ ਇਸ ਸ਼ਬਦ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ, ਇੱਕ ਦੁਨਿਆਵੀ ਤੌਰ 'ਤੇ ਵੀ ਸਮਾਜ ਕਿੱਦਾਂ ਚੰਗਾ ਹੋਵੇ, ਇੱਕ ਦੰਪਤੀ ਦਾ ਆਪਸੀ ਪ੍ਰੇਮ ਕਿੱਦਾਂ ਹੋ ਸਕਦਾ, ਕਿੱਦਾਂ ਉਹ ਇੱਕ ਦੂਜੇ ਦੇ ਨਾਲ ਮਿਲਾਪ ਕਰਕੇ ਰਹਿ ਸਕਦੇ ਨੇ, ਅਤੇ ਦੂਸਰਾ ਪਹਿਲੂ ਇਹਦਾ ਜੋ ਅਧਿਆਤਮਕ ਹੈ ਉਹ ਗੁਰੂ ਸਾਹਿਬ ਜੀ ਨੇ ਸਾਨੂੰ ਇੱਥੇ ਦੱਸਿਆ। ਇਹ ਤਾਂ ਹੋ ਗਿਆ ਇੱਕ ਪਤੀ ਪਤਨੀ ਦਾ ਜਾਂ ਜੀਵ ਆਤਮਾ ਦਾ ਜੋ ਇੱਕ ਇਸਤਰੀ ਰੂਪ ਹੈ, ਅਤੇ ਨਾਲ ਅਕਾਲ ਪੁਰਖ ਜੋ ਪੁਰਖ ਹੈ, ਜੋ ਮਰਦ ਹੈ, ਜੋ ਸਾਡਾ ਪਿਰ ਹੈ, ਉਹਦੀ ਗੱਲ ਗੁਰੂ ਸਾਹਿਬ ਨੇ ਇੱਥੇ ਕੀਤੀ। ਬਾਣੀ ਦੀਆਂ ਹੋਰ ਪੰਕਤੀਆਂ ਅਨੇਕ ਨੇ। ਹੁਣ ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਇੱਕ ਪਰਿਵਾਰ ਨੂੰ ਡਿਫਾਈਨ ਕਰਦੇ ਆ, ਮਾਤਾ ਹੈ, ਪਿਤਾ ਹੈ, ਬੱਚੇ ਹੈ। ਹੁਣ ਤੁਸੀਂ ਸਾਰੇ ਆਨੰਦ ਸਾਹਿਬ ਦਾ ਪਾਠ ਕਰਦੇ ਹੋ, 17ਵੀਂ ਪੌੜੀ ਵਿੱਚ ਜੇ ਆਪਾਂ ਜਾਈਏ ਤਾਂ ਗੁਰੂ ਸਾਹਿਬ ਉਚਾਰਦੇ ਨੇ, ਪਵਿੱਤ ਹੋਏ ਸੇ ਜਨਾ ਜਿਨੀ ਹਰ ਹਰ ਧਿਆਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਹਰ ਧਿਆਇਆ। ਇਸ ਪੌੜੀ ਦੇ ਵਿੱਚ ਅੱਗੇ ਜਾ ਕੇ ਕਹਿੰਦੇ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ। ਹੁਣ ਇੱਥੇ ਕੋਈ ਦੋ ਪਹਿਲੂ ਨਹੀਂ ਗੇ, ਇੱਕੋ ਹੀ ਪਹਿਲੂ ਹੈ ਕਿ ਜਿਨ੍ਹਾਂ ਨੇ ਨਾਮ ਜਪਿਆ, ਹਰ ਹਰ ਧਿਆਇਆ, ਉਹਨਾਂ ਨੂੰ ਅਸੀਂ ਅਕਾਲ ਪੁਰਖ ਦੇ ਘਰ ਦੇ ਵਿੱਚ ਪਵਿੱਤਰ ਮੰਨਿਆ ਗਿਆ। ਉਹ ਪਵਿੱਤਰ ਹੋਏ, ਪਰ ਇਕੱਲੇ ਉਹ ਪਵਿੱਤਰ ਨਹੀਂ ਹੋਏ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਸੰਗਤ, ਪਵਿੱਤ ਸੰਗਤ ਸਬਾਈਆ। ਮਾਤਾ ਵੀ ਪਵਿੱਤ ਹੋਈ ਉਹਨਾਂ ਦੀ, ਪਿਤਾ ਵੀ, ਅਤੇ ਨਾਲ ਕੁਟੰਬ ਵੀ, ਬੱਚੇ, ਪਰਿਵਾਰ ਸਾਰੇ ਪਵਿੱਤਰ ਹੋ ਗਏ ਜਦੋਂ ਪਰਿਵਾਰ ਦੇ ਵਿੱਚ ਇਕੱਠੇ ਬੈਠ ਕੇ ਨਾਮ ਜਪਿਆ ਗਿਆ। ਸੋ ਇੱਥੇ ਗੁਰੂ ਸਾਹਿਬ ਜੀ ਨੇ ਫੈਮਿਲੀ ਦਾ ਜੋ ਡਿਜ਼ਾਈਨ ਸੀਗਾ ਉਹ ਸਾਨੂੰ ਗੁਰੂ ਸਾਹਿਬ ਜੀ ਨੇ ਬੜਾ ਕਲੀਅਰਲੀ ਇਹਨਾਂ ਪੰਕਤੀਆਂ ਦੇ ਵਿੱਚ ਸਾਨੂੰ ਉਹਨਾਂ ਨੇ ਦੱਸਿਆ। ਫੈਮਿਲੀ ਦਾ ਜੋ ਪ੍ਰਭਾਵ ਆਪਾਂ ਜੇ ਦੇਖੀਏ ਤਾਂ ਗੁਰੂ ਸਾਹਿਬ ਜੀ ਨੇ ਇੱਥੇ ਇਹ ਵੀ ਸਾਨੂੰ ਦੱਸਿਆ ਬਈ ਗੁਰੂ ਪਹਿਲੇ ਪਾਤਸ਼ਾਹ ਜੀ ਦੀ ਪੰਕਤੀ ਆਉਂਦੀ ਹੈ, ਮੇਰੇ ਚਿੱਤ ਵਿੱਚ ਆ ਰਹੀ ਹੈ, ਭੰਡ ਜੰਮੀ ਹੈ ਭੰਡ ਨਿਮੀ ਹੈ, ਭੰਡ ਮੰਗਣ ਵੀ ਆਹੋ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ। ਭੰਡ ਬੀਬੀ ਤੋਂ ਤੇਰਾ ਜਨਮ ਹੋ ਰਿਹਾ ਮਨੁੱਖਾ, ਅਤੇ ਭੰਡ ਦੀ ਕੁੱਖ ਦੇ ਵਿੱਚ ਤੂੰ ਪਲਿਆ ਹੈ, ਅਤੇ ਹੁਣ ਤੇਰਾ ਵਿਆਹ ਵੀ ਤੇਰਾ ਭੰਡ ਨਾਲ ਹੁੰਦਾ ਹੈ। ਉਹੀ ਪੰਕਤੀ ਆ ਅੱਗੇ ਜਾ ਕੇ ਜਿੱਥੇ ਕਹਿੰਦੇ ਸੋ ਕਿਉ ਮੰਦਾ ਆਖੀਏ ਜਿਤ ਜਮਹਿ ਰਾਜਾਨ, ਇਹ ਉਹ ਵਾਲੇ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਨੇ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਇੱਥੇ ਵੀ ਕਹਿੰਦੇ ਨੇ, ਨਾਰੀ ਪੁਰਖ ਪਿਆਰ ਹੈ, ਪੁਰਖ ਪਿਆਰ ਕਰੇ ਦੇ ਨਾਰੀ, ਨਾਰ ਪਤਾਰ ਸੰਜੋਗ ਮਿਲ, ਪੁੱਤ ਸਪੁੱਤ ਕਪੁੱਤ ਸੈਂਸਾਰੀ। ਭਾਈ ਸਾਹਿਬ ਭਾਈ ਗੁਰਦਾਸ ਜੀ। ਸੋ ਸਾਨੂੰ ਇਸ ਗੱਲ ਦੀ ਅਹਿਮੀਅਤ ਦਾ ਪਤਾ ਹੋਣਾ ਚਾਹੀਦਾ ਹੈ ਕਿ ਭਾਈ ਗੁਰਦਾਸ ਸਾਹਿਬ ਜੀ ਦੀ ਇੱਕ ਹੋਰ ਪੰਕਤੀ ਆਉਂਦੀ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੈ। ਹੁਣ ਇਸ ਪੰਕਤੀ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਮਨੁੱਖ ਨੂੰ ਸੰਬੋਧਨ ਹੋ ਰਹੇ ਨੇ। ਉਹਨੂੰ ਕਹਿੰਦੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੈ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਇਸ ਗੱਲ ਦਾ ਪਤਾ ਹੈ ਕਿ ਆਮ ਤੌਰ 'ਤੇ ਜੇ ਦੇਖਿਆ ਜਾਵੇ ਤਾਂ ਜਿਹੜਾ ਮਨੁੱਖ ਹੈ ਉਹ ਬੀਬੀ ਦੀ ਜੋ ਉਹਦੀ ਵੀਕਨੈਸ ਹੈ ਉਹਦਾ ਨਜਾਇਜ਼ ਫਾਇਦਾ ਉਠਾ ਕੇ ਅਤੇ ਉਹਦੇ 'ਤੇ ਜ਼ੋਰ ਅਜਮਾਉਂਦਾ ਹੈ, ਉਹਨੂੰ ਆਪਣੇ ਵੱਸ ਵਿੱਚ ਕਰਦਾ ਹੈ, ਅਤੇ ਉਹਦੀ ਸਮਾਜ ਦੇ ਵਿੱਚ ਜਿਹੜੀ ਅਹਿਮੀਅਤ ਹੈ ਉਹਨੂੰ ਵਿਗਾੜਦਾ ਹੈ। ਸੋ ਭਾਈ ਸਾਹਿਬ ਗੁਰਦਾਸ ਜੀ ਮਨੁੱਖ ਨੂੰ ਸੰਬੋਧਨ ਹੋ ਕੇ, ਬੰਦੇ ਨੂੰ ਸੰਬੋਧਨ ਹੋ ਕੇ ਉਹਨਾਂ ਨੇ ਕਿਹਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੈ। ਤੇਰਾ ਸੰਬੰਧ ਜਿਹੜਾ ਇੱਕ ਨਾਰੀ ਨਾਲ ਹੋਣਾ ਚਾਹੀਦਾ ਹੈ। ਹੁਣ ਇਹ ਜੋ ਵੀ ਸਾਰੀਆਂ ਸਾਨੂੰ ਹੁਕਮ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਕਹਿ ਲਓ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਹਿ ਲਓ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਚਨ ਨੇ, ਹੁਣ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਨੂੰ ਇਹ ਦੱਸਦੇ ਨੇ ਵਾਕ, ਅਤੇ ਉਹ ਇਤਿਹਾਸਕ ਤੌਰ 'ਤੇ ਇਹ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤਾ ਉਹ ਇਹ ਸੀ, ਸੁਧ ਜਬ ਤੇ ਹਮ ਤਰੀ ਬਚਨ ਗੁਰ ਦਏ ਹਮਾਰੇ, ਪੂਤ ਹੈ ਪ੍ਰਣਤ ਹੋਏ ਪ੍ਰਾਣ ਜਬ ਲਗ ਘਟ ਤਹਾਰੇ, ਨਿਜ ਨਾਰੀ ਕੇ ਸੰਗ ਨਿਹ ਤੁਮ ਨਿਤ ਬੜਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਜਾਈਓ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਮੇਰੇ ਪਿਤਾ ਜੀ ਨੇ ਮੈਨੂੰ ਇਹ ਸਮਝਾਇਆ ਜਦੋਂ ਮੈਂ ਵੱਡਾ ਹੋਇਆ, ਅਤੇ ਮੈਨੂੰ ਗੁਰੂ
ਤੇਗ ਬਹਾਦਰ ਸਾਹਿਬ ਮੇਰੇ ਪਿਤਾ ਜੀ ਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਇਹ ਹੁਕਮ ਕਰਦਾ ਕਿ ਜਿੰਨੀ ਦੇਰ ਤੱਕ ਵੀ ਤੇਰੇ ਸਰੀਰ ਵਿੱਚ ਪ੍ਰਾਣ ਨੇ, ਜਿੰਨੀ ਦੇਰ ਤੱਕ ਵੀ ਤੂੰ ਜਿਉਂਦਾ ਹੈ, ਤੂੰ ਆਪਣੀ ਪਤਨੀ ਦੇ ਨਾਲ ਤਾਂ ਤੂੰ ਰਹਿਣਾ ਹੈ। ਨਿਜ ਨਾਰੀ ਕੇ ਸੰਗ ਨਿਹੁ ਤੁਮ ਨਿਤ ਵਡਈਓ, ਉਹਦੇ ਨਾਲ ਤੂੰ ਪਿਆਰ ਕਰਨਾ ਹੈ, ਉਹਦੇ ਨਾਲ ਤੇਰੇ ਸਰੀਰਕ ਸੰਬੰਧ ਹੋਣਗੇ, ਪਰ ਜਿਹੜੀ ਪਰਾਈ ਔਰਤ ਹੈ ਉਹਦੇ ਤਾਂ ਤੂੰ ਸੁਪਨੇ ਵਿੱਚ ਵੀ, ਭੁੱਲ ਕੇ ਵੀ ਤੂੰ ਸੁਪਨੇ ਵਿੱਚ ਵੀ ਉਹਦੇ ਬਿਸਤਰੇ ਵਿੱਚ ਤੂੰ ਨਹੀਂ ਜਾਣਾ। ਇਹ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ। ਇਹ ਉਸੇ ਹੀ ਗੱਲ ਨਾਲ ਹੀ ਮੈਚ ਕਰਦੀ ਹੈ ਜਿੱਥੇ ਭਾਈ ਗੁਰਦਾਸ ਜੀ ਦੀ ਮੈਂ ਗੱਲ ਤੁਹਾਡੇ ਨਾਲ ਕੀਤੀ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ। ਸੋ ਸਤਿਗੁਰੂ ਸਾਹਿਬ ਜੀ ਨੇ, ਭਾਈ ਗੁਰਦਾਸ ਜੀਆਂ ਨੇ ਸਾਨੂੰ ਇਹ ਬਹੁਤ ਜ਼ਿਆਦਾ ਸਾਨੂੰ ਇੱਕ ਸਿੱਧੀ ਸੇਧ ਦਿੱਤੀ ਹੈ ਵੀ ਗ੍ਰਸਤ ਕਿਹੋ ਜਿਹਾ ਹੁੰਦਾ ਹੈ। ਗ੍ਰਸਤ ਦੇ ਵਿੱਚ ਇੱਕ ਮਰਦ ਹੁੰਦਾ ਹੈ, ਇੱਕ ਔਰਤ ਹੁੰਦੀ ਹੈ। ਇਹ ਕਹਿ ਲਵੋ ਕਿ ਇੱਕ ਘਰ ਵਾਲਾ ਹੁੰਦਾ ਹੈ, ਇੱਕ ਘਰ ਵਾਲੀ ਹੁੰਦੀ ਹੈ, ਜਾਂ ਐਂ ਕਹਿ ਲਵੋ ਜਦੋਂ ਉਹਨਾਂ ਦੇ ਬੱਚਾ ਹੋ ਜਾਵੇ ਇੱਕ ਮਾਂ ਹੁੰਦੀ ਹੈ, ਇੱਕ ਬਾਪ ਹੁੰਦਾ ਹੈ, ਗਾਂ ਬੱਚੇ ਹੁੰਦੇ ਨੇ। ਤਾਂ ਉਹ ਰਲ ਮਿਲ ਕੇ ਸਾਰੇ ਪ੍ਰਭੂ ਦੀ ਬੰਦਗੀ ਕਰਦੇ ਨੇ, ਰਹਿਤ ਵਿੱਚ ਰਹਿੰਦੇ ਨੇ, ਗੁਰੂ ਕਰਦੇ ਨੇ, ਸੰਗਤ ਕਰਦੇ ਨੇ, ਅਤੇ ਉਹ ਆਪਣੇ ਪਰਿਵਾਰ ਨੂੰ ਤਾਂ ਚੰਗਾ ਬਣਾਉਂਦੇ ਹੀ ਨੇ, ਪਰ ਨਾਲ ਜਦੋਂ ਇਹ ਸਾਰੇ ਗ੍ਰਸਤੀ ਜੋ ਪਰਿਵਾਰ ਨੇ ਜਦੋਂ ਇਕੱਠੇ ਹੁੰਦੇ ਨੇ, ਸੰਗਤ ਰੂਪ ਬਣਦੀ ਹੈ, ਫਿਰ ਇਹ ਸਮਾਜ ਦਾ ਇੱਕ ਹਿੱਸਾ ਬਣਦੇ ਨੇ ਅਤੇ ਸਮਾਜ ਜਿਹੜਾ ਹੈ ਉਹ ਬਹੁਤ ਚੰਗਾ ਬਣ ਜਾਂਦਾ ਹੈ। ਇਸੇ ਕਰਕੇ ਗੁਰਮਤਿ ਦੇ ਵਿੱਚ ਜੋ ਇਹ ਆਨੰਦ ਸੰਸਕਾਰ ਜਿਹਦੀ ਮੈਂ ਗੱਲ ਕਰਕੇ ਹਟਿਆ ਪਹਿਲਾਂ, ਉਹ ਇੱਕ ਮਰਦ ਦੇ ਵਿੱਚ ਅਤੇ ਇੱਕ ਔਰਤ ਦੇ ਵਿੱਚ ਹੋਣਾ ਹੀ ਪ੍ਰਵਾਨ ਕੀਤਾ ਗਿਆ। ਪਰ ਇੱਕ ਹੋਰ ਸਮੱਸਿਆ ਹੈ ਅੱਜ ਕੱਲ੍ਹ ਦੇ ਜ਼ਮਾਨੇ 'ਚ, ਕਲਯੁਗ ਦਾ ਪ੍ਰਭਾਵ ਇਹਨੇ ਸਿੱਖਾਂ ਨੂੰ ਵੀ ਨਹੀਂ ਛੱਡਿਆ। ਕਈ ਇੱਕ ਐਸੇ ਅਦਾਰੇ ਨੇ, ਸੰਸਥਾਵਾਂ ਨੇ, ਅਤੇ ਕਈ ਇੱਕ ਐਸੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਸਾਡੇ ਨੌਜਵਾਨ ਪੀੜ੍ਹੀ ਨੂੰ ਬਾਣੀ ਦੇ ਅਰਥਾਂ ਦੇ ਅਨਰਥ ਕਰਕੇ ਗੁੰਮਰਾਹ ਕਰਨ ਦਾ ਠੇਕਾ ਲਿਆ ਹੋਇਆ ਹੈ। ਨੌਜਵਾਨ ਬੱਚਿਆਂ ਨੂੰ ਬਹੁਤਾ ਪਤਾ ਨਹੀਂ ਗਾ, ਉਹ ਪੱਛਮ ਦੇ ਪੜ੍ਹੇ ਨੇ, ਉਹਨਾਂ ਨੂੰ ਸਿੱਖੀ ਬਾਰੇ ਨਾ ਤਾਂ ਉਹਨਾਂ ਨੂੰ ਕੋਈ ਰਿਸੋਰਸਿਸ ਦਾ ਪਤਾ ਹੈ, ਉਹ ਪੰਜਾਬੀ ਨਹੀਂ ਜਾਣਦੇ, ਫਾਰਸੀ ਨਹੀਂ ਜਾਣਦੇ, ਅਤੇ ਉਹਨਾਂ ਨੂੰ ਜੋ ਇੱਥੋਂ ਦੀ ਸਿੱਖਿਆ ਦੇ ਪੱਖ ਤੋਂ ਜੋ ਉਹਨਾਂ ਨੂੰ ਮਹਿਸੂਸ ਹੋਇਆ, ਉਹਨਾਂ ਨੇ ਸੋਚ ਲਿਆ ਵੀ ਹਾਂ ਆਹੀ ਸਿੱਖੀ ਹੋਣੀ ਹੈ। ਉਹਨਾਂ ਨੂੰ ਨਾ ਬਾਣੀ ਦਾ ਪਤਾ ਹੈ, ਨਾ ਇਤਿਹਾਸ ਦਾ ਪਤਾ ਹੈ। ਤਾਂ ਜੋ ਕੁਛ ਇਹਨਾਂ ਸ਼ਰਾਰਤੀ ਅਨਸਰਾਂ ਨੇ, ਸ਼ਖਸੀਅਤਾਂ ਨੇ, ਸੰਸਥਾਵਾਂ ਨੇ ਜੋ ਉਹਨਾਂ ਨੂੰ ਪਾਇਆ ਉਹਨਾਂ ਦੇ ਦਿਮਾਗ ਦੇ ਵਿੱਚ, ਉਹ ਉਹਨਾਂ ਨੇ ਪ੍ਰਵਾਨ ਕਰ ਲਿਆ। ਮਾਪਦੰਡ ਕੀ ਸੀ? ਮਾਪਦੰਡ ਇਹ ਸੀ ਕਿ ਜੋ ਪੱਛਮੀ ਸੱਭਿਅਤਾ ਦਾ ਪ੍ਰਭਾਵ ਹੈ ਉਹਦੇ ਅਧੀਨ ਜੋ ਕੁਛ ਹੋ ਰਿਹਾ ਹੈ ਉਹੀ ਠੀਕ ਹੈ, ਬਾਕੀ ਸਾਰਾ ਕੁਛ ਗਲਤ ਹੈ। ਜੋ ਉਹਨਾਂ ਨੂੰ ਦਿਖਾਇਆ ਪੜ੍ਹਾਇਆ ਗਿਆ ਉਹ ਉਹਨਾਂ ਨੇ ਮੰਨ ਲਿਆ। ਇਹ ਤਾਂ ਉਹ ਸੀ ਜਿਨ੍ਹਾਂ ਨੂੰ ਕੋਈ ਇਸ ਗੱਲ ਦੀ ਮਨ ਵਿੱਚ ਬੇਈਮਾਨੀ ਨਹੀਂ ਸੀ। ਪਰ ਕੁਛ ਇਹੋ ਜਿਹੇ ਵੀ ਨੇ ਜਿਨ੍ਹਾਂ 'ਤੇ ਪੱਛਮੀ ਦਰਸ਼ਨ ਅਤੇ ਪੱਛਮੀ ਸੋਚ ਦਾ ਇੰਨਾ ਜ਼ਿਆਦਾ ਪ੍ਰਭਾਵ ਪੈ ਹਟਿਆ ਕਿ ਉਹ ਕਹਿੰਦੇ ਤਾਂ ਆਪਣੇ ਆਪ ਨੂੰ ਸਿੱਖ ਨੇ, ਇੱਥੋਂ ਦੇ ਜੰਮਪਲ ਨੇ, ਕਹਿੰਦੇ ਤਾਂ ਆਪਣੇ ਆਪ ਨੂੰ ਸਿੱਖ ਨੇ, ਪਰ ਉਹਨਾਂ ਦਾ ਧਰਮ ਦੇ ਨਾਲ, ਸਿੱਖੀ ਦੇ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀਂ। ਅਤੇ ਇਹ ਸੰਸਥਾਵਾਂ, ਇਹ ਸ਼ਰਾਰਤੀ ਅਨਸਰ ਅਤੇ ਇਹ ਲੋਕ ਜਿਨ੍ਹਾਂ 'ਤੇ ਪੱਛਮ ਦੀ ਸੋਚ ਦਾ, ਦਰਸ਼ਨ ਦਾ ਇੰਨਾ ਜ਼ਿਆਦਾ ਪ੍ਰਭਾਵ ਹੈ ਕਿ ਉਹਨਾਂ ਨੇ ਧਰਮ ਤੋਂ ਆਪਣਾ ਨਾਤਾ ਤੋੜ ਲਿਆ। ਭਾਵੇਂ ਉਹ ਪੱਗ ਵੀ ਬੰਨ੍ਹਦੇ ਨੇ, ਉਹ ਕੇਸਾਧਾਰੀ ਵੀ ਨੇ, ਸਾਬਤ ਸੂਰਤ ਵੀ ਨੇ, ਕਈਆਂ ਨੇ ਸ਼ਾਇਦ ਅੰਮ੍ਰਿਤ ਵੀ ਛਕਿਆ ਹੋਵੇ, ਅਤੇ ਉਹ ਇਸ ਗੱਲ 'ਤੇ ਹੁਣ ਤੁਲੇ ਹੋਏ ਨੇ ਕਿ ਜੋ ਪੱਛਮ ਦੇ ਵਿੱਚ ਇਸ ਵੇਲੇ ਤੱਤੀ ਹਵਾ ਚੱਲ ਰਹੀ ਹੈ ਉਹਨੂੰ ਉਹ ਕਹਿੰਦੇ ਨੇ ਵੀ ਸਿੱਖੀ ਦੇ ਵਿੱਚ ਵੀ ਉਹੀ ਹੋਊਗਾ ਤਾਂ ਮੰਨਾਂਗੇ, ਨਹੀਂ ਤਾਂ ਅਸੀਂ ਮੰਨਦੇ ਨਹੀਂ। ਉਹਨਾਂ ਦਾ ਇਹ ਕਹਿਣਾ ਹੈ ਕਿ ਗੁਰਬਾਣੀ ਦੇ ਵਿੱਚ ਕੋਈ ਵੀ ਐਸੀ ਪੰਕਤੀ, ਇਤਿਹਾਸ ਦੇ ਵਿੱਚ ਕੋਈ ਵੀ ਐਸਾ ਵਾਕਿਆ ਨਹੀਂ ਆਉਂਦਾ ਜਿੱਥੇ ਗੁਰੂ ਸਾਹਿਬ ਜੀ ਨੇ ਸਮਲਿੰਗ ਵਿਆਹ ਦਾ ਖੰਡਨ ਕੀਤਾ ਹੋਵੇ, ਉਹਨੂੰ ਕੰਡੈਮ ਕੀਤਾ ਹੋਵੇ। ਤਾਂ ਕਰਕੇ ਇਹ ਜੋ ਸਮਲਿੰਗ ਵਿਆਹ ਨੇ ਇਹ ਕੀਤੇ ਜਾ ਸਕਦੇ ਨੇ, ਇਹਨਾਂ 'ਚ ਕੋਈ ਗਲਤ ਨਹੀਂ ਗਾ। ਪਰ ਜੇ ਆਪਾਂ ਇਹਨਾਂ ਦੀ ਇਸ ਗੱਲ ਨੂੰ ਆਧਾਰ ਬਣਾਈਏ ਅਤੇ ਬਾਣੀ ਵਿੱਚ ਤਾਂ ਕੋਈ ਇਹੋ ਜਿਹੀ ਪੰਕਤੀ ਵੀ ਨਹੀਂ ਜਿਹਦੇ ਵਿੱਚ ਇਹ ਉਹਨਾਂ ਨੇ, ਗੁਰੂ ਸਾਹਿਬ ਨੇ ਸਾਨੂੰ ਕਿਹਾ ਵੀ ਕਿਸੇ ਬੱਚੇ ਨਾਲ ਤੁਸੀਂ ਕੁਕਰਮ ਨਹੀਂ ਕਰਨਾ, ਕਿ ਕਿਸੇ ਜਾਨਵਰ ਦੇ ਨਾਲ ਤੁਸੀਂ ਆਪਣਾ ਸੰਬੰਧ ਨਹੀਂ ਬਣਾਉਣਾ। ਫਿਰ ਕੀ ਜੇ ਇਹਨਾਂ ਦੀ ਗਿਣਤੀ ਵੱਧ ਜੂਗੀ, ਇਹੋ ਜਿਹੇ ਲੋਕ ਆ ਕੇ ਸਾਨੂੰ ਕਹਿਣਗੇ, ਅਤੇ ਫਿਰ ਕੀ ਸਾਨੂੰ ਇਹਨਾਂ ਦੀ ਵੀ ਮੰਨਣੀ ਪਊਗੀ? ਨਹੀਂ, ਇਹ ਗੱਲ ਸਹੀ ਨਹੀਂ ਗਈ। ਮੈਂ ਤੁਹਾਡੇ ਨਾਲ ਪਹਿਲਾਂ ਕਿੰਨੇ ਹੁਣ ਉਦਾਹਰਨ ਮੈਂ ਤੁਹਾਨੂੰ ਦੇ ਚੁੱਕੀਆਂ ਗੁਰਬਾਣੀ ਵਿੱਚੋਂ, ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚੋਂ, ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਵਿੱਚੋਂ, ਕਿ ਗ੍ਰਸਤੀ ਜੀਵਨ ਸਿੱਖ ਵਾਸਤੇ ਮਾਤਾ
ਪਿਤਾ ਤੇ ਉਹਦੇ ਬੱਚੇ, ਉਹਨੂੰ ਹੀ ਗ੍ਰਸਤੀ ਕਰਕੇ ਪ੍ਰਵਾਨ ਕੀਤਾ ਗਿਆ। ਇਹੀ ਰਹਿਤ ਮਰਿਆਦਾ ਜਿਹੜੀ ਹੈ, ਸਾਡੀ ਸਿੱਖ ਰਹਿਤ ਮਰਿਆਦਾ ਜਿਹੜੀ ਹੈ, ਉਹ ਇਹਨਾਂ ਹੀ ਅਸੂਲਾਂ, ਇਹਨਾਂ ਹੀ ਗੁਰਬਾਣੀ ਦੇ ਤੱਥਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਸੀ। ਸੋ ਜਿਹੜੇ ਇਹ ਲੋਕ ਨੇ, ਸੰਸਥਾਵਾਂ ਨੇ, ਇਹ ਜੋ ਸ਼ਖਸ ਨੇ, ਇਹਨਾਂ ਦਾ ਦਾਅਵਾ ਕੀ ਹੈ? ਇਹ ਕੀ ਕਹਿੰਦੇ ਨੇ? ਹੁਣ ਜਿਵੇਂ ਆਪਾਂ ਇਹ ਪੰਕਤੀ ਪਹਿਲਾਂ ਵੀ ਆਪਾਂ ਪੜ੍ਹੀ ਸੀ, ਅਤੇ ਆਮ ਤੌਰ 'ਤੇ ਆਨੰਦ ਕਾਰਜਾਂ ਵੇਲੇ ਪੰਕਤੀ ਪੜ੍ਹੀ ਜਾਂਦੀ ਹੈ। ਧਨ ਪਿਰ ਇਹਨਾਂ ਆਖੀਆਂ ਬਹਿਨ ਇਕੱਠੇ ਹੋਏ, ਏਕ ਜੋਤ ਦੋਈ ਮੂਰਤੀ, ਧਨ ਪਿਰ ਕਹੀਐ ਸੋਏ। ਮਹੱਲਾ ਤੀਜਾ, ਸੋਹੀ ਕੀ ਵਾਰ, ਗੁਰੂ ਤੀਜੇ ਪਾਤਸ਼ਾਹ। ਇਹਨਾਂ ਦਾ ਕਹਿਣਾ ਇਹ ਹੈ ਕਿ ਇਹ ਪੰਕਤੀਆਂ ਜਿਹੜੀਆਂ ਨੇ, ਇਹ ਕੇਵਲ ਇੱਕ ਵਿਆਹੀ ਹੋਈ ਔਰਤ ਦਾ ਆਪਣੇ ਘਰ ਵਾਲੇ ਦੇ ਨਾਲ ਜੋ ਪ੍ਰੇਮ ਹੈ, ਉਹਨਾਂ ਤੱਕ ਸੀਮਿਤ ਨਹੀਂ ਗਾ। ਗੱਲ ਉਹਨਾਂ ਦੀ ਸਹੀ ਹੈ। ਇਹ ਜਿਹੜੀਆਂ ਪੰਕਤੀਆਂ ਨੇ, ਇਹਨਾਂ ਨੂੰ ਆਪਾਂ ਨੂੰ ਇੱਕ ਜੀਵ ਆਤਮਾ ਇਸਤਰੀ ਦਾ ਪ੍ਰਭੂ ਦੇ ਨਾਲ ਮਿਲਾਪ, ਉਹਦੇ ਨਾਲ ਪ੍ਰੇਮ, ਉਸ ਨਜ਼ਰੀਏ ਨਾਲ ਵੀ ਦੇਖਣਾ ਚਾਹੀਦਾ। ਹੋਰ ਪੰਕਤੀਆਂ ਕਈ ਨੇ, ਪਹਿਲੇ ਪਾਤਸ਼ਾਹ ਦਾ ਸ਼ਬਦ ਆਉਂਦਾ, ਸਾਹ ਧਨ ਖਰੀ ਸੁਹਾਵਣੀ, ਜਿਨ ਪਿਰ ਜਾਤਾ ਸੰਗ, ਮਹਿਲੀ ਮਹਿਲ ਬੁਲਾਈਐ, ਸੋ ਪਿਰ ਰਾਵੈ ਰੰਗ। ਗੁਰੂ ਸਾਹਿਬ ਜੀ ਦੀਆਂ ਹੋਰ ਪੰਕਤੀਆਂ ਨੇ ਇਸੇ ਤਰ੍ਹਾਂ ਹੀ, ਅੱਜ ਨਾ ਸੁੱਤੀ ਕੰਧ ਸਿਵੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੋਹਾਗਣੀ, ਤੁਮ ਕਿਉਂ ਰਹਿਣ ਵਿਹਾਏ। ਇਹ ਜਿਹੜੀਆਂ ਪੰਕਤੀਆਂ ਨੇ, ਇਹਨਾਂ ਸਾਰਿਆਂ ਦਾ ਆਧਾਰ ਜਿਹੜਾ ਹੈ, ਉਹ ਇਹ ਹੈ ਬਈ ਸਾਨੂੰ ਜਿੱਥੇ ਅਸੀਂ ਦੁਨਿਆਵੀ ਤੌਰ 'ਤੇ ਪਤੀ ਪਤਨੀ ਦੇ ਰੂਪ ਦੇ ਵਿੱਚ ਆਪਣੇ ਖਸਮ ਨੂੰ ਬੀਬੀ ਜਦੋਂ ਉਡੀਕਦੀ ਹੈ ਅਤੇ ਕਿਵੇਂ ਮਹਿਸੂਸ ਕਰਦੀ ਹੈ, ਉਹਨੂੰ ਆਧਾਰ ਬਣਾ ਕੇ ਪੰਕਤੀਆਂ ਰਚੀਆਂ ਗਈਆਂ। ਪਰ ਇਹਨਾਂ ਪੰਕਤੀਆਂ ਦੇ ਉਸ ਦੁਨਿਆਵੀ ਜੋ ਇਹਨਾਂ ਦਾ ਜੋ ਅਰਥ ਹੈ, ਉਹਨੂੰ ਇਹ ਰੱਦ ਕਰਦੇ ਨੇ। ਕਹਿੰਦੇ ਨੇ ਹਾਂ, ਉੱਥੋਂ ਅਸੀਂ ਇਹ ਗੱਲ ਨਹੀਂ ਪੂਰੀ ਕਰ ਸਕਦੇ, ਉਹਨੂੰ ਸਾਨੂੰ ਛੱਡਣਾ ਪਊਗਾ। ਕਿਉਂ? ਕਿਉਂਕਿ ਇਹ ਪੰਕਤੀਆਂ ਇੱਕ ਆਤਮਾ ਦਾ ਉਸ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਬਾਰੇ ਇਹ ਪੰਕਤੀਆਂ ਉਚਾਰੀਆਂ ਗਈਆਂ ਨੇ, ਜਿਹਦਾ ਕੋਈ ਲਿੰਗ ਨਹੀਂ ਗਾ। ਨਾ ਉਹ ਬੰਦਾ ਹੈ, ਨਾ ਉਹ ਔਰਤ ਹੈ। ਜਿਹੜਾ ਇੱਕ ਓਂਕਾਰ, ਜਿਹੜਾ ਅਕਾਲ ਪੁਰਖ ਹੈ, ਉਹ ਜੈਂਡਰਲੈਸ ਹੈ। ਸੋ ਆਪਾਂ ਨੂੰ ਇਹ ਪੰਕਤੀਆਂ ਜਿਹੜੀਆਂ ਨੇ, ਇਹ ਸਾਨੂੰ ਸਿਰਫ ਉਸ ਪੱਖ ਤੋਂ ਹੀ ਇਹਨਾਂ ਦੇ ਅਰਥ ਲੈਣੇ ਚਾਹੀਦੇ ਨੇ। ਅਤੇ ਜੇ ਆਪਾਂ ਇਹਨਾਂ ਦੇ ਅਰਥ ਕੇਵਲ ਅਤੇ ਕੇਵਲ ਦੁਨਿਆਵੀ ਜੋ ਸਾਡਾ ਜੋ ਇੱਥੇ ਮੈਟਾਫਰ ਯੂਜ਼ ਕੀਤਾ ਗਿਆ, ਜੇ ਆਪਾਂ ਉੱਥੋਂ ਲਵਾਂਗੇ ਤਾਂ ਫਿਰ ਅਸੀਂ ਇੱਕ ਗੁਨਾਹ ਕਰ ਰਹੇ ਹੋਵਾਂਗੇ, ਇੱਕ ਸਾਡੀ ਡਿਸਸਰਵਿਸ ਹੋ ਰਹੀ ਹੋਊਗੀ। ਅਸੀਂ ਇਹਨਾਂ ਪੰਕਤੀਆਂ ਨੂੰ ਹੈਟਰੋਸੈਕਸ਼ੂਅਲ ਰਿਲੇਸ਼ਨਸ਼ਿਪ ਦੇ ਕਾਂਟੈਕਸਟ ਦੇ ਵਿੱਚ ਇਹਨਾਂ ਨੂੰ ਅਸੀਂ ਨਹੀਂ ਵਰਤ ਸਕਦੇ। ਕਿਉਂ? ਕਿਉਂਕਿ ਇਹ ਇੱਕ ਸੋਲ ਦਾ ਅਤੇ ਇੱਕ ਜੈਂਡਰਲੈਸ ਅਕਾਲ ਪੁਰਖ ਦਾ ਮਿਲਾਪ, ਉਹਦੇ ਵਾਸਤੇ ਇਹ ਪੰਕਤੀਆਂ ਉਚਾਰੀਆਂ ਗਈਆਂ ਨੇ। ਪਰ ਇਹ ਇੰਨੇ ਸ਼ਰਾਰਤੀ ਨੇ, ਇਹਨਾਂ ਦੀ ਲੂੰਬੜ ਚਾਲ ਤੁਸੀਂ ਮਤਲਬ ਦੇਖ ਕੇ ਹੈਰਾਨ ਹੋਵੋਗੇ। ਪਹਿਲਾਂ ਇਹ ਕਹਿੰਦੇ ਨੇ ਕਿ ਇਹਨੂੰ ਅਸੀਂ ਇੱਕ ਮਰਦ ਅਤੇ ਔਰਤ ਦੇ ਆਪਸੀ ਪ੍ਰੀਤ ਦੀ ਉਸ ਪਹਿਲੂ ਤੋਂ ਇਹਨਾਂ ਪੰਕਤੀਆਂ ਦੇ ਅਰਥ ਕਬੂਲ ਨਹੀਂ ਕਰਨੇ। ਪਹਿਲਾਂ ਇਹਨਾਂ ਨੇ ਇਹ ਕਹਿ ਦਿੱਤਾ, ਨਾਲ ਕਹਿ ਦਿੱਤਾ ਇਹ ਕੇਵਲ ਅਤੇ ਕੇਵਲ ਇੱਕ ਜੀਵ ਆਤਮਾ ਦੇ ਉਸ ਜੈਂਡਰਲੈਸ ਅਕਾਲ ਪੁਰਖ ਦੇ ਨਾਲ ਮਿਲਾਪ ਦੇ ਸੰਬੰਧ ਵਿੱਚ ਇਹ ਪੰਕਤੀਆਂ ਉਚਾਰੀਆਂ ਗਈਆਂ ਨੇ। ਹੁਣ ਉਹ ਜਿਹੜਾ ਜੈਂਡਰਲੈਸ ਅਕਾਲ ਪੁਰਖ ਹੈ, ਉਹਨੂੰ ਇਹਨਾਂ ਨੇ ਲੈ ਆਂਦਾ ਫਲੂਇਡ ਸਟੇਟ ਦੇ ਵਿੱਚ ਜੈਂਡਰ ਹੈ। ਮੁੜ ਕੇ ਇਹਨਾਂ ਨੇ ਇਹ ਪੰਕਤੀਆਂ ਨੂੰ ਘੁਮਾ ਕੇ ਦੁਨਿਆਵੀ ਅਰਥ ਦੇ ਕੱਢ ਦਿੱਤੇ ਅਤੇ ਇਹ ਕਿਹਾ ਕਿ ਜਿਹੜਾ ਸੇਮ ਸੈਕਸ ਮੈਰਿਜ ਹੈ, ਉਹ ਵੀ ਫਲੂਇਡ ਜੈਂਡਰ ਹੈ। ਬੰਦੇ ਦਾ ਬੰਦੇ ਨਾਲ ਹੋ ਗਿਆ, ਜਨਾਨੀ ਦਾ ਜਨਾਨੀ ਨਾਲ ਹੋ ਗਿਆ, ਤਾਂ ਕਿਉਂਕਿ ਉਹ ਜੈਂਡਰਲੈਸ ਅਕਾਲ ਪੁਰਖ ਹੈ ਅਤੇ ਤਾਂ ਕਰਕੇ ਇਹ ਪੰਕਤੀਆਂ ਤਾਂ ਉੱਥੇ ਵੀ ਵਰਤੀਆਂ ਜਾ ਸਕਦੀਆਂ ਨੇ। ਸੋ ਇਹ ਗੱਲ ਨੂੰ ਜਸਟੀਫਾਈ ਕਰਨ ਦਾ ਜੋ ਇਹਨਾਂ ਨੇ ਬੜਾ ਟੇਢਾ ਜਿਹਾ, ਇੱਕ ਬੜਾ ਸ਼ਰਾਰਤੀ ਭਰਿਆ, ਮਤਲਬ ਜਿਹੜਾ ਸ਼ਰਾਰਤ ਭਰਿਆ ਜਿਹੜਾ ਇਹਨਾਂ ਨੇ ਢੰਗ ਅਪਣਾਇਆ ਹੈ, ਇਸ ਤੋਂ ਸਾਨੂੰ ਸਾਰਿਆਂ ਨੂੰ ਜਾਣੂ ਹੋਣ ਦੀ ਲੋੜ ਹੈ। ਬੋਟਮ ਲਾਈਨ ਕੀ ਹੈ? ਬੋਟਮ ਲਾਈਨ ਇਹ ਹੈ ਕਿ ਇਹ ਕਹਿ ਰਹੇ ਨੇ ਕਿ ਗੁਰਬਾਣੀ ਦੇ ਵਿੱਚ ਕਿਉਂਕਿ ਕਿਤੇ ਵੀ ਇਸ ਗੱਲ ਦਾ ਖੰਡਨ ਨਹੀਂ ਆਉਂਦਾ ਕਿ ਹੋਮੋਸੈਕਸ਼ੂਅਲ ਰਿਲੇਸ਼ਨਸ਼ਿਪ ਕਰਨੇ ਗਲਤ ਨੇ, ਇਹ ਹੋਮੋਸੈਕਸ਼ੂਅਲ ਰਿਲੇਸ਼ਨਸ਼ਿਪ ਨੂੰ ਖੰਡਨ ਨਹੀਂ ਕੀਤਾ ਗਿਆ। ਪਰ ਇਹਨਾਂ ਨੂੰ ਕੋਈ ਜੇ ਸਵਾਲ ਪੁੱਛੇ ਬਈ ਤੁਹਾਨੂੰ ਗੁਰਬਾਣੀ ਦੇ ਵਿੱਚ ਇੱਕ ਵੀ ਪੰਕਤੀ ਲੱਭੀ, ਸ਼ਬਦ ਦੂਰ ਦੀ ਗੱਲ, ਇੱਕ ਪੰਕਤੀ ਸਾਨੂੰ ਲੱਭ ਕੇ ਦੱਸ ਦਿਓ ਜਿਹੜੀ ਤੁਹਾਡੀ ਇਸ ਪ੍ਰਿਜ਼ੰਪਸ਼ਨ ਨੂੰ ਸਿੱਧ ਕਰਦੀ ਹੋਵੇ। ਇਸੇ ਕਰਕੇ ਤੁਸੀਂ ਇਹ ਟੇਢਾ ਰਾਹ ਅਪਣਾਇਆ ਕਿ ਤੁਸੀਂ ਇਹ ਕਿਹਾ ਕਿ ਵੀ ਹਾਂ
ਕਿਉਂਕਿ ਉਹ ਜੈਂਡਰਲੈਸ ਅਕਾਲ ਪੁਰਖ ਹੈ ਤੇ ਅਸੀਂ ਇੱਕ ਜੀਵ ਆਤਮਾ ਦੀ ਤੇ ਜੈਂਡਰਲੈਸ ਅਕਾਲ ਪੁਰਖ ਦੇ ਮਿਲਾਪ ਵਾਸਤੇ ਪੰਕਤੀਆਂ ਵਰਤਦੇ ਪਏ ਆ। ਤਾਂ ਕਰਕੇ ਉਹ ਜਿਹੜਾ ਸੇਮ ਸੈਕਸ ਜਿਹੜਾ ਮੈਰਿਜ ਹੈ ਉਹ ਵੀ ਫਲੂਇਡ ਜੈਂਡਰ ਸਟੇਟ ਹੈ। ਤਾਂ ਕਰਕੇ ਦੋਨੇ ਪਾਸੇ ਇਹ ਪੰਕਤੀਆਂ ਜਿਹੜੀਆਂ ਨੇ ਇਹ ਹੀਟਰੋਸੈਕਸ਼ੁਅਲ ਰਿਲੇਸ਼ਨਸ਼ਿਪ ਵਾਸਤੇ ਵੀ ਤੇ ਸੇਮ ਸੈਕਸ ਮੈਰਿਜ ਵਾਸਤੇ ਵੀ ਇਹ ਲੱਗ ਜਾਣਗੀਆਂ, ਕਿਉਂਕਿ ਹੋਰ ਕੋਈ ਪੰਕਤੀ ਨਹੀਂ ਗੀ ਬਾਣੀ ਦੇ ਵਿੱਚ ਜਿਹੜੀ ਸੇਮ ਸੈਕਸ ਮੈਰਿਜ ਨੂੰ ਕੰਡੈਮ ਕਰਦੀ ਹੋਵੇ। ਤਾਂ ਕਰਕੇ ਇਹਨੂੰ ਸਹੀ ਮੰਨ ਲਿਆ ਜਾਣਾ ਚਾਹੀਦਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਨੂੰ ਇਹਨਾਂ ਦੀਆਂ ਇਹ ਜੋ ਸ਼ਰਾਰਤ ਭਰਪੂਰ ਜੋ ਇਹਨਾਂ ਦੀਆਂ ਦਲੀਲਾਂ ਨੇ, ਇਹਨਾਂ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਇਹਨਾਂ ਦੀ ਹੋਰ ਕੀ ਦਾਵਾ ਇਹਨਾਂ ਦਾ? ਦੂਜਾ ਦਾਵਾ ਇਹਨਾਂ ਦਾ ਇਹ ਹੈ, ਇਤਿਹਾਸ ਵੱਲ ਜਾਂਦੇ ਨੇ। ਇਹ ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਰਾਮਸਰ ਦੀ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰ ਰਹੇ ਸੀ, ਉਹਨਾਂ ਨੇ ਭਗਤਾਂ ਨੂੰ ਸੁਨੇਹੇ ਭੇਜੇ ਵੀ ਤੁਸੀਂ ਆਪੋ ਆਪਣੀ ਜੋ ਰਚਨਾਵਾਂ ਨੇ ਉਹ ਮੇਰੇ ਕੋਲ ਲੈ ਕੇ ਆਓ ਅਤੇ ਆਪਾਂ ਉਹਨਾਂ ਬਾਰੇ ਸਲਾਹ ਕਰਦੇ ਹਾਂ ਵੀ ਕਿਹੜੀ ਤੁਹਾਡੀਆਂ ਰਚਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਾਮਲ ਕਰ ਲਈਏ। ਉੱਥੇ ਕਹਿੰਦੇ ਇੱਕ ਸ਼ਾਹ ਹੁਸੈਨ ਨਾਂ ਦਾ ਕੋਈ ਮੁਸਲਮਾਨ ਪੀਰ ਵੀ ਆਇਆ, ਉਹਨੇ ਵੀ ਲਿਆ ਕੇ ਆਪਣੀ ਜੋ ਉਹਦੀਆਂ ਜੋ ਉਹਨੇ ਲਿਖਿਆ ਸੀ ਉਹਨੇ ਲਿਆ ਕੇ ਗੁਰੂ ਸਾਹਿਬ ਜੀ ਨੂੰ ਦਿੱਤਾ। ਗੁਰੂ ਸਾਹਿਬ ਜੀ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ। ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਵੀ ਜਿਹੜਾ ਸ਼ਾਹ ਹੁਸੈਨ ਹੈ ਉਹ ਸਮਲਿੰਗੀ ਸੀ। ਕਿਉਂਕਿ ਉਹ ਸਮਲਿੰਗੀ ਸੀ ਅਤੇ ਉਹਦਾ ਇੱਕ ਮਰਦ ਜਿਹੜਾ ਸੀ ਉਹਦੇ ਨਾਲ ਉਹ ਪਿਆਰ ਸੀ, ਉਹਦੇ ਨਾਲ ਉਹਦਾ ਰਿਸ਼ਤਾ ਸੀ। ਅਤੇ ਦੇਖੋ ਗੁਰੂ ਸਾਹਿਬ ਜੀ ਨੇ ਉਹਨੂੰ ਫਿਰ ਵੀ ਬੜੇ ਸਤਿਕਾਰ ਦੇ ਨਾਲ ਉਹਨੂੰ ਬੁਲਾਇਆ, ਉਹਦੇ ਨਾਲ ਗੱਲਬਾਤ ਕੀਤੀ, ਭਾਵੇਂ ਉਹਦੀਆਂ ਰਚਨਾਵਾਂ ਨੂੰ ਉਹਨਾਂ ਨੇ ਪ੍ਰਵਾਨ ਨਹੀਂ ਕੀਤਾ। ਤੋ ਇੱਥੋਂ ਸਿੱਧ ਇਹ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਹੋਮੋਸੈਕਸੁਐਲਿਟੀ ਨੂੰ ਐਕਸੈਪਟ ਕਰਦੇ ਆ, ਪ੍ਰਵਾਨ ਕਰਦੇ ਆ ਸਮਲਿੰਗਤਾ ਨੂੰ। ਹੁਣ ਇਹਨਾਂ ਨੂੰ ਇਹ ਪੁੱਛੇ ਕਿ ਵੀ ਤੁਸੀਂ ਇਹ ਉਦਾਹਰਣ ਦੇ ਰਹੇ ਹੋ ਸਾਨੂੰ ਇਹ ਸਮਝਾਉਣ ਵਾਸਤੇ ਕਿ ਜਿਹੜੀ ਜੇ ਗੁਰੂ ਸਾਹਿਬ ਜੀ ਨੇ ਸ਼ਾਹ ਹੁਸੈਨ ਨੂੰ ਉੱਥੇ ਆ ਕੇ ਉਹਦੇ ਨਾਲ ਚੰਗੀ ਤਰ੍ਹਾਂ ਗੱਲ ਕਰ ਲਈ, ਉਹਦਾ ਮਤਲਬ ਇਹ ਹੋਇਆ ਵੀ ਉਹਨਾਂ ਨੇ ਹੋਮੋਸੈਕਸੁਐਲਿਟੀ ਨੂੰ ਐਕਸੈਪਟ ਕਰ ਲਿਆ। ਇਹ ਤਾਂ ਕੋਈ ਅਖੌਤੀ ਵਿਦਵਾਨ ਹੀ ਇਹ ਦਲੀਲ ਦੇ ਸਕਦਾ, ਕੋਈ ਸਿਆਣਾ ਬਿਆਣਾ ਬੰਦਾ ਮਤਲਬ ਇਸ ਦਲੀਲ ਨੂੰ ਕਦੇ ਵੀ ਪ੍ਰਵਾਨ ਨਹੀਂ ਕਰੂਗਾ। ਬੜੀ ਇਹ ਇੱਕ ਇੰਟਰਸਟਿੰਗ ਗੱਲ ਹੈ ਕਿ ਇਹਨਾਂ ਨੂੰ ਜਿਹੜੇ ਸਾਡੇ ਅਖੌਤੀ ਵਿਦਵਾਨ ਨੇ 200 ਸਾਲ ਦੇ ਸਿੱਖ ਇਤਿਹਾਸ ਵਿੱਚ, ਮੈਂ 200 ਸਾਲ ਜਾਣ ਕੇ ਕਹਿੰਦਾ ਪਿਆ, 239 ਸਾਲ ਦਾ ਇਤਿਹਾਸ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦਾ, ਅਤੇ ਉਦੋਂ ਬਾਅਦ ਵੀ ਬੜਾ ਲੰਬਾ ਅਰਸਾ ਹੈ। ਬੜੇ ਗੁਰਮੁਖ ਪਿਆਰੇ ਹੋਏ, ਸਭ ਕੁਛ ਇਤਿਹਾਸ ਬੜਾ ਚੜ੍ਹਦੀ ਕਲਾ ਵਾਲਾ ਸਿੱਖਾਂ ਦਾ, ਬੜੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਗਿਆ। ਇੱਕ ਵੀ ਸਾਨੂੰ ਕੋਈ ਇਨਸੀਡੈਂਟ ਇਹੋ ਜਿਹਾ ਦਿਖਾ ਦੇਣ ਕਿ ਜਿੱਥੇ ਗੁਰੂ ਸਾਹਿਬ ਜੀ ਨੇ ਸੇਮ ਸੈਕਸ ਯੂਨੀਅਨ ਨੂੰ ਸੈਂਕਟੀਫਾਈ ਕੀਤਾ ਹੋਵੇ, ਪ੍ਰਵਾਨ ਕੀਤਾ ਹੋਵੇ ਅਤੇ ਸਤਿਕਾਰਿਆ ਹੋਵੇ। ਇੱਕ ਵੀ ਨਹੀਂ ਹੈ। ਤੀਜਾ ਦਾਵਾ ਇਹਨਾਂ ਦਾ ਇਹ ਕੀ ਕਰਦੇ ਨੇ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਮੇਂ ਸਿਰ ਕੁਛ ਆਦੇਸ਼, ਕੁਛ ਹੁਕਮਨਾਮੇ, ਕੁਛ ਬਿਆਨ ਆਉਂਦੇ ਰਹੇ ਇਸ ਬਾਬਤ, ਸੇਮ ਸੈਕਸ ਮੈਰਿਜ ਦੇ ਬਾਬਤ। ਹੁਣ ਇਹ ਉਹਨਾਂ ਬਿਆਨਾਂ ਨੂੰ ਤਰੋੜ ਮਰੋੜ ਕੇ ਉਹਨਾਂ ਦੀ ਅੰਗਰੇਜ਼ੀ ਦਾ ਤਰਜਮਾ ਕਰਕੇ, ਟਰਾਂਸਲੇਟ ਕਰਕੇ, ਬਹੁਤ ਸ਼ਰਾਰਤ ਭਰੇ ਅੱਖਰਾਂ ਦੇ ਨਾਲ, ਉਸ ਰਵੱਈਏ ਦੇ ਨਾਲ ਉਹਨਾਂ ਨੇ ਉਹਦੀ ਟਰਾਂਸਲੇਸ਼ਨ ਕਰਕੇ ਇਹ ਹੁਣ ਕਹਿਣਾ ਆਰੰਭ ਕਰ ਦਿੱਤਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਦਾ ਤਾਂ ਇਕੱਲਾ ਇੱਕ ਬੰਦਾ ਹੈ, ਉਹ ਸਾਰੇ ਪੰਥ ਵਾਸਤੇ ਥੋੜ੍ਹੀ ਬੋਲ ਸਕਦਾ, ਤਾਂ ਕਰਕੇ ਅਸੀਂ ਉਹਨਾਂ ਦੀ ਗੱਲ ਅਸੀਂ ਮੰਨਦੇ ਨਹੀਂ। ਹੁਣ ਮੈਨੂੰ ਨਹੀਂ ਪਤਾ ਵੀ ਕੋਈ ਸਿੱਖ ਹੋਵੇ ਅਤੇ ਉਹ ਇਹਨਾਂ ਦੀ ਇਸ ਦਲੀਲ ਨੂੰ ਮੰਨ ਲਵੇ। ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜੇ ਇਹ ਗੱਲ ਕਹੀ ਕੈਨੇਡਾ ਦੇ ਐਮਪੀਆਂ ਨੂੰ ਕਿ ਤੁਸੀਂ ਭਾਈ ਆਪਣੇ ਮੁਲਕ ਦੇ ਵਿੱਚ ਇਹ ਜਿਹੜੀ ਰੀਤੀ ਤੁਰ ਰਹੀ ਹੈ ਸਮਲਿੰਗੀ ਵਿਆਹ ਦੀ, ਇਹਨੂੰ ਤੁਸੀਂ ਨੱਥ ਪਾਓ, ਇਹਨੂੰ ਤੁਸੀਂ ਰੋਕੋ। ਸਿੱਖੀ ਇਸ ਗੱਲ ਦੀ ਆਗਿਆ ਨਹੀਂ ਦਿੰਦੀ, ਜੋ ਮੈਂ ਤੁਹਾਨੂੰ ਪਹਿਲਾਂ ਸਾਰੇ ਉਦਾਹਰਣ ਦੇ ਚੁੱਕਿਆ ਉਹਦੇ ਆਧਾਰ 'ਤੇ। ਅਤੇ ਇਹਨਾਂ ਨੇ ਉਹਦਾ ਤਰਜਮਾ ਇਹ ਕੀਤਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਵੀ ਜਿਹੜੀ ਇਹ ਸਮਲਿੰਗੀ ਜੋ ਇਹ ਬਿਰਤੀ ਹੈ ਇਹ ਗਲਤ ਹੈ, ਇਹਨੂੰ ਰੋਕਣਾ ਚਾਹੀਦਾ। ਬਿਲਕੁਲ ਉਹਦੀ ਗੱਲ ਦਾ ਅਨਰਥ ਕਰਕੇ ਇਹਨਾਂ ਨੇ ਉਹ ਆਰਗੂਮੈਂਟ ਬਣਾਇਆ ਜਿਹਦੇ ਵਿੱਚ ਬਿਲਕੁਲ ਵੀ ਕੋਈ ਦਲੀਲ ਨਹੀਂ ਬਣਦੀ। ਸੋ ਇਹਨਾਂ ਦੀਆਂ ਜਿੰਨੀਆਂ ਵੀ ਦਲੀਲਾਂ ਨੇ, ਜਿਹੜੇ ਇਹ ਕਹਿੰਦੇ ਨੇ ਸਮਲਿੰਗੀ ਵਿਆਹ ਠੀਕ ਹੈ, ਮੈਨੂੰ ਇਹ ਲੱਗਦਾ ਇਹ ਬਿਲਕੁਲ ਖੋਖਲੀਆਂ ਨੇ, ਬਿਲਕੁਲ ਖੋਖਲੀਆਂ ਦਲੀਲਾਂ ਨੇ ਇਹਨਾਂ ਦੀਆਂ। ਅਤੇ ਇਹ ਬੜੇ ਜਿਹੜੇ ਕਹਿ ਲਓ ਵੀ ਮਾਸੂਮ, ਬੜੇ ਨਾਈਵ, ਇਮਾਨਦਾਰ, ਓਨੈਸਟ, ਸਿੰਪਲ ਮਾਈਂਡਡ ਜਿਹੜੇ ਸਿੱਖ ਨੇ, ਜਿਹੜੇ ਵਿਚਾਰੇ ਜਿਨ੍ਹਾਂ ਦਾ ਪੰਜਾਬੀ ਵੱਲੋਂ ਹੱਥ ਤੰਗ ਹੈ, ਕੇਵਲ ਅੰਗਰੇਜ਼ੀ ਸਮਝਦੇ ਨੇ, ਅਤੇ ਉਹਨਾਂ ਨੂੰ ਇਹਨਾਂ ਨੇ ਆਪਣੇ ਚੰਗੁਲ ਦੇ ਵਿੱਚ ਫਸਾਇਆ ਹੋਇਆ ਹੈ
ਕਿਉਂਕਿ ਇਹਨਾਂ ਨੂੰ ਅੰਗਰੇਜ਼ੀ ਚੰਗੀ ਆਉਂਦੀ ਹੈ, ਅੰਗਰੇਜ਼ੀ ਦੇ ਵਿੱਚ ਗੱਲ ਬੜੀ ਸੋਹਣੀ ਤਰ੍ਹਾਂ ਅਤੇ ਨਾਲ ਪੰਜਾਬੀ ਦੇ ਬੜੇ ਅੱਖਰ ਵਰਤ ਕੇ ਤਵਾਰੀਖ ਅਤੇ ਬਾਣੀ ਅਤੇ ਹੋਰ ਇਸ ਤਰ੍ਹਾਂ ਦੇ ਅੱਖਰ ਵਰਤ ਕੇ ਭਰਮਾ ਲੈਂਦੇ ਨੇ ਅਤੇ ਸਮਝਦੇ ਨੇ ਵੀ ਅਸੀਂ ਲੋਕਾਂ ਨੂੰ ਆਪਣੇ ਮਗਰ ਲਾ ਕੇ ਅਤੇ ਕੌਮ ਦੇ ਵਿੱਚ ਇਹ ਭਾਟੋ ਧਾੜ ਜਿਹੜੀ ਹੈ ਇਹ ਅਸੀਂ ਵਧਾ ਸਕਾਂਗੇ। ਮੈਨੂੰ ਨਹੀਂ ਪਤਾ ਇਹਨਾਂ ਦਾ ਇਹਦੋਂ ਇਲਾਵਾ ਕੋਈ ਹੋਰ ਮਕਸਦ ਹੈ ਕਿ ਨਹੀਂ। ਮੈਂ ਆਪ ਸਮੂਹ ਸੰਗਤ ਨੂੰ ਇਹ ਅਪੀਲ ਕਰਨੀ ਚਾਹੁੰਦਾ, ਇਹ ਬੇਨਤੀ ਕਰਨੀ ਚਾਹੁੰਦਾ ਕਿ ਪੰਥ ਇਸ ਵੇਲੇ ਬਹੁਤ ਹੀ ਗੰਭੀਰ ਸਮੇਂ ਵਿੱਚੋਂ ਲੰਘ ਰਿਹਾ। ਪਿਛਲੇ 50 ਸਾਲਾਂ ਵਿੱਚ ਖਾਸ ਕਰਕੇ ਜੋ ਚੁਣੌਤੀਆਂ ਸਾਡੀ ਸਮੁੱਚੀ ਕੌਮ ਨੂੰ ਜੋ ਦੇਖਣੀਆਂ ਪਈਆਂ ਨੇ, ਜੋ ਹਿੰਦੁਸਤਾਨ ਦੀ ਸਟੇਟ ਸਾਡੇ 'ਤੇ ਕਰਦੀ ਆਈ ਹੈ, ਤੋ ਜੋ ਹੁਣ ਕਰ ਰਹੀ ਹੈ, ਜੋ ਅੱਜ ਸਾਡੇ 'ਤੇ ਅਤਿਆਚਾਰ ਹੋ ਰਹੇ ਨੇ, ਜਿਸ ਤਰੀਕੇ ਦੇ ਨਾਲ ਸਾਡੇ ਕਿਸਾਨਾਂ ਨੂੰ, ਸਾਡੀ ਕਿਸਾਨੀ ਨੂੰ, ਸਾਡੇ ਨੌਜਵਾਨਾਂ ਨੂੰ ਲੁੱਟਿਆ ਅਤੇ ਮਾਰਿਆ ਜਾ ਰਿਹਾ, ਉਸ ਚੀਜ਼ ਤੋਂ ਸਾਨੂੰ ਅੱਜ ਸਾਵਧਾਨ ਹੋਣ ਦੀ ਬਹੁਤ ਲੋੜ ਹੈ। ਨਾਲ ਦੀ ਨਾਲ ਸਾਨੂੰ ਇਹਨਾਂ ਪੰਥ ਦੋਖੀਆਂ ਤੋਂ, ਜਿਹੜੇ ਪੰਥ ਦੇ ਵਿੱਚ ਬੇਲੋੜੇ ਵਿਵਾਦ ਖੜੇ ਕਰਦੇ ਨੇ ਅਤੇ ਵਿਵਾਦ ਖੜੇ ਕਰਕੇ ਸੋ ਲੋਕਾਂ ਨੂੰ ਇੱਕ ਦੂਜੇ ਦੇ ਉਲਟ ਕਰ ਰਹੇ ਨੇ, ਇਹਨਾਂ ਤੋਂ ਵੀ ਸਾਨੂੰ ਅੱਜ ਸੁਚੇਤ ਹੋਣ ਦੀ ਲੋੜ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ, ਉਹਨਾਂ ਨੂੰ ਐਜੂਕੇਟ ਕਰੀਏ, ਉਹਨਾਂ ਨੂੰ ਬਾਣੀ ਸਿੱਖ ਇਤਿਹਾਸ ਤੋਂ ਜਾਣੂ ਕਰਵਾਈਏ, ਉਹਨਾਂ ਨੂੰ ਉਹਨਾਂ ਦੀ ਜੋ ਬੋਲੀ ਹੈ, ਮਾਤ ਬੋਲੀ ਜੋ ਪੰਜਾਬੀ ਹੈ ਅਤੇ ਉਹਦੀ ਜੋ ਭਾਸ਼ਾ, ਜੋ ਲਿਪੀ, ਉਹ ਗੁਰਮੁਖੀ ਹੈ, ਉਸ ਤੋਂ ਆਪਾਂ ਜਾਣੂ ਕਰਵਾਈਏ ਤਾਂ ਕਿ ਉਹਨਾਂ ਨੂੰ ਸਿੱਖੀ ਦਾ ਜੋ ਸਹੀ ਰੂਪ ਰੇਖਾ ਹੈ, ਜੋ ਸਹੀ ਸਿੱਖੀ ਦੀਆਂ ਕਦਰਾਂ ਅਤੇ ਕੀਮਤਾਂ ਨੇ, ਉਹਨਾਂ ਤੋਂ ਆਪਾਂ ਉਹਨਾਂ ਨੂੰ ਜਾਣੂ ਕਰਵਾ ਸਕੀਏ। ਸੋ ਆਪਾਂ ਇਸ ਚੀਜ਼ ਤੋਂ ਸਾਨੂੰ ਬਹੁਤ ਅੱਜ ਸਾਵਧਾਨ ਹੋਣ ਦੀ ਲੋੜ ਹੈ। ਅੱਜ ਮੈਨੂੰ ਪਤਾ ਨਹੀਂ ਪਰ ਇਹ ਕਿਹਾ ਜਾਂਦਾ ਹੈ ਕਿ ਮੇਰੇ ਵਰਗੇ ਜਿਹੜੇ ਲੋਕ ਨੇ ਇਹ ਬਿਗਟਸ ਨੇ। ਬਿਗਟ ਹੁੰਦਾ ਹੈ ਜਿਹੜਾ ਇਨਟੋਲਰੈਂਟ ਹੋਵੇ, ਬਹੁਤ ਤੰਗ ਦਿਲ ਹੋਵੇ, ਜਿਹੜਾ ਬਿਗਟ ਹੈ। ਹੋ ਸਕਦਾ ਮੈਨੂੰ ਕਈ ਲੋਕ ਇਹ ਕਹਿਣਗੇ, ਪਰ ਮੇਰਾ ਇਹ ਸਵਾਲ ਹੈ ਕਿ ਆਪਣੀ ਮਰਿਆਦਾ ਨੂੰ, ਆਪਣੀ ਪਰੰਪਰਾਵਾਂ ਨੂੰ ਢਹਿਣ ਤੋਂ ਬਚਾਉਣਾ ਬਿਗਟਰੀ? ਕੀ ਤੁਸੀਂ ਉਹਨਾਂ ਲੋਕਾਂ ਨੂੰ ਇਨਟੋਲਰੈਂਟ ਕਹੋਗੇ ਜਿਹੜੇ ਆਪਣੇ ਧਰਮ ਦੇ ਅਸੂਲਾਂ ਅਤੇ ਕਦਰਾਂ ਅਤੇ ਕੀਮਤਾਂ ਨੂੰ ਬਚਾਉਣ ਵਾਸਤੇ ਵਚਨਬੱਧ ਨੇ? ਕਿਉਂਕਿ ਉਹਨਾਂ ਨੇ ਗੁਰੂ ਦਾ ਦਿੱਤਾ ਖਾਧਾ ਹੈ ਅਤੇ ਉਹ ਗੁਰੂ ਵਾਸਤੇ ਉਹਦੇ ਦਰ 'ਤੇ ਭੌਂਕਦੇ ਪਏ ਨੇ, ਉਹ ਬਿਗਟਸ ਹੋਣਗੇ? ਇਹ ਮੇਰਾ ਸਵਾਲ ਹੈ ਤੁਹਾਨੂੰ। ਐਕਚੁਅਲੀ ਇਨਟੋਲਰੈਂਟ ਕੌਣ ਹੈ ਭਲਾ? ਅਸੀਂ ਜਿੰਨੇ ਧਾਰਮਿਕ ਲੋਕ ਹਾਂ, ਅਸੀਂ ਕਿਸੇ ਦੇ ਘਰੇ ਜਾ ਕੇ ਕਿਸੇ ਨੂੰ ਨਹੀਂ ਕਹਿੰਦੇ ਵੀ ਤੁਸੀਂ ਇੰਝ ਜ਼ਿੰਦਗੀ ਜਿਉਵੋ ਜਾਂ ਤੁਸੀਂ ਇੰਝ ਜ਼ਿੰਦਗੀ ਜਿਉਵੋ। ਤੁਸੀਂ ਜੋ ਮਰਜ਼ੀ ਕਰੋ, ਤੁਹਾਨੂੰ ਖੁੱਲ੍ਹੀ ਛੁੱਟੀ, ਤੁਹਾਡਾ ਜੋ ਮਰਜ਼ੀ ਤੁਹਾਡੀ ਸੋਚ ਹੈ। ਤੁਸੀਂ ਸਮਲਿੰਗੀ ਹੋ, ਤੁਸੀਂ ਨਹੀਂ ਹੋ, ਤੁਸੀਂ ਸ਼ਰਾਬ ਪੀਂਦੇ ਹੋ, ਤੁਸੀਂ ਹੋਰ ਨਸ਼ੇ ਕਰਦੇ ਹੋ, ਅਸੀਂ ਤੁਹਾਨੂੰ ਕਿਸੇ ਨੂੰ ਨਹੀਂ ਇਹ ਜਾ ਕੇ ਕਹਿੰਦੇ। ਹਾਂ, ਇਹ ਗੱਲ ਅਸੀਂ ਗੁਰਦੁਆਰਿਆਂ ਵਿੱਚ ਜ਼ਰੂਰ ਕਰਦੇ ਹਾਂ ਕਿ ਇਹ ਗੱਲਾਂ ਗਲਤ ਨੇ। ਪੰਥ ਦੇ ਵਿੱਚ ਇਹਨਾਂ ਗੱਲਾਂ ਨੂੰ ਕੋਈ ਜਗ੍ਹਾ ਨਹੀਂ ਗੀ। ਪਰ ਤੁਸੀਂ ਆਪਣੇ ਘਰ ਵਿੱਚ ਜ਼ਿੰਦਗੀ ਕਿੱਦਾਂ ਜਿਉਂਦੇ ਹੋ, ਉਹਦੇ ਨਾਲ ਅਸੀਂ ਕਦੇ ਆ ਕੇ ਤੁਹਾਡੇ ਨਾਲ ਕਦੇ ਬਹਿਸ ਕੀਤੀ? ਪਰ ਕੁਝ ਲੋਕ ਅੱਜ ਪੱਛਮ ਤੋਂ ਪ੍ਰਭਾਵਿਤ ਹੋ ਕੇ ਆਪਣੇ ਜੋ ਉਹਨਾਂ ਦੀ ਸੋਚ ਹੈ ਉਹਨੂੰ ਸਾਡੇ 'ਤੇ ਥੋਪਣਾ, ਉਹਦੀ ਕੋਸ਼ਿਸ਼ ਕਰ ਰਹੇ ਨੇ। ਸੋ ਕੌਣ ਇਨਟੋਲਰੈਂਟ ਹੋਇਆ ਭਲਾ? ਜਿਹੜੇ ਅਸੀਂ ਹਾਂ, ਅਸੀਂ ਤੁਹਾਨੂੰ ਕੁਝ ਨਹੀਂ ਕਹਿ ਰਹੇ। ਤੁਸੀਂ ਸਾਡੀਆਂ ਮਰਿਆਦਾ ਨੂੰ, ਗੁਰੂ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ, ਉਹਨੂੰ ਬਿਲਕੁਲ ਨਜ਼ਰਅੰਦਾਜ਼ ਕਰਕੇ ਤੁਸੀਂ ਆਪ ਦੇ ਉਸ ਰਾਹ ਨੂੰ ਚੁਣ ਲਿਆ ਅਤੇ ਸਾਨੂੰ ਕਹਿੰਦੇ ਹੋ ਕਿ ਵੀ ਇਹ ਇਨਟੋਲਰੈਂਟ ਨੇ। ਅਸਲੀਅਤ ਇਹ ਹੈ ਕਿ ਜਿਹੜੇ ਧਾਰਮਿਕ ਲੋਕ ਨੇ ਉਹ ਆਪਣੀ ਸੋਚ ਕਿਸੇ 'ਤੇ ਵੀ ਨਹੀਂ ਥੋਪ ਰਹੇ, ਕਿਸੇ 'ਤੇ ਵੀ ਨਹੀਂ ਥੋਪ ਰਹੇ। ਪਰ ਜਿਹੜੇ ਉਹ ਲੋਕ ਨੇ ਜਿਹੜੇ ਸੰਸਾਰ ਦੇ ਵਿੱਚ ਪੱਛਮੀ ਸੱਭਿਅਤਾ ਤੋਂ ਪ੍ਰਭਾਵਿਤ ਹੋ ਕੇ ਸਿੱਖ ਘਰਾਂ ਦੇ ਵਿੱਚ ਉਹਨਾਂ ਜਨਮ ਲਿਆ, ਉਹ ਅੱਜ ਆਪਣੀ ਸੋਚ ਨੂੰ ਸਾਡੇ 'ਤੇ ਜ਼ਰੂਰ ਥੋਪ ਰਹੇ ਨੇ। ਅਤੇ ਇਹਦਾ ਹੱਲ ਕੀ ਹੈ ਭਲਾ? ਹੁਣ ਅਸੀਂ ਲੜੀਏ, ਇੱਕ ਦੂਜੇ ਦਾ ਸਿਰ ਪਾੜੀਏ? ਬਿਲਕੁਲ ਨਹੀਂ, ਇਹ ਬਿਲਕੁਲ ਨਹੀਂ। ਸਾਨੂੰ ਇੱਕ ਦੂਜੇ ਦੇ ਨਾਲ ਇਕੱਠਿਆਂ ਰਲ ਕੇ ਕੰਮ ਕਰਨ ਦੀ ਲੋੜ ਹੈ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ, ਸ਼ਾਇਦ ਤੁਹਾਨੂੰ ਪੂਰਾ ਜਚੇ ਨਾ, ਪਰ ਆਪਣੇ ਵਿੱਚ ਬੜੇ ਇਹੋ ਜਿਹੇ ਵੀਰ ਗੁਰਦੁਆਰੇ ਆਉਂਦੇ ਨੇ ਜਿਹੜੇ ਮੋਨੇ ਆ, ਜਿਨ੍ਹਾਂ ਨੇ ਕੇਸ ਨਹੀਂ ਰੱਖੇ, ਉਹ ਰੋਮਾਂ ਦੀ ਬੇਅਦਬੀ ਕਰਦੇ ਆ, ਪਰ ਉਹਨਾਂ ਵਿੱਚੋਂ ਕਿਸੇ ਨੇ ਵੀ ਇਹ ਦਾਅਵਾ ਨਹੀਂ ਕਦੇ ਕੀਤਾ ਹੋਣਾ ਕਿ ਸਾਨੂੰ ਪੰਜਾਂ ਪਿਆਰਿਆਂ ਦੀ ਸੇਵਾ ਬਖਸ਼ੋ। ਉਹਨਾਂ ਨੂੰ ਪਤਾ ਇਸ ਗੱਲ ਦਾ, ਉਹਨਾਂ ਨੂੰ ਪਤਾ ਕਿੱਥੇ ਲਾਈਨ ਖਿੱਚੀ ਜਾਂਦੀ ਹੈ। ਉਹ ਸਿਆਣੇ ਨੇ। ਹਾਂ, ਜਦੋਂ ਉਹਦੇ ਮਨ ਦੇ ਵਿੱਚ ਧਿਆਨ ਆਉਂਦਾ ਹੈ, ਖਿਆਲ ਆਉਂਦਾ ਹੈ, ਉਹ ਸਿੱਖੀ ਨੂੰ ਅਪਣਾਉਂਦੇ ਨੇ, ਉਹ ਕੇਸ ਰੱਖਦੇ ਨੇ, ਉਹ ਬਾਣੀ ਪੜ੍ਹਨੀ ਸ਼ੁਰੂ ਕਰਦੇ ਨੇ, ਅੰਮ੍ਰਿਤ ਛਕਦੇ ਨੇ, ਪੰਜ ਕਕਾਰੀ ਰਹਿਤ ਰੱਖਦੇ ਨੇ ਅਤੇ ਉਹ ਪੰਜਾਂ ਵਿੱਚ ਵੀ ਲੱਗਦੇ ਨੇ। ਉਸ ਤੋਂ ਬਾਅਦ ਉਹਨਾਂ ਵਾਸਤੇ ਕੋਈ ਵਿਤਕਰਾ ਨਹੀਂ ਗਾ, ਰਾਹ ਖੁੱਲ੍ਹਾ ਹੈ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਉਹ ਪ੍ਰਵਾਨ ਹੋ ਗਿਆ।
ਸੋ ਸਾਨੂੰ ਉਹੀ ਤੌਰ ਤਰੀਕਾ ਅੱਜ ਇੱਥੇ ਅਪਣਾਉਣ ਦੀ ਲੋੜ ਹੈ। ਜਿੰਨੀਆਂ ਸਾਡੀਆਂ ਯੂਥ ਦੀਆਂ ਨੌਜਵਾਨਾਂ ਦੀਆਂ ਜਥੇਬੰਦੀਆਂ ਨੇ, ਉਹਨਾਂ ਨੂੰ ਸਾਨੂੰ ਰਲ ਕੇ ਉਹਨਾਂ ਨੂੰ ਇਨਵੋਲਵ ਕਰਨ ਦੀ ਲੋੜ ਹੈ। ਇੱਕ ਕੰਸਟਰਕਟਿਵ ਡਾਇਲੋਗ ਸ਼ੁਰੂ ਕਰਨ ਦੀ ਲੋੜ ਹੈ, ਤਾਂ ਕਿ ਅਸੀਂ ਆਪਣੀ ਨੌਜਵਾਨੀ ਨੂੰ ਜੋ ਸਹੀ ਦਿਸ਼ਾ ਹੈ, ਗੁਰਬਾਣੀ ਦੇ ਆਧਾਰ 'ਤੇ, ਸਿੱਖ ਇਤਿਹਾਸ ਦੇ ਆਧਾਰ 'ਤੇ ਅਤੇ ਸਾਡੀ ਮਰਿਆਦਾ ਦੇ ਆਧਾਰ 'ਤੇ, ਉਹ ਅਸੀਂ ਉਹਨਾਂ ਨੂੰ ਦੇ ਸਕੀਏ। ਅੰਤ ਵਿੱਚ ਮੈਂ ਆਪਣੀਆਂ ਬੇਨਤੀਆਂ ਨੂੰ ਸਮੇਟਦਾ ਹੋਇਆ ਸਿਰਫ ਇਹ ਕਹਿਣਾ ਚਾਹੁੰਦਾ ਕਿ ਗੁਰ ਇਤਿਹਾਸ, ਗੁਰੂ ਕਾਲ 200 ਸਾਲ ਤੋਂ ਵੱਧ ਦਾ ਸਮਾਂ, ਉਹਨਾਂ ਨੇ ਇਹ ਸਾਰਾ ਸਮਾਂ ਸਮਾਜ ਨੂੰ ਬਿਹਤਰੀਨ ਬਣਾਉਣ ਵਾਸਤੇ ਲਾਇਆ। ਸਾਰਾ ਸਮਾਂ ਉਹਨਾਂ ਨੇ ਬੀਬੀਆਂ ਦਾ ਸਤਿਕਾਰ, ਗ੍ਰਸਤ ਜੀਵਨ ਨੂੰ ਚੰਗਾ ਕਿੱਦਾਂ ਬਣਾਇਆ ਜਾ ਸਕਦਾ ਹੈ, ਸਮਾਜ ਦੀ ਭਲਾਈ ਵਾਸਤੇ ਸੰਗਤ ਦਾ ਜੋ ਇੰਸਟੀਟਿਊਸ਼ਨ ਸੀਗਾ ਉਹਨੂੰ ਉਹਨਾਂ ਨੇ ਕਾਇਮ ਕੀਤਾ, ਸਿਰਫ ਇਸ ਕਰਕੇ ਕਿ ਇੱਕ ਚੰਗਾ ਸਮਾਜ ਸਿਰਜਿਆ ਜਾ ਸਕੇ। ਉਹਨਾਂ ਨੇ ਜੋ ਇੰਨੀਆਂ ਇਹ ਭੈੜੀਆਂ ਜੋ ਕੁਰੀਤੀਆਂ ਸੀ ਸਮਾਜ ਦੇ ਵਿੱਚ, ਜਿਵੇਂ ਸਤੀ ਹੋਈ, ਕੁੜੀ ਮਾਰ ਹੋਇਆ, ਬੱਚਿਆਂ ਨੂੰ ਜੰਮਦਿਆਂ ਨੂੰ ਮਾਰ ਦਿੱਤਾ ਜਾਂਦਾ ਸੀ, ਉਹਨਾਂ ਨੂੰ ਖਤਮ ਕੀਤਾ। ਸਿੱਖਾਂ ਨੂੰ ਕਿਹਾ ਵੀ ਤੁਸੀਂ ਇਹ ਬਿਲਕੁਲ ਇਹੋ ਜਿਹੀਆਂ ਕੁਰੀਤੀਆਂ ਦੇ ਵਿੱਚ ਤੁਸੀਂ ਨਹੀਂ ਪੈਣਾ। ਗੁਰੂ ਸਾਹਿਬ ਨੇ ਸ਼ਹਾਦਤਾਂ ਦਿੱਤੀਆਂ, ਸਰਬੰਸ ਵਾਰ ਦਿੱਤੇ ਇਸ ਸਮਾਜ ਨੂੰ ਚੰਗਾ ਬਣਾਉਣ ਵਾਸਤੇ। ਆਪਾਂ ਕਦੇ ਇਹ ਗੱਲ ਸੋਚੀ ਹੈ ਵੀ ਗੁਰੂ ਸਾਹਿਬ ਜੀ ਨੇ ਜਾਤ ਪਾਤ ਦੇ, ਭੇਦਭਾਵ ਦੇ ਸਾਰੇ ਜਿਹੜੇ ਬੰਧ ਸੀ ਉਹ ਤੋੜ ਦਿੱਤੇ। ਉਹ ਬਿਲਕੁਲ ਉਹਨਾਂ ਨੇ ਉਹ ਬੈਰੀਅਰ ਜਿੰਨੇ ਸੀ ਕਲਾਸ ਦੇ, ਕਾਸਟ ਦੇ, ਉਹ ਸਾਰੇ ਉਹਨਾਂ ਨੇ ਰਿਮੂਵ ਕਰ ਦਿੱਤੇ। ਪਰ ਇਹ ਸਾਰਾ ਕੁਝ ਵੀ ਉਹਨਾਂ ਨੇ ਕੀਤਾ, ਪਰ ਉਹਨਾਂ ਨੇ ਜੋ ਸੇਮ ਸੈਕਸ ਮੈਰਿਜ ਸੀ ਉਹ ਲੈਜੀਟਮਾਈਜ਼ ਨਹੀਂ ਕੀਤੀ, ਬਿਲਕੁਲ ਨਹੀਂ ਕੀਤੀ। 200 ਸਾਲ ਤੋਂ ਵੱਧ ਸਮਾਂ, ਜੇ ਕੋਈ ਬੰਦਾ ਹੋਵੇ ਕਿਸੇ ਧਰਮ ਦੇ ਵਿੱਚ, ਇੱਕ ਪੈਗੰਬਰ ਹੋਇਆ, ਮੋਜ਼ਸ ਹੋਏ ਨੇ, ਜੀਸਸ ਕ੍ਰਾਈਸਟ ਹੋਏ ਨੇ, ਮੁਹੰਮਦ ਸਾਹਿਬ ਹੋਏ ਨੇ, ਇਹ ਇੱਕ ਜੀਵਨ ਕਾਲ ਦੇ ਵਿੱਚ ਇਹਨਾਂ ਨੇ 50 ਸਾਲ 60 ਸਾਲ 80 ਸਾਲ ਇਹਨਾਂ ਨੇ ਆਪ ਦਾ ਸਮਾਂ ਇੱਥੇ ਬਿਤਾਇਆ ਸੰਸਾਰ 'ਤੇ। ਤੁਸੀਂ ਕਹਿ ਸਕਦੇ ਹੋ ਸਮਾਂ ਬਹੁਤ ਥੋੜ੍ਹਾ ਸੀ, ਤਾਂ ਕਰਕੇ ਇਹਨਾਂ ਨੂੰ ਮੌਕਾ ਨਹੀਂ ਮਿਲਿਆ, ਤਾਂ ਕਰਕੇ ਇਹਨਾਂ ਨੇ ਕੀਤਾ ਨਹੀਂ। ਪਰ ਪਹਿਲੇ ਪਾਤਸ਼ਾਹ ਲੈ ਕੇ 10ਵੇਂ ਪਾਤਸ਼ਾਹ ਤੱਕ 200 ਸਾਲ ਤੋਂ ਵੱਧ ਦਾ ਸਮਾਂ, ਮੈਂ ਗੁਰੂ ਨਾਨਕ ਦੇਵ ਜੀ ਦੇ ਬਚਪਨ ਦਾ ਸਮਾਂ ਕੱਢ ਰਿਹਾ ਵਿੱਚੋਂ, ਮੈਂ ਤਾਂ ਮੈਂ 200 ਸਾਲ ਕਹਿ ਰਿਹਾ। ਉਹਨੇ ਸਮੇਂ ਦੇ ਵਿੱਚ ਜੇ ਉਹ ਚਾਹੁੰਦੇ, ਜਿੱਥੇ ਉਹਨਾਂ ਨੇ ਬਾਕੀ ਇੰਨੇ ਬੈਰੀਅਰ ਤੋੜੇ, ਉੱਥੇ ਇਹ ਵਾਲਾ ਵੀ ਤੋੜ ਸਕਦੇ ਸੀ, ਪਰ ਉਹਨਾਂ ਨੇ ਕਿਉਂ ਨਹੀਂ ਤੋੜਿਆ? ਕਿਉਂਕਿ ਉਹਨਾਂ ਨੂੰ ਠੀਕ ਨਹੀਂ ਸਮਝਿਆ। ਇਸੇ ਹੀ ਆਧਾਰ 'ਤੇ ਸਾਡੀ ਮਰਿਆਦਾ ਬਣੀ ਹੋਈ ਹੈ। ਆਪਾਂ ਨੂੰ ਸਾਰਿਆਂ ਨੂੰ ਰਲ ਕੇ ਉਸ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ 10 ਪਾਤਸ਼ਾਹਾਂ ਦੀ ਜਾਗਦੀ ਜੋਤ ਨੇ, ਅਤੇ ਆਪਣੀ ਮਰਿਆਦਾ ਨੂੰ ਆਪਾਂ ਨੂੰ ਉਹਦਾ ਸਤਿਕਾਰ ਕਰਨਾ, ਉਹਨੂੰ ਸੰਭਾਲਣਾ, ਉਹਨੂੰ ਆਪਣੇ ਜੀਵਨ ਵਿੱਚ ਅਪਣਾਉਣਾ, ਉਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਸਾਨੂੰ ਉਸ ਗੱਲ 'ਤੇ ਪਹਿਰਾ ਦੇਣ ਦੀ ਲੋੜ ਹੈ। ਹਾਂ, ਆਪਣੇ ਘਰ ਵਿੱਚ ਕੋਈ ਸਮਲਿੰਗੀ ਹੈ, ਕੋਈ ਓਪਨ ਮੈਰਿਜ ਵਾਲਾ ਹੈ, ਕੋਈ ਬਾਇਸੈਕਸ਼ੂਅਲ ਹੈ, ਸਾਡੀ ਉਹਦੇ ਨਾਲ ਕੋਈ ਸਾਡੀ ਲੜਾਈ ਨਹੀਂ। ਤੂੰ ਆਪ ਜਵਾਬਦੇਹ ਹੈ, ਤੂੰ ਆ ਕੇ ਕਰਤੇ ਪੁਰਖ ਨੂੰ, ਤੂੰ ਜਦੋਂ ਤੇਰਾ ਹਿਸਾਬ ਹੋਣਾ ਤੂੰ ਦੇਣਾ ਹੈ। ਪਰ ਇਹਦਾ ਮਤਲਬ ਅਸੀਂ ਇਹ ਨਹੀਂ ਸਮਝਦੇ ਵੀ ਇੱਕ ਸਾਡੀ ਕਮਜ਼ੋਰੀ ਮੰਨੀ ਜਾਵੇ ਕਿ ਕੋਈ ਇਹੋ ਜਿਹੀ ਬਿਰਤੀ ਵਾਲਾ ਬੰਦਾ ਸਾਨੂੰ ਆ ਕੇ ਇਹ ਆਖੇ ਕਿ ਤੁਸੀਂ ਮੇਰੇ ਵਾਸਤੇ ਆਪਣੀ ਮਰਿਆਦਾ ਤਬਦੀਲ ਕਰੋ। ਇਹ ਸਾਡੇ ਤੋਂ ਨਹੀਂ ਕਰ ਹੋਣਾ, ਇਹ ਸਾਡੇ ਤੋਂ ਨਹੀਂ ਕਰ ਹੋਣਾ। ਮੈਂ ਇਹ ਉਮੀਦ ਕਰਦਾ, ਮੈਂ ਇਹ ਅਰਦਾਸ ਕਰਦਾ ਕਿ ਹਰ ਸਿੱਖ ਮਾਈ ਭਾਈ ਜਿੱਥੇ ਵੀ ਉਹ ਵਸਦੇ ਆ, ਉਹ ਇਸ ਗੱਲ ਦਾ ਧਿਆਨ ਰੱਖਣਗੇ ਕਿ ਜੋ ਐਲ ਗਰੋਵ ਦੇ ਵਿੱਚ ਪਿੱਛੇ ਵਾਪਰਿਆ ਉਹ ਮੁੜ ਕੇ ਨਾ ਵਾਪਰੇ। ਬੇਨਤੀ ਦੀ ਸਾਂਝ ਪਾਉਂਦਿਆਂ ਮੇਰੇ ਕੋਲੋਂ ਬੇਅੰਤ ਭੁੱਲਾਂ ਹੋਈਆਂ ਨੇ, ਮੈਂ ਕਈਆਂ ਦਾ ਦਿਲ ਦੁਖਾਇਆ ਹੋਊਗਾ, ਪਰ ਮੈਂ ਤੰਗ ਦਿਲੀ ਦੇ ਨਾਲ ਮੈਂ ਉਚੇਚੇ ਤੌਰ 'ਤੇ ਕੋਸ਼ਿਸ਼ ਕੀਤੀ ਹੈ ਕਿ ਮੈਂ ਤੰਗ ਦਿਲੀ ਤੋਂ ਉੱਪਰ ਉੱਠ ਕੇ ਮੈਂ ਆਪਣੇ ਵਿਚਾਰ ਸਾਂਝੇ ਕਰਾਂ, ਅਤੇ ਵਿਚਾਰ ਸਿੱਖ ਇਤਿਹਾਸ, ਗੁਰਬਾਣੀ 'ਤੇ ਆਧਾਰਿਤ ਹੋਣ। ਅਤੇ ਮੈਂ ਤੁਹਾਡੇ ਨਾਲ ਸਿੱਧੀ ਪੰਜਾਬੀ ਦੇ ਵਿੱਚ ਗੱਲ ਕੀਤੀ ਹੈ, ਮੈਂ ਕੋਈ ਵਲ ਫੇਰ ਪਾ ਕੇ ਗੱਲ ਨਹੀਂ ਕੀਤੀ। ਬਹੁਤ ਲੋਕ ਨੇ ਤੁਹਾਡੇ ਕੋਲ ਆਉਣਗੇ, ਵਲ ਫੇਰ ਪਾ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨਗੇ, ਮੈਂ ਉਹ ਕੀਤੀ ਨਹੀਂ। ਪਰ ਫਿਰ ਵੀ ਮੇਰੇ ਕੋਲੋਂ ਬਹੁਤ ਉਣਤਾਈਆਂ ਰਹੀਆਂ ਨੇ। ਮੈਂ ਖਿਮਾ ਦੀ ਤੁਹਾਡੇ ਸਮੁੱਚੀ ਸੰਗਤ ਤੋਂ ਜਾਚਨਾ ਕਰਦਾ ਹੋਇਆ ਫਤਿਹ ਅਰਜ਼ ਕਰਦਾ ਹਾਂ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।